इस गल की ना इस मंदिर च गल मौजूद है मतलब जिस तरह आज मरजई करते ने उस तरह ही मिर्ज़े कादियानी ने चीज़ चुक के ते बकवास की नबी पाक की ज़ात अकदस के उत्ते। ਗੱਲ ਇਹ ਹੈ ਨਈਮ ਭਾਈ ਤੁਹਾਡੀ ਮੈਂ ਗੱਲ ਸੁਣ ਲਈ ਏ ਅਗਰ ਇਹ ਗੱਲ ਸੀ ਤੇ ਇਹਨੂੰ ਮੋਤਬਰ ਤਫਸੀਰਾਂ ਉੱਤੇ ਰੱਖ ਕੇ ਤੇ ਚਲਾਣ ਦੀ ਕਿਹੜੀ ਲੋੜ ਉਹਨਾਂ ਦੇ ਮੋਢੇ ਤੇ ਰੱਖ ਕੇ ਕੀ ਇਹਨੇ ਫਾਇਰ ਕੀਤਾ ਹੈ ਆਪਣੇ ਢਿੱਡ 'ਚ ਕਰ ਦਿੰਦਾ ਜੋ ਗੰਦ ਇਹਨੇ ਉਗਲਿਆ ਪਹਿਲੇ ਨਬੀ ਅਲੈਹਿਸਸਲਾਤੁ ਵਸਲਾਮ ਦੀ ਮਾਸੂਮ ਜ਼ਾਤ ਦੀ ਤਰਫ ਮੂੰਹ ਕਰਕੇ ਇਹ ਵੀ ਤਾਂ ਕਹਿ ਸਕਦਾ ਸੀ ਨਾ ਕਿ ਭਈ ਇਹ ਮੇਰਾ ਇਹ ਫਹਿਮ ਹੈ ਮੇਰਾ ਇਹ ਮੌਕਫ ਹੈ ਮੇਰਾ ਇਹ ਦਾਵਾ ਹੈ ਇਹਨੇ ਜਿਹੜਾ ਮੋਤਬਰ ਤਫਸੀਰਾਂ ਦਾ ਨਾਂ ਲੈ ਕੇ ਯਾਨੀ ਦੋਏ ਪੈਰ ਜੋੜ ਕੇ ਝੂਠ ਬੋਲਿਆ ਇਹਦੀ ਕੀ ਵਜ੍ਹਾ ਹੈ ਇਹ ਤਾਂ ਆਪਣੇ ਗਲੂ ਲਾਣੇ ਤੇ ਪਾਇਸ਼ ਨਾ ਵੀ ਗੱਲ ਉਧਰ ਚਲੀ ਜੇ ਲੋੜ ਨੇ ਉਹ ਜਿਸ ਤਰ੍ਹਾਂ ਉਸ ਆਪਣੇ ਮੁਰੀਦ ਦਾ ਦਿੱਤਾ ਸੂ ਪਲਿਆ ਪੋਸਿਆ ਪੁੱਤਰ ਦਿੱਤਾ ਸੀ ਆਪਣੇ ਮੁਰੀਦ ਨੂੰ ਕਿ ਤਫਸੀਰ ਲਿਖਿਆ ਸੁਲਾ ਦੇ ਵਿਆਹ ਦੇ ਵਕਤ ਕਿ ਨਹੀਂ ਸੱਚੇ ਮੁਰਤਾਦ ਹੋ ਜਾਣਗੇ ਉਹ ਜਿਹੜਾ ਦੌਰ ਆ ਉਸ ਲੋਕਾਂ 'ਚ ਤਫਸੀਰਾਂ ਦੇ ਤਰਜਮੇ ਹੀ ਕੋਈ ਨਹੀਂ ਹੈ ਅਰਬੀ ਤੋਂ ਲੋਕ ਵਾਕਫ ਨਹੀਂ ਹੈ ਸਾਡੇ कोई दो अरब जानना भी है तो उर्दू ने जानना है कौन विंग के फरोलसी ना कौन विंग के चेक कर सी इस उधर रेफरेंस किया है कि फिर मैं उधर बेचे अपने सिरू लाने तक मन पूरी गल ना आवे लेकिन गल तो पूरी फिर भी आ नहीं कि गल वाला तो नबी करीम का कौल नकल कर रहे हैं लेकिन किताब का नाम नहीं दसा कि किताब कौल नकल है मैं अर्ज करना ਇਹ ਤੇ ਜਿਹੜੀ ਗੱਲ ਮੈਂ ਬਿਆਨ ਕਰ ਦਿੱਤੀ ਹੈ ਨਾ ਇਹ ਤੇ ਕਰ ਦਿੱਤੀ ਹੈ ਤੇ ਉਹ ਟੰਗ ਦਿੱਤਾ ਸਾਹਮਣੇ ਤੇ ਟਰੁੱਥ ਸਿਕਰ ਇਹਨੂੰ ਪੁੱਤਰਾ ਲਾ ਲਓ ਜਾ ਕੇ ਕੋਈ ਰੱਸਾ ਲੈ ਕੇ ਨਾ ਪੌੜੀ ਲਾ ਕੇ ਪਿਛਲੇ ਪਾਸੇ ਪਿਛਲੀ ਦੀਵਾਰ ਨਾਲ ਪੌੜੀ ਲਾ ਕੇ ਨਾ ਤੇ ਟੰਗਿਆ ਜੇ ਨੂੰ ਥੱਲੇ ਲਾ ਲਓ ਦੂਸਰੀ ਗੱਲ ਇਹ ਹੈ ਕਿ ਅੱਜ ਇੱਕ ਤੁਹਾਨੂੰ ਨਵਾਂ ਚੈਲੰਜ ਦੱਸ ਦਈਏ ਮੈਂ ਤੁਹਾਨੂੰ ਇਨਸ਼ਾਅੱਲਾ ਵਾਅਦਾ ਕਰਨਾ ਮਿਰਜ਼ਾ ਕਾਦੀਆਨੀ ਦੀ ਕੋਈ ਕਿਤਾਬ ਉਹਦਾ ਕੋਈ ਸਫਾ ਮੇਰੇ ਸਾਹਮਣੇ ਪੜੋ ਜਿਹਦੇ 'ਚ ਉਹਨੇ ਕੋਈ ਗੱਲ ਲਿਖੀ ਹੋਈ ਕੋਈ ਵਾਕਿਆ ਲਿਖਿਆ ਹੋਇਆ ਅਗਰ ਉਹਨੇ ਉਹਦੇ 'ਚ ਝੂਠ ਨਾ ਬੋਲਿਆ ਹੋਇਆ ਤਾਂ ਮੈਨੂੰ ਦੱਸਿਓ ਲਿਆਓ ਕੋਈ ਇੱਥੇ ਵਾਕਿਆ ਪੜ੍ਹ ਕੇ ਸੁਣਾ ਦਿਓ ਕੋਈ ਉਹਦਾ ਤਹਿਰੀਰ ਐਸੀ ਪੜ੍ਹ ਕੇ ਸੁਣਾ ਦਿਓ ਸਫਾ ਪੜ੍ਹ ਕੇ ਸੁਣਾ ਦਿਓ ਹਰ ਸਫੇ ਤੇ ਉਸ ਬੰਦੇ ਝੂਠ ਬੋਲਿਆ ਜਿੱਥੇ ਵੀ ਉਹਨੇ ਕੋਈ ਗੱਲ ਕੀਤੀ ਹੈ ਜਿਹੜੀ ਜਦੋਂ ਕੋਈ ਰੈਫਰੈਂਸ ਦਿੱਤਾ ਹੈ ਉਹਦੇ ਨਾਲ ਹੇਰਾਫੇਰੀ ਕੀਤੀ ਹੈ ਭਾਵੇਂ ਉਹ ਆਪਣਾ ਰੈਫਰੈਂਸ ਦਿੱਤਾ ਹੈ ਭਾਵੇਂ ਕਿਸੇ ਪਿਛਲੇ ਬੰਦੇ ਵੱਲ ਮਨਸੂਬ ਕੀਤਾ ਕਿ ਉਹਨੇ ਆਪਣੀ ਕਿਤਾਬ 'ਚ ਇਹ ਗੱਲ ਲਿਖੀ ਉਹਨੇ कदे भी इस बंदे से जरा गल फिर दोहराओ जरा गल मैं पेश करसा तुसा गलत करके देना है हां मैं भी एक पेश करनी है हां गल फिर दोहराओ मैं फिर नहीं बोलता जो तुसी दोए मेरे डांगा लेके मेरे ਤੁਹਾਨੂੰ ਦੱਸੋ ਕਿ ਇਸ ਆਪਣੀ ਪੈਦਾਇਸ਼ ਨੇ ਵਾਕਿਆਤ ਲਿਖੇ ਨੂੰ ਸਿਕੜਾ ਝੂਠ ਬੋਲਿਆ ਸੂ ਕੀ ਦੱਸੋ ਇਸ ਆਪਣੀ ਪੈਦਾਇਸ਼ ਨੇ ਵਾਕਿਆਤ ਲਿਖੇ ਸਿਕੜੇ ਝੂਠ ਬੋਲੇ ਸੂ ਇਹ ਮਰਜ਼ਾਈਆਂ ਨੂੰ ਪੁੱਛੋ ਵੀ ਇਸ ਵਾਕਿਆ ਨੂੰ ਸਹੀ ਮੰਨਦੇ ਹੋ ਦਾਵਾ ਤੁਹਾਡਾ ਹੈ ਕਿ ਨਹੀਂ ਦਾਵਾ ਤੁਹਾਡਾ ਹੈ ਨਹੀਂ ਦਾਵਾ ਤਾਂ ਤੁਹਾਡਾ ਹੈ ਭਾਈ ਉਸਤਾਦ मोहतरम वाकई नहीं अच्छा ਇਹ ਜਿਹੜਾ ਵਾਕਿਆ ਵੀ ਲੱਤਾਂ ਵਿੱਚ ਸਿਰ ਫਸਾ ਕੇ ਜੀ ਇਹ ਤੇ ਮਰਜ਼ਾਈਆਂ ਨੂੰ ਪੁੱਛੋ ਤੇ ਉਹ ਵੀ ਆਖਣ ਦੇ ਇਹ ਤੇ ਵਾਕਿਆ ਹੀ ਅਮਰ ਦੀ ਗੱਲ ਠੀਕ ਹੈ ਤੇ ਝੂਠ ਹੀ ਮਾਰਿਆ ਨਹੀਂ ਤੁਸੀਂ ਆਖੋ ਵੀ ਝੂਠ ਸਾ ਦੱਸਾਂ ਕਿ ਝੂਠ ਬੋਲਿਆ ਸੂ ਦਾਵਾ ਤੁਹਾਡਾ ਹੈ ਕਿ ਤੁਸੀਂ ਮੇਰੀ ਗੱਲ ਸਮਝੇ ਨਹੀਂ ਭਾਈ ਇਹਦਾ ਤੇ ਹਵਾਲਾ ਕੱਢਿਆ ਨਹੀਂ ਨਾ ਜਾ ਸਕਦਾ ਉਹ ਦਾਈ ਕੋਈ ਨਹੀਂ ਮੌਜੂਦ ਉਹਦਾ ਵਜੂਦ ਹੀ ਕੋਈ ਨਹੀਂ ਮੈਂ ਪਿਆਨਾ ਕਿ ਜਦੋਂ ਇਹ ਗੱਲ ਕੋਈ ਕੋਟ ਕਰਦਾ ਕਿਸੇ ਦੀ ਭਾਵੇਂ ਆਪਣੀ ਕੋਟ ਕਰੇ ਭਾਵੇਂ ਕਿਸੇ ਦੀ ਗੱਲ ਕੋਟ ਕਰੇ ਜਦੋਂ ਜਾ ਕੇ ਵੇਖੋਗੇ ਉੱਥੇ ਉਹ ਗੱਲ ਨਹੀਂ ਹੋਣ ਲੱਗੀ ਹੁਣ ਸਮਝ ਆਈ ਗੱਲ ਕਿ ਨਹੀਂ ਸ਼ਰਤ ਇਹ ਵੇ ਕਿ ਪਿੱਛੇ ਜਿਸ ਪਾਸੇ ਹਵਾਲਾ ਰੈਫਰੈਂਸ ਕਰੇਗਾ ਉਸ ਪਾਸੇ ਗੱਲ ਹੋਣ ਨਹੀਂ ਲੱਗੀ ਹਾਂ ਸ਼ਰਤ ਇਹ ਵੇ ਕਿ ਉੱਥੇ ਉਹ ਗੱਲ ਜਿਹਦਾ ਇਹ ਹਵਾਲਾ ਪਿਆ ਦਿੰਦਾ ਹੈ ਉੱਥੇ ਉਹ ਗੱਲ ਮੌਜੂਦ ਹੋਵੇ ਸਹੀ ਜਦੋਂ ਤੁਸੀਂ ਖੋਲ ਕੇ ਵੇਖੋਗੇ ਨਾ ਇਹਨੇ ਚ ਉਹਦੇ ਚ ਹੇਰਾਫੇਰੀ ਨਾ ਕੀਤੀ ਹੋਈ ਤਾਂ ਮੈਨੂੰ ਜੁਰਮਾਨਾ ਪਾ ਲਓ ਇੱਕ ਵਾਰ ਦੱਸਣਾ ਜ਼ਰਾ ਅਮਰ ਭਾਈ ਇਹ ਵੀ ਬਲਾ ਹੇਰਾਫੇਰੀ ਆ ਮਿਰਜ਼ੇ ਨੇ ਉਹ ਜਿਹੜਾ ਹਜ਼ਰਤ ਈਸਾ ਅਲੈਹਿਸਸਲਾਤੁ ਵਸਲਾਮ ਦੇ ਪਰਿੰਦਿਆਂ ਦਾ ਹੈ ਨਾ ਕੁਰਾਨ ਪਾਕ ਦੇ ਵਿੱਚ ਕਿ ਉਹ ਪਰਿੰਦੇ ਅੱਲਾ ਦੇ ਹੁਕਮ ਨਾਲ ਬਣਾਉਂਦੇ ਸੀ ਮਿਰਜ਼ੇ ਨੇ ਲਿਖਿਆ ਹੋਇਆ ਕਿ ਬਾਅਦ ਸਹਾਬਾ ਕਰਾਮ ਨੇ ਇਹਦੀ ਤਫਸੀਰ ਦੇ ਵਿੱਚ ਇਹ ਲਿਖਿਆ ਕਿ ਉਹ ਪਰਿੰਦੇ ਜਿਹੜੇ ਆ ਉਹ ਉਸ ਵਕਤ ਤੱਕ ਪ੍ਰਵਾਜ਼ ਕਰਦੇ ਸੀ ਜਿੰਨੀ ਦੇਰ ਤੱਕ ਲੋਕਾਂ ਦੀ ਨਜ਼ਰਾਂ ਦੇ ਸਾਹਮਣੇ ਹੁੰਦੇ ਸੀ ਜਦੋਂ ਓਲੇ ਹੁੰਦੇ ਸੀ ਤੇ ਡਿੱਗ ਪੈਂਦੇ ਸੀ ਨਹੀਂ ਇਹ ਵੀ ਉਹਨੇ ਆਪਣੀ ਇੱਕ ਗੱਲ ਆਪਣਾ ਫਹਿਮ ਬਿਆਨ ਕੀਤਾ ਨਾ ਅਗਰ ਇਹ ਰੈਫਰ ਕਰਦਾ ਨਹੀਂ ਇਹਨੇ ਕਿਹਾ ਸਹਾਬਾ ਦੀਆਂ ਤਫਸੀਰਾਂ 'ਚ ਲਿਖੀ ਹੈ ਗੱਲ ਸਹਾਬਾ ਨੇ ਤਫਸੀਰਾਂ 'ਚ ਲਿਖੀ ਹੈ ਯਾਨੀ ਸਹਾਬਾ ਤੋਂ ਜੋ ਤਫਸੀਰ ਹੋਈ ਜਦੋਂ ਕਿਸੇ ਰੈਫਰ ਕਰੇਗਾ ਝੂਠ ਬੋਲੇਗਾ ਮੈਂ ਇਹਦੇ ਉੱਤੇ ਕਸਮ ਵੀ ਖਾ ਸਕਣਾ ਕਿ ਅੱਜ ਤਾਈਂ ਮੈਂ ਇਹਦਾ ਕਦੇ ਵੀ ਹਵਾਲਾ ਦਰੁਸਤ ਨਹੀਂ ਪੜਿਆ ਜਦੋਂ ਇਹ ਆਪਣੀ ਗੱਲ ਬਿਆਨ ਕਰਦਾ ਉਹਦੇ 'ਚ ਵੀ ਝੂਠ ਬੋਲਦਾ ਹੈ ਜਦੋਂ ਕਿਸੇ ਦੀ ਗੱਲ ਬਿਆਨ ਕਰਦਾ ਇਹ ਤਾਂ ਗੱਲ ਉਹਦੇ ਬਿਆਨ ਨਾਲ ਹੀ ਗਲਤ ਹੋ ਜਾਂਦੀ ਯਾਰ ਰਸੂਲ ਦੂਜੀ ਜਗ੍ਹਾ ਤੇ ਲਿਖਿਆ ਕਿ ਜੁੰਬਸ਼ ਕਰਨਾ ਵੀ ਸਾਬਤ ਨਹੀਂ ਹੈ
ਜੀ ਹੁਣ ਦੱਸੋ ਕਿਹੜੀ ਗੱਲ ਹੈ? ਇਹ ਤਾਂ ਉਧਰ ਗੱਲ ਉਹਦੇ ਕਹਿੰਦਾ ਆਪਣੀ ਗੱਲ ਜੋਸ਼ ਗਲਤ ਹੋ ਕਰਨਾ ਵੀ ਗਈ ਹੈ। ਸਾਬਤ ਨਹੀਂ, ਲੇਕਿਨ ਉਹ ਇੱਥੇ ਤਫਸੀਰਾਂ ਦੀ ਗੱਲ ਕਰ ਰਿਹਾ ਨਾ, ਤੇ ਉਹ ਤਾਂ ਬਹਾਨਾ ਮਾਰ ਸਕਦੇ ਕਿ ਉਹਨਾਂ ਨੇ ਤਫਸੀਰ ਦੀ ਇੱਕ ਗੱਲ ਕੋਟ ਕੀਤੀ ਹੈ ਕਿ ਤਫਸੀਰ 'ਚ ਇਹ ਗੱਲ ਲਿਖੀ ਹੈ, ਬਈ ਜਿਹੜੀ ਗੱਲ ਅਸਾਂ ਕੀਤੀ ਲੇਕਿਨ ਉਹਨੂੰ ਬੋਲ ਤਫਸੀਰ ਦੇ ਰਹਾ ਜਿਹੜੀ ਕਿ ਇਹਨੇ ਅਸਾਂ ਉਹਨੂੰ ਮਨਸੂਬ ਕੀਤੀ ਹੈ ਸਹਾਬਾ ਕਰਾਮ ਦੀ ਤਰਫ, ਕਿ ਸਹਾਬਾ ਕਰਾਮ ਨੇ ਇਹ ਤਫਸੀਰ ਕੀਤੀ ਹੈ ਕਿ ਉਹ ਪਰਿੰਦੇ ਸਾਹਮਣੇ ਹੁਣ ਤੁਸੀਂ ਉੱਡਦੇ ਸੀ, ਮੈਨੂੰ ਬਾਅਦ 'ਚ ਦੱਸੋ ਨਹੀਂ ਵੀ ਚੱਲਦੇ। ਇਹ ਗੱਲ ਗਲਤ ਹੋ ਗਈ ਹੈ ਨਾ ਦੂਜੇ ਵਾਲੇ ਨਾਲ। ਸਾਡਾ ਮੁੱਦਾ ਹੀ ਹੈ ਬਣਦਾ ਹੈ, ਉਹ ਗੱਲ ਗਲਤ ਸਾਬਤ ਹੋ ਜਾਣੀ, ਅਸੀਂ ਕਿਸੇ ਨਾ ਕਿਸੇ ਜ਼ਰੀਏ ਗਲਤ ਸਾਬਤ ਕਰ ਦਿਆਂਗੇ। ਬਾਕੀ ਰਹੀ ਗੱਲ ਪੈਦਾਇਸ਼ ਦੀ ਤੇ ਸੀਰਤੁਲ ਮਹਿਦੀ ਲਿਖਿਆ ਦਾਈ ਲਾਡੋ ਨੂੰ ਮਿਰਜ਼ਾ ਕਦਨੀ ਦੀ ਮਾਲੂਮਾਤ ਕਿਹਦੀਆਂ ਸੀ। ਇਹ ਨਾਂ ਸੁਣ ਲਓ, ਮਿਰਜ਼ਾ ਕਦਨੀ ਦਾਈ ਦਾ ਨਾਮ ਵੀ ਲਾਡੋ ਸੀ ਜੇ। ਪੰਜਾਬ ਵੀ ਲੋਕਾਂ ਮੱਝਾਂ ਦੇ ਨਾਂ ਰੱਖੇ ਹੁੰਦੇ ਨੇ ਲਾਡੋ। ਨਹੀਂ, ਇਹ ਮਿਰਜ਼ੇ ਨੇ ਜਿਹੜਾ ਬਿਆਨ ਕੀਤਾ ਸੀਗਾ ਵੀ ਜਿਹੜਾ ਤੂੰ ਦੁਆ ਵਾਸਤੇ ਆਖਿਆ ਸੀ ਤੇ ਮੈਂ ਤੇਰੇ ਵਾਸਤੇ ਦੁਆ ਕੀਤੀ ਸੀ, ਤੈਨੂੰ ਜਿਹਨੂੰ ਪੇਚਸ ਲੱਗੇ ਸੀ ਕੀਮ ਨੂਰਦੀਨ ਨੂੰ, ਤੇ ਮੈਂ ਤੇਰੇ ਵਾਸਤੇ ਦੁਆ ਕੀਤੀ ਤੇ ਮੈਨੂੰ ਆਪ ਪੇਚਸ ਲੱਗ ਗਿਆ, ਇਹਦੇ 'ਚ ਕਿਹੜਾ ਝੂਠ ਸੀ? ਨਹੀਂ, ਇਹ ਤਾਂ ਕਿਤੇ ਕਿਸੇ ਰੈਫਰੈਂਸ ਨਹੀਂ ਨਾ ਕੀਤਾ, ਤੁਸੀਂ ਆਪਣੀ ਜ਼ਿੰਦਗੀ ਨਾਲ ਵਾਕਿਆ ਲਿਖਿਆ ਨਾ। ਆਹੋ, ਤੇ ਆਪਣੀ ਜ਼ਿੰਦਗੀ ਦਾ ਹੀ ਵਾਕਿਆ ਮੈਂ ਪੁੱਛਣ ਡਿਆ। ਯਾਨੀ ਅਮਰ ਭਾਈ ਦਾ ਕਹਿਣ ਦਾ ਮਕਸਦ ਹੈ ਕਿਸੇ ਹੋਰ ਦਾ ਵਾਕਿਆ ਦੱਸਿਆ ਤੇ ਗੱਲ ਤੇ ਕਰ ਬੈਠੇ ਹੈ ਯਾਰ, ਕਿਸੇ ਹੋਰ ਦਾ ਵਾਕਿਆ ਦੱਸਿਆ ਹੋਏ ਤਾਂ ਉਹਦੇ 'ਚ ਝੂਠ ਨਾ ਹੋਏ। ਯਾਰ ਸੂਲ ਮੌਲਵੀ ਦਾਵਤ ਕਰ ਬੈਠਾ ਤਾਂ ਸਾਰਾ ਰਾਹ ਪਾ ਦੇਣਾ ਹੈ। ਇੱਕ ਮਿੰਟ ਨਹੀਂ, ਮੈਂ ਜ਼ਾਹਿਦ ਜਮੀਲ ਨੂੰ ਪਿੱਛੇ ਫੋਨ ਕਰਨ ਗਿਆ ਸੀ। ਜ਼ਾਹਿਦ ਭਾਈ, ਕੀ ਜ਼ਰੂਰਤ ਹੈ ਯਾਰ ਜਾ ਕੇ ਉੱਥੇ ਤੁਹਾਨੂੰ ਉਹਦੇ ਨਾਲ ਮੱਥਾ ਲਾਉਣ ਦੀ? ਕਿਉਂ ਕਾਲ? ਵਾਲੇਕੁਮ ਸਲਾਮ। ਝੂਠ ਤੇ ਝੂਠ, ਮੈਨੂੰ ਬਲਾਕ ਹੀ ਕਰ ਦਿੱਤਾ ਦੋਵਾਂ ਆਈਡੀਆਂ ਤੋਂ ਉਹਨਾਂ ਨੇ। ਸ਼ੁਕਰ ਹੈ ਤੁਹਾਨੂੰ ਬਲਾਕ ਕੀਤਾ, ਚੰਗਾ ਹੋਇਆ। ਮੈਂ ਤਾਂ ਸ਼ੁਕਰ ਕਰਾਂਗਾ ਤੁਹਾਨੂੰ ਬਲਾਕ ਕੀਤਾ ਨੇ। ਨਹੀਂ, ਉਹ ਤਾਂ ਜ਼ਰੂਰਤ ਝੂਠ ਕੀ ਤੇ ਝੂਠ। ਜ਼ਾਹਿਦ ਭਾਈ, ਜ਼ਰੂਰਤ ਕੀ ਤੁਹਾਨੂੰ ਉੱਥੇ ਜਾਣ ਦੀ ਮੇਰੇ ਭਾਈ? ਇਹ ਸਾਰੇ ਮੁਸਲਮਾਨ ਬੈਠੇ ਨੇ, ਇਹਨਾਂ ਭਰਾਵਾਂ 'ਚ ਤੁਹਾਡਾ ਦਿਲ ਨਹੀਂ ਲੱਗਦਾ? ਇੱਕ ਸੱਪ ਹੈ ਜਿਹੜਾ ਆਸਤੀਨ ਦਾ ਸੱਪ ਹੈ, ਜਿਹੜਾ ਸਾਰੇ ਮੁਸਲਮਾਨਾਂ ਤੋਂ ਬਾਗੀ ਹੋ ਕੇ ਤੇ ਜਾ ਕੇ ਮਰਜ਼ਾਈਆਂ ਦੀ ਝੋਲੀ 'ਚ ਬੈਠੇ ਹੈ, ਤੇ ਥੁੱਕੋ ਉਧਰ ਨੂੰ ਕਰਕੇ ਦਫਾ ਕਰੋ ਪਰ ਉਹਨੂੰ। ਅਮਰ ਭਾਈ, ਇਹ ਗੰਦੀਆਂ ਗੱਲਾਂ ਨਹੀਂ ਨਾ ਹੁੰਦੀਆਂ, ਇਹਨਾਂ ਨੂੰ ਉਹ ਪਸੰਦ ਨੇ। ਉਹਨਾਂ ਦਿਹਾੜੀ ਮੈਂ ਗੱਲ ਸੁਣਾਈ ਏ ਅਮਰ ਭਾਈ, ਤੁਸੀਂ ਪਤਾ ਨਹੀਂ ਸੁਣੀ ਹੈ ਕਿ ਨਹੀਂ, ਮੈਂ ਬਕਰਾਂ ਦਿਹਾੜੀ ਗੱਲ ਸੁਣਾਈ ਏ। ਮੈਂ ਆਖਿਆ ਇੱਕ ਵਪਾਰੀ ਹੈ ਨਾ, ਉਹ ਚਲਾ ਗਿਆ ਗਾਂ ਦਾ ਸੌਦਾ ਕਰਨੇ ਆ, ਠੀਕ ਹੈ। ਗਾਂ ਦਾ ਸੌਦਾ ਕਰਨੇ ਗਿਆ, ਸੌਦਾ ਬਣਿਆ ਨਹੀਂ ਬਣਿਆ, ਸੌਦਾ ਬਣਾਣੇ ਉਸਨੂੰ ਮਾਲਕਾਂ ਦਾ ਉੱਥੇ ਕੁੱਤਾ ਵਧਿਆ ਚੰਗਾ ਵੱਡੇ ਜਿਹੇ ਮੂੰਹ ਵਾਲਾ, ਤਾਂ ਉਹ ਪਸੰਦ ਆ ਗਿਆ। ਵਪਾਰੀਏ ਆ, ਉਸ ਗਾਂ ਨੇ ਛੋੜ ਕੇ ਤੁਸੀਂ ਗੱਲ ਸ਼ੁਰੂ ਕਰ ਦਿੱਤੀ, ਤੇ ਅਖੀਰ ਗੱਲ ਇਹ ਮੁੱਕੀ ਕਿ ਕੁੱਤੇ ਦਾ ਸੌਦਾ ਗਾਂ ਦੇ ਸੌਦੇ ਨਾਲ ਵਿੱਚ ਹੋ ਗਿਆ। ਉਸ ਕੁੱਤਾ ਵੀ ਨਾਲ ਚਾਗਦਾ, ਥੋੜਾ ਜਿਹਾ ਗੇਰੇ ਟੁਰਿਆ ਤੇ ਫਿਰ ਮੁੜ ਪਿਆ। जिसले मुड़ पाया तो आने को उन्होंने पूछना भी कुत्ता तुसा खाने पीने ना क्या जाए, के खाना है के नहीं, दुध रोटी पाने हो, सालन रोटी पाने हो, सुक्की रोटी पाने हो, कि खाना है? उन्हें आख्या भी असी 3 टाइम रोटी पाने दुध च पा के ते छन्ना दुध ना भी देने आ, ते जने मैं खड़ना राखी शाखी ते भौंकना क्या जाए? उन्हें आख्या भी भाई जी 3 टाइम रोटी असी पाने ते खा के ते दुध पी के सुता रहना है। तो रही गल भौंकने की, तो काम तुसी आप करके हो। मिर्जाइया वास्ते यही गल है भी रही गल भौंकने की, तो काम आप ही करना पैसी, बाकी कहन चलो नाल तुसी। नहीं ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਲਿਆਓ, ਕੋਈ ਉਹਦੀ ਕਿਤਾਬ ਖੋਲੋ ਜਿੱਥੇ ਉਹਨੇ ਕੋਈ ਰੈਫਰੈਂਸ ਦਿੱਤੇ ਹੋਵੇ ਕਿਸੇ ਬੰਦੇ ਦੀ ਕਿਤਾਬ ਦਾ ਜਾਂ ਆਪਣੀ ਕਿਸੇ ਸਾਬਕਾ ਤਹਿਰੀਰ ਦਾ, ਉਹ ਪੇਸ਼ ਕਰੋ ਮੇਰੇ ਸਾਹਮਣੇ। ਜੇ ਝੂਠਾ ਨਾ ਨਿਕਲਿਆ ਤਾਂ ਮੈਨੂੰ ਜੁਰਮਾਨਾ ਪਾ ਲਿਓ। ਕਦੇ ਵੀ ਇਸ ਬੰਦੇ ਨੇ ਸੱਚ ਨਹੀਂ ਬੋਲਿਆ। ਅਮਰ ਭਾਈ ਸਾਬਕਾ ਤਰੀਦ, ਅਸਾਂ ਸਾਬਕਾ ਤਰੀਦਾਂ ਹੀ ਨਹੀਂ ਲੱਭਦੀਆਂ, ਮੋੜ ਕੇ ਕਿੱਥੇ ਲਿਖੀਆਂ, ਉਹ ਤਰੀਦਾਂ ਹੀ ਮੌਜੂਦ ਨਹੀਂ। ਹਵਾਲਾ ਦਿੱਤਾ ਕਿਤਾਬ ਜੋ ਤਰੀਰ ਹੀ ਮੌਜੂਦ ਕੋਈ ਨਹੀਂ। ਯਾਰ ਨਹੀਂ ਭਾਈ, ਠੀਕ ਹੈ, ਕਈ ਤੇ ਉਹਨੇ ਜਿਹੜੀਆਂ ਜ਼ਾਇਆ ਹੀ ਹੋ ਗਈਆਂ ਨੇ, ਉਹਨਾਂ ਨੂੰ ਤੇ ਛੋੜ ਨਹੀਂ, ਕਿਤਾਬ ਮੌਜੂਦ ਹੈ, ਤਰੀਰ ਗੱਲ ਸੁਣੋ ਨਾ, ਕਿਤਾਬ ਮੌਜੂਦ ਹੈ, ਇਸ ਸਫਾ ਨੰਬਰ ਵੀ ਦਿੱਤਾ ਹੈ, ਮੈਂ ਫਲਾਣੇ ਸਫਾ ਨੰਬਰ ਤੇ ਗੱਲ ਲਿਖੀ ਹੈ, ਲੇਕਿਨ ਉਹ ਸਫੇ ਨੰਬਰ ਤੋਂ ਗੱਲ ਹੀ ਕੋਈ ਨਹੀਂ, ਉਸ ਪੂਰੀ ਕਿਤਾਬ ਵਿੱਚ ਉਹ ਗੱਲ ਕੋਈ ਨਹੀਂ। ਉਹੀ ਮੈਂ ਕਹਿਣਾ ਨਾ, ਉਹ ਤੇ ਸਮਝੋ ਨਾ ਲਾਸ਼ ਹੀ ਗਵਾਤੀ, ਉਹ ਤੇ ਮੁੱਦਾ ਹੀ ਗਵਾਤਾ ਨਾ। ਲੇਕਿਨ ਬਾਜ਼ ਤਹਿਰੀਰਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਉੱਥੇ ਹਵਾਲਾ ਮੌਜੂਦ ਹੈ, ਲੇਕਿਨ ਗੱਲ ਉੱਥੇ ਉਹ ਨਹੀਂ ਹੁੰਦੀ ਜਿਹੜੀ ਇਹਨੇ ਬਿਆਨ ਕੀਤੀ ਹੁੰਦੀ। ਅੱਜ ਤੱਕ ਇਹਦਾ ਹਵਾਲਾ ਦਰੁਸਤ ਨਹੀਂ ਨਿਕਲਿਆ, ਜਾਂ ਮੁੱਦਾ ਹੀ ਘੁਮਾਇਆ ਤੇ ਜਾਂ ਉਹਦੇ ਨਾਲ ਹੇਰਾਫੇਰੀ ਕੀਤੀ। ਮੇਰਾ ਇਹ ਦਾਅਵਾ ਹੈ ਇਹਨੇ ਹਰ ਗੱਲ ਜਿਹੜੀ ਕੀਤੀ ਉਹਦੇ 'ਚ ਝੂਠ ਬੋਲਿਆ। ਜਿਹੜਾ ਮੇਰੇ ਇਸ ਦਾਅਵੇ ਨੂੰ ਤੋੜ ਸਕਦਾ ਹੋਵੇ ਮਰਜ਼ਾਈ, ਉਹ ਮੈਦਾਨ 'ਚ ਆਵੇ ਤੇ ਆਖੇ ਵੀ ਇਹ ਵੇਖੋ ਮਿਰਜ਼ਾ ਸਾਹਿਬ ਨੇ ਬੈਨ ਹੀ ਸੱਚ ਬੋਲਿਆ, ਜੋ ਕੋਈ ਇਹਨਾਂ ਆਖਿਆ ਸੀ ਉਹ ਕੋਈ ਉੱਥੇ ਲਿਖਿਆ। ਕਦੇ ਵੀ ਇਹਨੇ ਸਹੀ ਗੱਲ ਨਹੀਂ ਕੀਤੀ ਹੈ, ਹਰ ਗੱਲ 'ਚ ਹੇਰਾਫੇਰੀ। ਕੁਰਾਨ ਔਰ ਹਦੀਸ ਤੇ ਮੇਮਨ ਸਾਹਿਬ, ਕੁਰਾਨ ਔਰ ਹਦੀਸ ਤੇ
ਮਤਲਬ ਉਹਦੇ ਤੇ ਇੰਜ ਬੇਬਾਕੀ ਨਾਲ ਝੂਠ ਬੋਲਦਾ ਸੀ ਨਾ ਕਿ ਇਹਨੂੰ ਸ਼ਰਮ ਵੀ ਨਹੀਂ ਸੀ ਆਉਂਦੀ ਕਿ ਭਈ ਆਖਰ ਲੋਕਾਂ ਦੇ ਘਰ ਵੀ ਕੁਰਾਨ ਹੈ। ਮੈਂ ਕੁਰਾਨ 'ਚ ਲਿਖਿਆ ਤਊਨ ਆਵੇ ਦੀ, ਕੁਰਾਨ 'ਚ ਲਿਖਿਆ ਮਸੀਹ ਮਊਦ ਆਵੇ ਦਾ, ਤੇ ਕੁਫਰ ਦੇ ਫਤਵੇ ਲੱਗਣ ਦੇ। ਕੁਰਾਨ ਦੇ ਉੱਤੇ ਤੇ ਇੰਜ ਬੋਲਦਾ ਸੀ ਜਿਸ ਤਰ੍ਹਾਂ ਸ਼ੀਰੇ ਮਾਤਰ ਸਮਝ ਕੇ ਘੁੱਟ ਭਰੀ ਆਉਂਦਾ ਸੀ। ਮੈਂ ਕਹਿੰਦਾ ਕਿ ਇੱਕ ਬੰਦੇ ਦੂਜੇ ਦੀ ਕਿਤਾਬ ਹੈ, ਮੌਲਾਨਾ ਇਸਮਾਈਲ ਅਲੀ ਗੜੀ ਦੀ ਕਿਤਾਬ ਹੈ, ਮੌਲਾਨਾ ਗੁਲਾਮ ਦਸਤਗੀਰ ਕਸੂਰੀ ਦੀ ਕਿਤਾਬ ਹੈ, ਬੁਲਫਾ ਮੌਲਾਨਾ ਸਨਾਉਲਾ ਮਰਸੀ ਦਾ ਰਸਾਲਾ ਹੈ, ਸ਼ੇਖ ਬਟਾਲਵੀ ਦਾ ਰਸਾਲਾ, ਕੋਈ ਉਹਨਾਂ ਦੀ ਤਹਿਰੀਰ ਵੀ ਕੋਟ ਕਰਦਾ, ਕਦੇ ਵੀ ਸਹੀ ਨਹੀਂ ਕਰਦਾ। ਜਿੰਨੀ ਵਾਰੀ ਕੱਢੇਗਾ ਉਹਦੇ 'ਚ ਹੇਰਾ ਫੇਰੀ ਕਰੇਗਾ। ਮੈਂ ਇਹਦਾ ਹਵਾਲਾ ਪੜ੍ਹਾ ਨਾ ਬਈ ਇਹਨੇ ਫਲਾਣੀ ਜਗ੍ਹਾ ਗੱਲ ਲਿਖੀ, ਅੱਖਾਂ ਬੰਦ ਕਰਕੇ ਮੈਂ ਦਾਅਵਾ ਕਰ ਸਕਦਾ ਝੂਠ ਬੋਲਿਆ। ਇਹ ਵੀ ਮੈਂ ਇੰਝ ਅੱਖਾਂ ਬੰਦ ਕਰਕੇ ਦਾਅਵਾ ਕੀਤਾ। ਮੈਨੂੰ ਪਤਾ ਇਹਨੇ ਝੂਠ ਬੋਲਿਆ, ਕਿਸੇ ਮੋਤਬਰ ਤਫਸੀਰ 'ਚ ਹੋ ਨਹੀਂ ਸਕਦਾ। ਵੈਸੇ ਵੀ ਖਿਲਾਫ ਹੈ, ਸ਼ਰੀਅਤ ਦੇ ਵੀ ਖਿਲਾਫ ਹੈ, ਗੱਲ ਕਹਿ ਹੀ ਨਹੀਂ ਸਕਦੇ ਨਾ, ਕੋਈ ਮੁਫੱਸਰ ਗੱਲ ਕਹਿ ਹੀ ਨਹੀਂ ਸਕਦਾ। ਲੇਕਿਨ ਮਿਰਜ਼ਾ ਕਾਦੀਆਨੀ ਦੀ ਨੇਚਰ ਹੈ ਕਿ ਉਹ ਝੂਠ ਬੋਲਦਾ ਇਹੋ ਜਿਹੀਆਂ ਗੱਲਾਂ 'ਚ। ਇਹਦੇ ਪਿੱਛੇ ਵਜ੍ਹਾ ਮੌਜੂਦ ਹੈ ਨਾ ਝੂਠ ਬੋਲਣੇ ਦੀ। ਜੀ ਉਹਦੇ ਪਿੱਛੇ ਵਜ੍ਹਾ ਲਿਖੀ ਹੈ ਝੂਠ ਬੋਲਣੇ ਦੀ। ਇਹ ਝੂਠ ਖੜਿਆ ਗਿਆ, ਕੜਿਆ ਗਿਆ ਔਰ ਆਮਦਨ ਕੜਿਆ ਗਿਆ। ਜਾਣ ਬੁੱਝ ਕੇ ਝੂਠ ਬੋਲ ਕੇ ਉਹਨੇ ਇਹਦੇ ਤੋਂ ਆਪਣਾ ਫਾਇਦਾ ਹਾਸਲ ਕਰਨ ਵਾਸਤੇ ਝੂਠ ਬੋਲਿਆ। ਇਹ ਝੂਠ ਬੋਲਿਆ ਤੇ ਤਫਸੀਰਾਂ ਦਾ ਨਾਂ ਲੈ ਕੇ ਜਿਸ ਤਰ੍ਹਾਂ ਦੂਏ ਨਿਕਲਦੇ ਤਰਾ ਕੇ ਚਲਾਈ ਵੀ ਨਹੀਂ ਹੈ ਨਾ, ਹੁਣ ਚਲਾਈ ਸੋ ਬਸ਼ੀਰਉদ্ਦੀਨ ਮਹਿਮੂਦ ਆ ਕੇ ਕਿਸੇ ਗਾਲੀ ਦੇਣ ਨੇ ਇੱਕ ਤਰੀਕੇ ਵੀ ਹੈ ਕਿ ਦੂਏ ਦਾ ਨਾਂ ਗਿਣ ਕੇ ਉਹੀ ਤਰੀਕਾ ਇਸਤੇਮਾਲ ਕੀਤਾ ਹੈ। ਜੀ ਕੱਲ ਇਸ ਆਪਣੀ ਕੀਤੀ ਨਾ ਤਫਸੀਰਾਂ ਨਾਲ ਲਾਇਆ। ਤੁਸੀਂ ਹੁਣ ਇਹ ਜਿੰਨੇ ਵੀ ਮੁਜਾਹਿਦ ਸੁਣਦੇ ਹੋ, ਮੈਂ ਤੁਹਾਨੂੰ ਗੱਲ ਤਾਂ ਸੁਣਾਈਏ, ਇਹਦਾ ਕੋਈ ਹਵਾਲਾ ਕੱਢ ਕੇ ਲਿਆਓ, ਇਹਦੀ ਕਿਤਾਬ ਪੜ੍ਹੋ, ਜਿੱਥੇ ਇਹਨੇ ਹਵਾਲਾ ਲਿਖਿਆ ਨਾ ਫਲਾਣੀ ਦੀ ਕਿਤਾਬ 'ਚ ਇਹ ਗੱਲ ਲਿਖੀ ਹੈ ਇਸ ਤਰ੍ਹਾਂ, ਮੈਂ ਆਪਣੀ ਕਿਤਾਬ 'ਚ ਇਹ ਗੱਲ ਇੰਨੇ ਸਾਲ ਪਹਿਲਾਂ ਲਿਖੀ ਸੀ, ਉਹ ਮੈਨੂੰ ਪੇਸ਼ ਕਰੋ, ਮੈਂ ਤੁਹਾਨੂੰ ਸਬੂਤ ਦੇ ਦੇਣਾ ਕਿ ਇਹਨੇ ਝੂਠ ਬੋਲਿਆ। ਹਕੀਕਤ ਲਵਈ 'ਚ ਇਹਨੇ ਕਿੰਨੇ ਨਿਸ਼ਾਨ ਲਿਖੇ ਨੇ, ਸਾਰਿਆਂ 'ਚ ਝੂਠ ਬੋਲਿਆ। ਉਹ ਕੋਟ ਕੀਤੀਆਂ ਨੇ ਆਪਣੀਆਂ ਹੀ ਗੱਲਾਂ, ਮੈਂ ਬਰਹੀਨੇ ਅਹਿਮਦੀਆ 'ਚ ਲਿਖਿਆ, ਮੈਂ ਫਲਾਣੇ ਨੂੰ ਇਹ ਨਿਸ਼ਾਨ ਦੱਸਿਆ, ਮੈਂ ਫਲਾਣੇ ਨੂੰ ਕਬਲ ਅਜ਼ ਵਕਤ, ਸਾਰੇ ਝੂਠ ਨੇ, ਇੱਕ ਵੀ ਗੱਲ ਉਹਨਾਂ 'ਚ ਸਹੀ ਨਹੀਂ ਹੈ। ਸਾਰੀਆਂ ਝਪੜੀਆਂ ਮਾਰੀਆਂ ਨੇ, ਆਪਣੇ ਬਿਆਨਾਂ ਤੋਂ ਬਦਲੇ ਹੈ। ਜੀ ਹਾਂ, ਆਪਣੇ ਬਿਆਨਾਂ ਤੋਂ ਬਦਲੇ ਹੈ। ਇਸ ਤਰ੍ਹਾਂ ਦਾ ਝੂਠਾ ਬੰਦਾ ਤੁਹਾਨੂੰ ਨਜ਼ਰ ਹੀ ਨਹੀਂ ਆਉਣ ਲੱਗਾ। ਇਹਨੂੰ ਕਹਿੰਦੇ ਨੇ ਕਜ਼ਾਬ। ਜਿਹੜਾ ਇਸ ਤਰ੍ਹਾਂ ਕਸਰਤ ਦੇ ਨਾਲ ਝੂਠ ਬੋਲਣ ਵਾਲਾ ਹੋਵੇ ਨਾ, ਉਹਨੂੰ ਕਹਿੰਦੇ ਨੇ ਕਜ਼ਾਬ। ਹੁਣ ਦੱਸੋ ਕਿ ਸਾਡੇ ਮਹਿਬੂਬ ਨਬੀ ਦੀ ਗੱਲ ਸਹੀ ਨਿਕਲੀ ਕਿ ਨਾ ਨਿਕਲੀ? आपने फरमाया करीबन सलासून कज़्ज़ाबून दज्जालून। एक कज़्ज़ाब ने गल गल नाल झूठ बोलना, गल गल नाल झूठ बोलना। ये भी किसी नूं मुलहिद नूं अगली गल भी अमर भाई वेखो, अल्लाह दे सच्चे पैगंबर इंज हुंदे ने, अल्लाह ताला उन्हां नूं इंज हकीकी इलम नाल नवाजदा। अगली गल भी नबी पाक सल्लल्लाहु अलैहि वसल्लम ने फरमाई कि ऐसी ऐसियां हदीसां तुहाडे सामने पेश करनगे जिहड़े तुहाडे बाप दादा ने ना सुनियां होणगे, यानी नकली जाली मन गढ़त हदीसां। हो रहा बिल्कुल हो उंज के नहीं? बिल्कुल। इस गल्ले ਜਿਹੜੇ ਬੰਦੇ ਸੁਣਦੇ ਹੋ ਪਏ, ਇਹਦੀਆਂ ਕਿਤਾਬਾਂ ਨੂੰ ਫੁੱਲ ਰੋ, ਜਿੱਥੇ ਇਹਨੇ ਜਿਹੜਾ ਵੀ ਹਵਾਲਾ ਦਿੱਤੇ ਆ ਨਾ, ਅੱਖਾਂ ਬੰਦ ਕਰਕੇ ਜਾ ਕੇ ਮਰਜ਼ਈਆਂ ਦੀ ਬਰਾੜ ਤੇ ਆਖਿਆ ਕਰੋ ਇਹਨੇ ਝੂਠ ਬੋਲਿਆ, ਇਹਦਾ ਸਬੂਤ ਦਿਓ। ਜੇ ਦੇਗੇ ਮਰਜ਼ਈ ਤੇ ਬੇਸ਼ੱਕ ਮੈਨੂੰ ਆ ਕੇ ਜੁਰਮਾਨਾ ਪਾ ਲਿਓ। ਗੱਲ 'ਚ ਗੜਬੜ ਕੀਤੀ ਹੈ ਮੇਰੀ ਜ਼ਰੂਰ। ਤੁਹਾਡੇ ਨਾਲ ਇਖਤਲਾਫ ਹੋਏਗਾ ਮੇਰਾ, ਇਹ ਅਸਾਂ ਦੇ ਮੁਜਾਹਿਦ ਕਿਤਾਬਾਂ ਜਾ ਕੇ ਫਰੋਲਦੇ ਨਹੀਂ, ਤੁਸੀਂ ਹਵਾਲਾ ਲਾਤਾ ਨਾ, ਹਵਾਲਾ ਟੁੱਟ ਜਾਣਾ। ਮੈਂ ਤੇ ਦਾਅਵੇ ਨਾਲ ਕਹਿ ਸਕਦਾ ਜਿਹੜੀ ਗੱਲ ਮੈਂ ਬਿਆਨ ਕੀਤੀ ਨਾ ਕਿ ਗੱਲ ਪਿੱਛੇ ਬੁਨਿਆਦ ਕੇ ਵੇ, ਇਹ ਕਿਸ ਗੱਲ ਦਾ ਜਵਾਬ ਦੇ ਰਿਹਾ ਕਿਸੇ ਨੂੰ ਨਹੀਂ ਪਤਾ ਆ ਕਿ ਸ਼ੇਖ ਬਟਾਲਵੀ ਇਹ ਜਵਾਬ ਦੇ ਰਹੇ ਥੇ, ਉਹਨਾਂ ਦੇ ਇਤਰਾਜ਼ ਦਾ ਨਕਲ ਕਰਕੇ ਜਵਾਬ ਦੇ ਰਿਹਾ, ਕਿਹੜੇ ਲਾਮ ਉਤੇ ਦੇ ਰਿਹਾ, ਕਿਉਂ ਦੇ ਰਿਹਾ। ਇਹ ਕਿਤਾਬ ਪੜ੍ਹਨ ਨਾਲ ਬਣਿਆ ਪਤਾ ਲੱਗਣਾ, ਇਹਦਾ ਪਸ ਮੰਜ਼ਰ ਪਤਾ ਲੱਗਣਾ। ਨਹੀਂ ਚਲੋ ਤਾਂ ਪਸ ਮੰਜ਼ਰ ਤੇ ਬੰਦਾ ਠੀਕ ਹੋਣਾ ਚਾਹੀਦਾ ਕੋਲ, ਸਾਨੂੰ ਆ ਕੇ ਪੁੱਛ ਲੈਣ, ਸਾਡੇ ਕੋਲ ਵੈਰੀਫਾਈ ਕਰਾ ਲਓ ਬਈ ਇਹ ਗੱਲ ਇਹਨੇ ਕਿਤਾਬ 'ਚ ਲਿਖੀ ਹੈ, ਇਹ ਗੱਲ ਮਿਰਜ਼ੇ ਨੇ ਆਪਣੀ ਸਵਾਲ ਕਹਿਣ ਕੇ ਬਿਨਾਂ ਨਾ ਉਸ ਪਸ ਮੰਜ਼ਰ ਨਾਲ ਇਲਮ ਹੋਣਾ ਚਾਹੀਦਾ। ਹਾਂਜੀ ਹਾਂਜੀ, ਸਾਡੇ ਕੋਲ ਪੁੱਛੋ ਬਈ ਇਹ ਗੱਲ ਇਹਨੇ ਆਪਣੀ ਕਿਤਾਬ 'ਚ ਲਿਖੀ ਹੈ, ਝੂਠ ਹੈ ਕਿ ਸੱਚ ਹੈ। ਮੈਂ ਤੁਹਾਨੂੰ ਸਬੂਤ ਦਿਆਂਗਾ ਉਹਦੇ ਝੂਠ ਹੋਣ ਦਾ, ਇਨਸ਼ਾਅੱਲਾ। ਹਰ ਗੱਲ 'ਚ ਨੇ ਝੂਠ ਬੋਲਿਆ, ਹਰ ਗੱਲ ਵਿੱਚ। ਬਾਕੀ ਗੱਲ ਤੁਸੀਂ ਸ਼ੁਰੂ ਤੋਂ ਕੀਤੀ ਤੇ ਥੋੜਾ ਜਿਹਾ ਮੋਨਾ ਵੀ ਜ਼ਹਿਨ ਬਣਨਾ ਕਿ ਗੱਲ ਮੌਜੂਦ ਹੋਣੀ, ਅਸਾਂ ਦੋਵਾਂ ਨਾਲ ਪੜ੍ਹੀ ਹੋਵੇ। ਦਾਦਾ ਗੱਲ ਮੈਂ ਨਹੀਂ ਪੜ੍ਹੀ, ਤੁਸੀਂ ਸ਼ੁਰੂ ਤੇ ਆਖਿਆ ਸੀ ਕਿ ਅਸਾਂ ਖਤਮੇ ਨਬੂਵਤ ਦੇ ਲਿਟਰੇਚਰ ਨਹੀਂ ਪੜ੍ਹੀ। ਮੌਜੂਦ ਹੋਣੀ ਹੈ ਕਿ ਸ਼ੇਖ ਬਟਾਲਵੀ ਨੇ ਇਤਰਾਜ਼ ਆਵੇ ਤੇ ਇਹਦਾ ਜਵਾਬ ਲਾਜ਼ਮੀ ਕਿਤੇ ਨਾ ਕਿਤੇ ਦਿੱਤਾ ਬਿਨਾਂ ਸਾਡੇ ਤੱਕ ਪਹੁੰਚਿਆ ਨਹੀਂ ਹੋਣਾ।
ਜੇ ਬਹੁਤ ਸਾਰਾ ਲਿਟਰੇਚਰ ਜਿਹੜਾ ਸਾਡੇ ਤੱਕ ਨਹੀਂ ਪਹੁੰਚਿਆ। ਲਿਟਰੇਚਰ ਸਾਡੇ ਤੱਕ ਨਹੀਂ ਪਹੁੰਚਾਉਣਾ ਅਮਰ ਭਾਈ, ਮੈਂ ਨਾ ਮੰਨਣਾ ਕਿ ਇਸ ਗੱਲ ਦਾ ਜਵਾਬ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਮਿਰਜ਼ਾ ਕਾਦੀਆਨੀ ਗੱਲ ਲਿਖੀ ਤੇ ਉਹਨਾਂ ਇਸ ਨੂੰ ਗ੍ਰਿਫਤ ਨਹੀਂ ਕੀਤੀ, ਮੈਂ ਨਾ ਮੰਨਣਾ ਇਸ ਗੱਲ ਨੂੰ। ਲੇਕਿਨ ਸਾਡੇ ਤੱਕ ਨਹੀਂ ਪਹੁੰਚਾਉਣਾ ਕਿ ਸ਼ਾਹ ਤੋਂ ਸੁਣਨਾ ਹੈ ਨਹੀਂ, ਉਸ ਤੱਕ ਗ੍ਰਿਫਤ ਸਾਡੀ ਪਹੁੰਚਦੀ, ਮੁਕੰਮਲ ਮਵਾਦ ਨਹੀਂ ਪਹੁੰਚ ਸਕਿਆ ਸਾਡੇ ਤੱਕ। ਨਹੀਂ ਨਾਲੇ ਉਹ ਸਿਰਫ ਸ਼ਾਹ ਤੋਂ ਸੁਣਨਾ ਹੀ ਹੁੰਦਾ ਨਾ, ਦੂਜੇ ਅਖਬਾਰਾਤ ਸਨ, ਟਰੈਕਟ ਛਪਦੇ ਸਨ, ਬਿਲਕੁਲ ਛੋਟੇ ਕੋਈ ਨਾ ਮਵਾਦ ਸਾਡੇ ਤੱਕ ਨਹੀਂ ਪਹੁੰਚ ਸਕਿਆ ਉਸ ਵਕਤ ਨਾ। ਲੇਕਿਨ ਮੈਂ ਨਹੀਂ ਮੰਨਦਾ ਕਿ ਉਹਨਾਂ ਦੇ ਕੋਲ ਦਾ ਨਕਲ ਕਰਕੇ ਮਿਰਜ਼ਾ ਕਾਦੀਆਨੀ ਜਵਾਬ ਦੇ ਰਹੇ ਹੋਵੇ ਤਾਂ ਉਹਨਾਂ ਇਸ ਤੇ ਪਕੜਿਆ ਨਾ ਹੋਵੇ ਮੋੜ ਕੇ। ਜ਼ਰੂਰ ਪਕੜਿਆ ਸੀ। ਇਹ ਅਮਰ ਭਾਈ ਜਿਸ ਤਰ੍ਹਾਂ 24 ਘੰਟੇ ਜਿਹੜਾ ਨਾ ਪੂਰੀ ਦੁਨੀਆ ਦੇ ਉੱਤੇ ਕਿਧਰੇ ਨਾ ਕਿਧਰੇ ਅਜ਼ਾਨ ਦਾ ਨਮਾਜ਼ ਦਾ ਟਾਈਮ ਹੁੰਦਾ ਨਾ, ਹਾਂ। ਹਰ ਮਿੰਟ ਹਰ ਸੈਕਿੰਡ ਦੇ ਵਿੱਚ ਤਕਰੀਬਨ ਕਿਧਰੇ ਨਾ ਕਿਧਰੇ ਅਜ਼ਾਨ ਹੋ ਰਹੀ ਹੈ। ਇਸੇ ਤਰ੍ਹਾਂ ਹੀ ਹਰ ਸੈਕਿੰਡ ਦੇ ਵਿੱਚ ਨਾ ਸੋਸ਼ਲ ਮੀਡੀਆ ਤੋਂ ਬਾਅਦ ਜਿਹੜਾ ਨਾ ਮਿਰਜ਼ਾ ਸਾਹਿਬ ਤੇ ਲਾਨਤ ਪਈ ਜਾ ਰਹੀ ਹੈ ਹਰ ਸੈਕਿੰਡ ਵਿੱਚ। 24 ਘੰਟੇ 24 ਘੰਟੇ ਬਿਆਨਾ ਨਾ ਬਈ। ਹੁਣ ਅਮਰ ਭਾਈ ਹੋਰੀ ਲੱਗੇ ਨੇ ਇਟਲੀ 11 ਵਜੇ ਸੌਣ ਦਾ ਟਾਈਮ ਹੋ ਜਾਣਾ, ਅਮਰੀਕਾ ਵਾਲਿਆਂ ਜਾਗ ਜਾਣਾ, ਉਹਨਾਂ ਦੀ ਦਿਹਾੜ ਹੋ ਜਾਣੀ, ਉਹਨਾਂ ਉੱਠ ਕੇ ਸ਼ੁਰੂ ਹੋ ਜਾਣਾ, ਉਹਨਾਂ ਦੀ ਰਾਤ ਹੋਣੀ, ਪਾਕਿਸਤਾਨ ਵਾਲਿਆਂ ਸ਼ੁਰੂ ਹੋ ਜਾਣਾ ਜੀ, ਯੂਰਪ ਵਾਲਿਆਂ ਸ਼ੁਰੂ ਹੋ ਜਾਣਾ। ਕੋਈ ਸੈਕਿੰਡ ਹਾਲੀ ਜਾਂਦਾ ਹੀ ਨਹੀਂ ਕਿ ਲਾਨਤ ਤੇ ਲਾਨਤ ਬਰਸਦੀ ਹੈ। ਫੇਰ ਵੀ ਆਂਦੇ ਨੇ ਸੱਚਾ। मिर्जाई आ रहे हैं सूरज मगरब से तलू होगा, ये मगरब से सूरज तलू पे होना है। ਆਵਰ ਭਾਈ ਪੁਰਬ ਮਰਜ਼ਈ ਦਾ ਕੋਈ ਜਵਾਬ ਆਇਆ ਜੇ ਕਿ ਬੁਲਾਈ ਜੇ ਕੋਈ ਵੀਡੀਓ ਕਿ ਨਹੀਂ? ਬਣਾਈ ਮੈਂ ਲਗਾ ਉਹ ਕਰਨ ਲਗਾ ਸੀ ਐਡਿਟ, ਤੇ ਉਹ ਇਹਨੇ ਮੈਨੂੰ ਗੱਲੀ ਲਾਤਾ ਨਜਫ ਨੇ, ਮੈਂ ਉਹੀ ਕੰਮ ਕਰਨ ਲੱਗਿਆ ਸੀ। ਅੱਛਾ ਉੱਥੇ ਨੇ ਵੀਡੀਓ ਬੜਾ ਬਣਾਈ ਹੈ ਅਮਰ ਭਾਈ, ਵੀਡੀਓਸ ਬਣਾਈ है ना, ਉਸ ਨੂੰ ਜਿਤਨੀਆਂ ਗੱਲਾਂ ਸਾਂ ਕੀਤੀਆਂ ਜਵਾਬ ਤੇ ਕੋਈ ਨਹੀਂ ਹੈ, ਤਾਂ ਉਸ ਮਜਬੂਰ ਆ ਕੇ ਉਸ ਆਕੇ ਹੁਣ ਮੈਂ ਜਵਾਬ ਤੇ ਦੇਣਾ, ਚਲੋ ਵਾਲਾ ਹੀ ਮੰਗ ਕਿੰਨੇ ਆ उसको जितनियां गला ना और कोई जवाब उसको ही नहीं देता, किसी गाला एड्रेस कोई नहीं देता, उसे ही कहता है चलो मैं खाना पूरी करना वीडियो ना वाल जो बारह ना वाला ही मांग करना। अरे वीडियो तक की है। अच्छा सैनी साहब ने किरे वीडियो तक की है, वो जेडी जिदा मैं जवाब दिता ना पहले ते राती मैं गया ते मैनू सैनी साहब आंदे ने भी मैं राणा साहब दी वीडियो तक की है ते ओदे ते बड़ियां लंबियां छोड़ियां राणा साहब ने ਉਹ ਮੈਂ ਰਿਕਾਰਡਿੰਗ ਕੀਤੀ अंदर ही नहीं आने रही हैं, बस आखिरी बहुत लंबी छोड़ी था अमर भाई, जेडी आखिरी छोड़ी जेडी आखिरी छोड़ी था, इससे पहले भी किसी ने छोड़ी है जो। हां ਉਹ ਮੈਂ ਉਹ जेडी तारीफ करके गया ਐ ਨਹੀਂ ਭਾਈ ਮੈਂ ਲਿਖਿਆ ਯਾਰ ਮਿਰਜ਼ਾ ਸਾਹਿਬ ਤੇ ਮੁਹੰਮਦੀ ਬੇਗਮ ਦੇ ਬੰਦੇ ਸਾਫ ਰਹਿੰਦੇ ਰਹੇ ਨੇ, ਨਾਲ ਉਹ ਮੈਂ ਫੋਟੋ ਭੇਜੀ ਹੈ ਜਿੱਥੇ ਉਹਨੇ ਖਬਰ ਵੇਖੀ ਨਹੀਂ ਜਿੱਥੇ ਭਾਲਾ ਪੂਰਾ, ਤੇ ਥੱਲੇ ਮੈਨੂੰ ਜਵਾਬ ਕੀ ਦਿੱਤਾ, ਇਹਦਾ ਮੈਂ ਕੀ ਕਰਾਂ ਦੱਸੋ ਹੁਣ ਕਹਿੰਦਾ ਇਹਦਾ ਮੈਂ ਕੀ ਕਰਾਂ। अस्सलाम वालेकुम उस्ताद मोहतरम, उस्ताद मोहतरम, मैंने 6 साल में ये जो दो लगातार ये खुरम शहजाद और ये काशिफ की जो मोहम्मदी बेगम की पेशेंट को सुनी है, मैंने 6 साल में ऐसी बोगियां नहीं सुनी है कभी कादियानियों की तरफ से, किताबों से हटकर बिल्कुल सब अपनी। झूठ इनको घुट्टी में दिया जाता है ना, झूठ मिर्जाई को घुट्टी में दिया जाता है कि लै पुत्र आंदे नहीं जा रावी ना को आवी ते ना को जावी, चल पुत्र मिर्जाई हो गए एल घुट्टी लै ते शुरू हो जा झूठ बोलना। हर मिर्जाई का सारी तेरी खामी है। राजू राकट भाई आयन करो फिर। मैं साकी भाई को सवाल पूछना, साकी भाई ਅੱਜ ਕਹਿੰਦੇ ਨੇ ਬੜੀਆਂ ਲਾਂਤਾਂ ਲੂੰਤਾਂ ਪੈ ਰਹੀਆਂ ਨੇ, ਮੈਂ ਕਿਹਾ ਸਾਕੀ ਭਾਈ ਜਦੋਂ ਤੁਸੀਂ ਖੁਦ ਸੋ ਮਲੰਗ ਤੇ ਤੁਹਾਨੂੰ ਕਦੀ ਜ਼ਿਹਨ ਚ ਇੱਕ ਮਿੰਟ ਵਾਸਤੇ ਵੀ ਆਇਆ ਸੀ ਕਿ ਇਹ ਕੰਮ 2 ਨੰਬਰ ਹੈਗਾ? उसने मस्त मलंग सी है ਨਹੀਂ ਇਹ 2000 ਜਿਹੜਾ ਨਾ 2017 18 तक ਤੇ ਬਿਲਕੁਲ ਅੰਨਾ ਹੀ ਮਲੰਗ ਸਾਂ। ਉਸ ਤੋਂ कोई ਬਾਅਦ मस्त मलंग है। YouTube ਤੇ ਵੇਖਿਆ ਥੋੜਾ ਬਹੁਤਾ, ਜ਼ਿਆਦਾ ਟਿਕਟੋਕ ਤੇ ਹੀ ਆ ਕੇ ਪਤਾ ਲੱਗਿਆ ਝੂਠਾਂ ਦਾ। ਬੋਲੋ ਜ਼ਰਾ। ਮੈਂ ਕਹਿ ਰਿਹਾ ਜ਼ਿਆਦਾ ਟਿਕਟੋਕ ਤੇ YouTube ਤੋਂ ਹੀ ਵੇਖ ਕੇ ਪਤਾ ਚੱਲਿਆ ਵਾ ਇਹਨਾਂ ਝੂਠਾਂ ਦਾ। ਪਹਿਲਾਂ ਤਾਂ ਮਲੰਗ ਸਾਂ, ਅੰਨੇ ਮਲੰਗ। ਨਹੀਂ ਤੁਹਾਨੂੰ ਉਦੋਂ ਪਤਾ ਨਹੀਂ ਚੱਲਿਆ ਸੀ ਤੁਸੀਂ ਚੰਦਾ ਦੇ ਰਹੇ ਸੋ, ਤੁਹਾਡੇ ਪੈਸੇ ਜਾ ਰਹੇ ਨੇ ਜੇਬੋਂ, ਆਹ ਕੱਖ ਨਹੀਂ ਰਿਹਾ? ਉਦੋਂ ਕਦੀ ਨਹੀਂ ਸੀ ਲੱਗਿਆ ਕਿ ਯਾਰ ਇਹ ਕੀ ਚੱਕਰ ਹੋ ਰਿਹਾ ਸਾਡੇ ਨਾਲ? ਨਹੀਂ ਉਦੋਂ ਕਦੀ ਨਹੀਂ ਸੀ ਇਹ ਦਿਨ ਚ ਗਿਆ।
ਅੱਜ ਦੋਵੇਂ ਭਰਾ ਆਪਣੇ ਮਾਜ਼ੀ ਦੇ ਕਿੱਸੇ ਛੇੜੋ ਵਾਲਾ ਸਹੀ ਸਹੀ ਅਸੀਂ ਮਿਊਟ ਲਾਣੇ ਆ। ਜੀ ਕੋਲ ਰਾਜੂ ਨੂੰ ਵੀ ਨਹੀਂ ਮੇਰਾ ਕੋਈ ਕਿੱਸਾ ਨਹੀਂ ਜੇ। ਅੱਜ ਪੁਰਾਣੇ ਯਾਰ ਰਾਜੂ ਨੇ ਪਾਕਿਸਤਾਨ ਘਰਦਿਆਂ ਨੂੰ ਪੁੱਛਿਆ ਵੀ ਇਹ ਬਜ਼ੁਰਗੋ ਇਹ ਜਿਹੜੀਆਂ ਬੈਤਾਂ ਹੁੰਦੀਆਂ ਨੇ ਕਿੱਥੇ ਨੇ, ਤੇ ਉਹਨਾਂ ਆਖਿਆ ਬਾਹਰ ਦੇ ਮੁਲਕ ਪੁੱਤਰ ਹੁੰਦੀਆਂ ਨੇ, ਇੱਥੇ ਨਹੀਂ। ਇਹਨਾਂ ਆਖਿਆ ਵੀ ਇਹ ਤੇ ਅਮਰ ਭਾਈ ਸਾਨੂੰ ਵੀ ਦੱਸਦੇ ਸਨ। ਰਾਜੂ ਕਹਿੰਦਾ ਮੈਂ ਬਾਹਰ ਦੇ ਮੁਲਕ ਆਇਆ ਤੇ ਇੱਥੇ ਵੀ ਕੋਈ ਨਹੀਂ ਹੈ। ਜੀ ਗੱਲ ਉਹੀ ਹੋ ਗਈ, ਅੰਦਰ ਕੋਈ ਨਹੀਂ ਬਾਹਰ ਵੀ ਕੋਈ ਨਹੀਂ ਆ। ਉਹ ਜਾਣ ਦਿਓ ਖੁਦਾ ਦਾ ਵਾਸਤਾ ਹੀ। ਸਦਕਾ ਜਾਰੀ ਹੈ ਫਿਰ ਤੇ। ਅਬੂ ਬਕਰ ਇਹ ਜੀ ਗੱਲ ਨਹੀਂ ਕਰਨੀ ਚਾਹੀਦੀ ਹੋਣੀ। ਮੈਂ ਅੱਗੇ ਇੱਕਦਮ ਸਮਾਨ ਨਾ ਡੱਕਿਆ, ਮੈਂ ਆਖਿਆ ਗੱਲ ਸੁਣੋ, ਤੁਸਾਂ ਮਾਂ ਉਸਤਾਦ ਨਹੀਂ ਕਰਕੇ ਨਾ ਤੁਸਾਂ ਕਿ ਮਾ ਟੰਗਾ ਸੱਟਣਾ, ਮੈਂ ਸ਼ਾਂ ਤੱਕ ਬੱਚੇ ਆ। ਤੁਸੀਂ ਤੇ ਸਾਡੇ ਉਸਤਾਦ ਹੋ। ਉਹ ਮੈਂ ਅੱਗੇ ਇੱਕਦਮ ਸਮਾਨ ਆਖਿਆ ਸੀ, ਮੈਂ ਆਖਿਆ ਕਿ ਤੁਸਾਂ ਮਾਈਨ ਟੰਗਾ ਦੇਣੇ, ਸਿਰਫ ਬਾਕੀ ਟੰਗੇ ਹੁੰਦੇ ਨਾ ਬਰਾਡਾਂ ਤੇ, ਤੁਸਾਂ ਉਸਤਾਦ ਨਹੀਂ ਕਰਕੇ ਮਾਈਨ ਟੰਗਾ ਦੇਣੇ। ਇਸ ਮਿਰਜ਼ਾਈਆਂ ਨਜ਼ਰ ਚ ਮੈਂ ਕੋਈ ਵੀ ਨਾ, ਬੱਚੇ ਆ, ਮੈਂ ਪਿੱਛੇ ਆ। ਰਾਜੂ ਭਾਈ ਤੁਸੀਂ ਪਾਕਿਸਤਾਨ ਰਵਾ ਚ ਰਹਿੰਦੇ ਸੀ? ਨਹੀਂ ਰਵਾ ਦਾ ਮੈਂ ਕਦੀ ਰਵਾ ਮੇਰੇ ਐਨਜੀ ਕਰੀ 5-6 ਸਾਲ ਬਾਅਦ ਚੱਕਰ ਲੱਗਦਾ ਸੀ। ਤੇ ਮਮੂਦ ਸ਼ਾਹ ਦੇ ਘਰ ਮੈਂ ਕਾਫੀ ਦਫਾ ਗਿਆ ਦਾ, ਕੋਈ ਤਕਰੀਬਨ 6-7 ਵਾਰੀ। ਉਹਦੇ ਨਾਲ ਸਾਡੇ ਨਾਲ ਹੈ ਹੀ ਤਾਲੁਕ। ਹਾਂ ਉਹ ਰਬਵਾ ਦੇ ਵਿੱਚ ਨਾ ਕਾਫੀ ਰਿਸ਼ਤੇਦਾਰ ਸੀ ਨਾ, ਤੇ ਮੈਂ ਵੀ ਕਦੀ ਕਦੀ ਜਾਂਦਾ ਸੀ ਨਾ। ਕਦੀ ਤਾਂ ਨਹੀਂ, ਹਰ ਸਾਲ ਚ 2-3 ਚੱਕਰ ਤਾਂ ਲੱਗ ਹੀ ਜਾਂਦੇ ਸੀ। ਤੇ ਉਹਨਾਂ ਨੂੰ ਮੈਂ ਜਾ ਕੇ ਪੁੱਛਣਾ, ਮੈਂ ਨਾ ਯਾਰ ਇੱਥੇ ਸੜਕਾਂ ਕਿਉਂ ਨਹੀਂ ਬਣਾਉਂਦੇ ਗਲੀਆਂ? ਉਹ ਯਾਰ ਗੌਰਮੈਂਟ ਨਹੀਂ ਬਣਨ ਦਿੰਦੀ, ਮੌਲਵੀ ਨਹੀਂ ਬਣਨ ਦਿੰਦੇ। ਇਹ ਤੇ ਹੁਣ ਵੀ ਪਤਾ ਲੱਗਦਾ ਵੀ ਇਹ ਤੇ ਸਾਰਾ ਕੰਮ ਹੀ ਇਹਨਾਂ ਨੇ ਆਪ ਪਾਏ ਆ। ਨਹੀਂ ਰਵਾ ਦੇ ਬਾਰੇ ਚ ਨਾ ਜਦੋਂ ਪਹਿਲੀ ਦਫਾ ਗਿਆ ਸੀ ਨਾ, ਮੈਂ ਕੁਝ ਗੱਲਾਂ ਜਦੋਂ ਜਾ ਕੇ ਸੁਣੀਆਂ, ਤੇ ਮੈਂ ਸੁਣੀਆਂ ਵੀ ਦਾਰੂ ਜ਼ਿਆਫਤ ਦੇ ਸਮਝ ਲਓ ਇੱਕ ਕਿਸਮ ਦੇ ਇੰਚਾਰਜ ਕੋ। ਤੇ ਮੈਨੂੰ ਉਦੋਂ ਹੀ ਲੱਗਾ ਯਾਰ ਹੈ, ਤੇ ਅਗਰ ਬੰਦਾ ਐਡੇ ਵੱਡੇ ਲੈਵਲ ਦਾ ਬੰਦਾ ਇਹੋ ਜਿਹੀ ਗੱਲਾਂ ਕਰਦਾ ਪਿਆ, ਤੇ ਫਿਰ ਇੱਥੇ ਕੋਈ ਹੱਲ ਨਹੀਂ ਹੋਣਾ। ਫਿਰ ਜਦੋਂ ਇੰਗਲੈਂਡ ਵਿੱਚ ਆਏ ਨਾ, ਇੰਗਲੈਂਡ ਤੁਹਾਨੂੰ ਪਤਾ ਜ਼ਿਆਦਾਤਰ ਬੰਦੇ ਰਵਾ ਦੇ ਨੇ, ਤੇ ਉਹ ਅਹਿਮਦੀ ਜਿਹੜੇ ਨੇ, ਉਹਨਾਂ ਨੇ ਫਿਰ ਜਦੋਂ ਗੱਲਬਾਤ ਹੋਣੀ ਸ਼ੁਰੂ ਹੋਈ ਨਾ, ਫਿਰ ਪਤਾ ਚੱਲਿਆ ਕਿ ਯਾਰ ਸਹੀ ਕਹਿੰਦੇ ਹੈ ਜਿਹੜੇ ਇੰਚਾਰਜ ਕਦੋਂ ਕਹਿੰਦਾ ਸੀ ਨਾ, ਸਹੀ ਕਹਿੰਦਾ ਸੀ। ਕਹਿੰਦੇ ਉਹਦਾ ਸਾਰਾ 2 ਨੰਬਰ ਕੰਮ ਹੈ। ਆ ਤੇ ਜਦੋਂ ਇੱਕ ਵਾਰੀ ਨਾ ਮੈਂ ਰਵਾ ਚੱਲਾ, ਤੇ ਅਸੀਂ 3-4 ਮੁੰਡੇ ਇਕੱਠੇ ਚੱਲੇ। ਇੱਕ ਵਿੱਚੋਂ ਸਿਗਰਟ ਪੀਂਦਾ ਸੀ ਨਾ, ਤੇ ਉਹ ਦੂਜੇ ਸਾਰੇ ਉਹਨੂੰ ਆਖਣ ਲੱਗ ਪਏ, ਓਏ ਸਿਗਰਟ ਇੱਥੋਂ ਹੀ ਕਿਧਰੋਂ ਲੈ ਲੈ, ਰਬਵਾ ਚੋਂ ਸਿਗਰਟ ਨਹੀਂ ਲੱਭਦੇ। ਮੈਂ ਬੜਾ ਹੈਰਾਨ, ਮੈਂ ਆਖਿਆ ਯਾਰ ਇਹ ਕੀ? ਇਹਨੀ ਖਲੀਫਾ ਦੀ ਬੜੀ ਸਖਤੀ ਨਾਲ ਆਰਡਰ ਹੈ, ਉੱਥੇ ਤੁਹਾਨੂੰ ਸਿਗਰਟ ਨਹੀਂ ਲੱਭਣਾ। ਰਾਜੂ ਭਾਈ ਉੱਥੇ ਗਏ ਨਾ ਜਦੋਂ, ਤੇ ਸਿਗਰਟ ਛੱਡ ਕੇ ਚਰਸ ਵੀ ਖੁਦਾ ਦੀ ਕਸਮ ਆਮ ਸਾਦੇ ਨਹੀਂ ਲੱਭੇ ਉੱਥੇ। ਫਿਰ ਚਰਸ ਵੀ ਆਮ, ਹਰ ਉਹ ਕੰਮ ਉੱਥੇ ਹੁੰਦਾ ਨਾ ਕਿ ਅੱਲਾ ਮਾਫ ਕਰੇ। ਬਾਬਰ ਭਾਈ ਆਏ ਨੇ, ਕੋਈ ਗੱਲ ਨਾ ਕਰਨੀ ਹੋਵੇ ਉਹਨਾਂ ਨੇ। ਜੀ ਬਾਬਰ ਭਾਈ ਜੀ ਸਲਾਮ ਅਲੈਕੁਮ। ਕੋਈ ਨਹੀਂ, ਕਰੋ ਗੱਲ ਤੁਸੀਂ। ਵਾਲੇਕੁਮ ਸਲਾਮ। ਅੱਛਾ ਠੀਕ ਹੈ। ਦੇਖੋ ਇਹ ਤਾਂ ਸਾਰਾ ਝੂਠੋ ਝੂਠ ਚੁਤਾਲੀਆ ਰਾਜੂ ਭਾਈ। ਇਹ ਤੇ ਆਹਿਸਤਾ ਹੀ ਪਤਾ ਲੱਗਾ। ਸ਼ੁਕਰ ਹੈ ਅੱਲਾ ਦੀ ਜ਼ਾਤ ਦਾ ਕਿ ਪਤਾ ਲੱਗ ਗਿਆ ਸਾਨੂੰ ਮਰਨ ਤੋਂ ਪਹਿਲਾਂ। ਮੈਂ ਤਾਂ ਤਕਰੀਬਨ 11-12 ਸਾਲ ਦੀ ਉਮਰ ਚ ਮੈਂ ਕਾਦੀਆਨ ਗਿਆ ਸਾਂ, ਤੇ ਮੈਂ ਉੱਥੇ ਵੀ ਜਿਹੜਾ ਦੇਖਿਆ ਨਾ ਮਾਹੌਲ, ਕਿ ਜਿਸ ਤਰ੍ਹਾਂ ਅਮੀਰ ਜਿਹੜਾ ਵੇ ਨਾ, ਜਦੋਂ ਕੁਝ ਜਾਂਦਾ ਵੇ ਉੱਥੇ, ਉਹਦਾ ਥੋੜਾ ਡਿਫਰੈਂਟ ਲੈਵਲ। ਜਿਸ ਤਰ੍ਹਾਂ ਉਹ ਲੋਕਾਂ ਨੂੰ ਰੋਟੀ ਖਵਾਉਂਦੇ ਸਨ, ਬਹੁਤ ਤਜ਼ਲੀਲ ਸੀ ਕਿ ਟਰਾਲੀਆਂ ਤੇ ਆਉਂਦੇ ਪਏ ਨੇ ਤੇ ਇੰਜ ਰੋਟੀ ਸੁੱਟਦੇ ਪਏ ਨੇ, ਤੇ ਮਲੰਗ ਫੜ ਰਹੇ ਨੇ। ਉੱਥੇ ਇੰਜ ਅਲਾ ਪਈ ਹੁੰਦੀ ਸੀ। ਕਾਦੀਆਨ ਸੀ, ਕਦੀ ਜਲਸੇ ਤੇ ਜਾਓ ਨਾ, ਤੇ ਬਹੁਤ ਤਜ਼ਲੀਲ ਦਾ ਲੈਵਲ ਹੁੰਦਾ, ਲੇਕਿਨ ਲੋਕ ਜਾ ਰਹੇ ਨੇ ਉੱਥੇ। ਇਹ ਰੱਬਾ ਤੁਸੀਂ ਗਏ ਉਹਦੇ ਦਾਰੁਲ ਜ਼ਿਆਫਤ ਵਿੱਚ? ਦਾਰੂ ਜ਼ਿਆਫਤ ਬਿਹਤਰ ਹੈ ਬੜਾ ਸਿਸਟਮ। ਨਹੀਂ, ਉਹ ਤੁਸੀਂ ਬਾਹਰੋਂ ਗਏ ਉਹਦੇ ਨਾ। ਜਿਹੜੇ ਬੰਦੇ ਪਾਕਿਸਤਾਨ ਨੂੰ ਜਾਂਦੇ ਆ ਨਾ, ਮਾੜਿਆਂ ਘਰਾਂ ਦੇ ਵਿਚਾਰੇ ਲੋਕ ਜਿਹੜੇ ਆ, ਉਹ ਜਦੋਂ ਦਾਰੁਲ ਜ਼ਿਆਫਤ ਦੇ ਵਿੱਚ ਅੰਦਰ ਐਂਟਰ ਹੁੰਦੇ ਹੋ, ਤੇ ਐਂਟਰ ਹੋਣ ਦੇ ਨਾਲ ਹੀ ਸੱਜੇ ਪਾਸੇ ਨਹੀਂ ਜਿਹੜੇ ਕੁਆਟਰ ਜੇ ਬਣੇ, ਬਿਲਕੁਲ ਉਹਨਾਂ ਨੂੰ ਉਹ ਦਿੰਦੇ ਆ। ਜਿਹੜੇ ਬਾਹਰੋਂ ਜਾਂ ਜਿਹੜੀਆਂ ਤਗੜੀਆਂ ਸਾਮੀਆਂ ਨਾ, ਉਹ ਜਾਂਦੇ ਆ ਸਾਹਮਣੀ ਵੱਡੀ ਬਿਲਡਿੰਗ 'ਚ ਜਿੱਥੇ ਏਸੀ ਵਗੈਰਾ ਨੇ। ਬਿਲਕੁਲ ਉਹ ਅਸੀਂ ਇੱਕ ਦਿਹਾੜੇ ਟੁਰ ਗਏ ਸਨ, ਰਾਤ ਉੱਥੇ ਰਹਿਣਾ ਪੈ ਗਿਆ, ਤੇ ਉਹਨਾਂ ਜਨਾਬ ਸਾਨੂੰ ਕੁਆਟਰ ਦੇ ਵਿੱਚ ਕਮਰਾ ਦੇ ਦਿੱਤਾ। ਇੱਕ ਮੈਂ ਤੇ ਇੱਕ ਡਾਕਟਰ ਸਾਹਿਬ ਸਨ ਇਸਲਾਮਾਬਾਦ ਦੇ। ਉਹ ਜੂੰ ਹੀ ਜਨਾਬ ਕੋਈ ਅਸੀਂ ਕਮਰੇ 'ਚ ਵੜ ਕੇ ਨਾ, ਤੇ ਲਾਈਟ ਸ਼ਾਈਟ ਬੰਦ ਕਰਕੇ ਤੇ ਸੌਣ ਦਾ ਪ੍ਰੋਗਰਾਮ ਬਣਿਆ। ਅੱਲਾ ਦੀ ਕਸਮ ਨਾਲ ਰਾਜੂ ਭਾਈ, ਇੰਨੇ ਖਟਮਲ ਉੱਥੇ 10 ਮਿੰਟ ਨਹੀਂ ਅਸੀਂ ਲੇਟ ਸਕੇ।
ਉਹ ਖਾਰਿਸ਼ ਹੋਵੇ, ਮੈਂ ਅੱਖਾਂ ਪਤਾ ਨਹੀਂ ਯਾਰ ਖਾਰਿਸ਼ ਕਿਉਂ ਇੱਥੇ ਹੁੰਦੀ ਹੈ। ਉਹ ਡਾਕਟਰ ਸਾਹਿਬ ਆਂਦੇ ਨੇ ਉੱਠ ਕੇ ਲਾਈਟ ਤੇ ਜਲਾਓ। ਉੱਠ ਕੇ ਲਾਈਟ ਜਲਾਈ ਤੇ ਚਿੱਟੀਆਂ ਚਾਦਰਾਂ ਸਨ ਜਨਾਬ, ਉੱਤੇ ਖਟਮਲ ਦੌੜਨ ਪਏ। ਉਹ ਅਸੀਂ ਨਾਰਮਲ ਉੱਠ ਹੀ ਹੋ ਜਾਂਦਾ ਹੁੰਦਾ। ਅਸੀਂ ਉੱਠ ਇਹਨਾਂ ਜਗ੍ਹਾ ਤੇ ਨਾ ਇੱਕ ਇੱਕ ਖਟਮਲ ਵਾਲਾ ਤੇ ਇੱਕ ਅਸੀਂ ਜਾਣੇ ਹਾਂ ਨਾ ਜਦੋਂ ਇਤਫਾਲ ਸਾਇੰਸ ਪਤਾ ਕਲਾਸ ਹੁੰਦੀ ਸੀ ਹੂੰ ਇੱਕ ਪੂਰੀ ਉਹਨਾਂ ਦੀ ਇੱਕ ਹਫ਼ਤੇ ਦੀ ਚੱਲਦੀ ਸੀ ਕਲਾਸ। ਉਹ ਹਾਂਜੀ ਸਾਡੇ ਸਾਰੇ ਜਿਹੜੇ ਨਾਲ ਬੱਚੇ ਗਏ ਨੇ ਸਭ ਵਾਪਸ ਆਏ, ਸਾਰਿਆਂ ਦੀ ਗਰਦਨਾਂ ਲਾਲ ਸੂਈਆਂ ਹੋਈ ਦੀਆਂ ਭਰੀ ਦੀਆਂ, ਉਹ ਕਿਉਂਕਿ ਐਲਰਜੀ ਹੋ ਜਾਂਦੀ ਸੀ ਸਾਰੀ ਹਾਂ। ਉਹ ਬਾਹਰ ਗੰਦੇ ਉਹ ਤਕੀਆਂ ਕਾਊਂਟਰ ਤੇ। ਤੇ ਅਸੀਂ ਗਏ ਬਈ ਸਾਨੂੰ ਕੋਈ ਹੋਰ ਕੋਈ ਕਮਰਾ ਦੇ ਛੜੋ ਬਈ ਇੱਥੇ ਤੇ ਮਰ ਥਾਂ ਚੱਲਿਆ ਸੀ। ਉਹਨਾਂ ਆਖਿਆ ਨਹੀਂ ਨਹੀਂ ਹੋਰ ਤੇ ਕਮਰਾ ਹੀ ਕੋਈ ਨਹੀਂ, ਜਾਂ ਸਦਰ ਸਾਹਿਬ ਕੋਲੋਂ ਪਰਮਿਸ਼ਨ ਲਵੋ। ਹਾਂਜੀ ਉੱਥੇ ਵਾਕਈ ਹਾਂਜੀ। ਉਹ ਡਾਕਟਰ ਸਾਹਿਬ ਨੂੰ ਮੈਂ ਆਖਿਆ, ਮੈਂ ਡਾਕਟਰ ਸਾਹਿਬ ਤੁਹਾਡਾ ਤੇ ਪਤਾ ਨਹੀਂ ਸੌਣਾ ਜੇ ਤੇ ਸਮਝੋ, ਮੈਂ ਚੱਲਾ ਜੇ ਬਾਹਰ ਗੱਡੀ 'ਚ। ਗਰਮੀਆਂ ਸਨ, ਮੈਂ ਜਾ ਕੇ ਬਾਹਰ ਗੱਡੀ ਸਟਾਰਟ ਕਰਕੇ ਨਾ ਤੇ ਏਸੀ ਲਾ ਕੇ ਤੇ ਉਹਦੇ ਵਿੱਚ ਸੁੱਤਾ। ਇਹ ਜਿਹੜਾ ਮਾਲ ਵੱਲ ਦੇ ਨਾ ਉਹਦੀ ਇੱਜ਼ਤ ਵੱਲ ਹੈ, ਤੇ ਜਿਹੜਾ ਮਾਲ ਘੱਟ ਦੇ ਉਹਦੀ ਇੱਜ਼ਤ ਵੀ ਘੱਟ ਹੈ। ਉਹ ਤੇ ਹੁਣੇ ਮੈਂ ਸੁਣਾਇਆ ਵਾ ਥੋੜੇ ਦਿਨ ਪਹਿਲੇ, ਮੇਰਾ ਇੱਕ ਦੋਸਤ ਹੈ ਤੇ ਉਹਨੇ ਸਵਾਲ ਪੁੱਛਿਆ, ਇਹ ਜਿਹੜੀ ਬਣੀ ਨਹੀਂ ਹੈ ਮਸਜਿਦ ਵੇਲਜ਼ ਵਾਲੀ, ਬੜਾ ਤੁਹਾਨੂੰ ਪਤਾ ਰੋਲਾ ਬਣਿਆ ਸੀ ਮਸਜਿਦ ਵੇਲਜ਼ ਵਾਲੀ। ਉਹਨਾਂ ਨੇ ਪਹਿਲੇ ਸਾਰਿਆਂ ਨੂੰ ਨਾ ਲੈਟਰ ਮਤਲਬ ਮੈਸੇਜ ਕੀਤੇ ਨੇ ਜਮਾਤ ਨੇ ਕਿ ਤੁਸੀਂ ਸਾਰੇ ਨਾ ਇਨਵਾਈਟਡ ਹੋ ਤੇ ਆਪਣੀ ਫੈਮਿਲੀ ਨਾਲ ਵੀ ਆ ਸਕਦੇ ਹੋ। ਅੱਛਾ 2 ਦਿਨਾਂ ਬਾਅਦ ਲੈਟਰ ਆਇਆ ਵੇ ਕਿ ਜੀ ਮਤਲਬ ਮੈਸੇਜ ਸਾਰਿਆਂ ਨੂੰ ਕਿ ਸਿਰਫ ਜਿਹੜੇ ਇਨਵਾਈਟਡ ਲੋਕ ਨੇ ਨਾ ਉਹਨਾਂ ਨੂੰ ਹੀ ਆਉਣ ਦੀ ਇਜਾਜ਼ਤ, ਹੋਰ ਕੋਈ ਬੰਦਾ ਲੈ ਕੇ ਨਹੀਂ ਆ ਸਕਦਾ, ਨਾ ਕੋਈ ਫੈਮਿਲੀ ਲੈ ਕੇ ਆਓ। ਉਹ ਫਿਰ ਮੁੰਡੇ ਜਿਨ੍ਹਾਂ ਨੇ ਦਿੱਤੇ ਦੇ ਥੋੜੇ ਪੈਸੇ, ਉਹਨਾਂ ਨੇ ਕਿਹਾ ਅਸੀਂ ਵੀ ਜਾਣਾ। ਉਹਨਾਂ ਨੇ ਕਿਹਾ ਜਿਹੜੇ 5000 ਪਾਉਂਡ ਤੋਂ ਜਿਹਨਾਂ ਨੇ ਘੱਟ ਦਿੱਤੇ ਦੇ ਨਾ ਉਹਨਾਂ ਨੇ ਨਹੀਂ ਵੜਨਾ, ਜਿਹਨਾਂ ਨੇ 5000 ਪਾਉਂਡ ਤੋਂ ਉੱਪਰ ਦਿੱਤਾ ਉਹ ਆਉਣਗੇ ਬਸ ਮਸਜਿਦ ਦੇ ਵਿੱਚ। ਮਸਜਿਦ ਦੇ ਵਿੱਚ ਜਿਹੜੀ ਇਨੋਗ੍ਰੇਸ਼ਨ ਵਾਸਤੇ, ਜਿਹੜਾ ਇਫਤਾਹ ਵਾਸਤੇ। ਹਾਂ ਇਫਤਾਹ ਵਾਸਤੇ ਹੀ ਜਾ ਤੇ ਮਸਜਿਦ 'ਚ ਹੀ ਰਹੇ ਸਨ ਨਾ। ਬਿਲਕੁਲ। ਤੇ ਆ ਲਾਂਤੀ ਕੋਈ ਸੱਚੇ ਹੋ ਸਕਦੇ ਨੇ ਫਿਰ। ਉਹ ਆਪਣਾ ਸਾਥੀ ਭਾਈ ਇੱਕ ਡਰਾਮਾ ਵੇਖ ਰਿਹਾ ਸੀ ਨਾ, ਉਸ ਤੇ ਉਹ ਕਾਲਾ शुक्ला जो ਹੁੰਦਾ तो मैं मतलब ਨੂੰ ਕਹਿੰਦਾ ਕਿ ਚੁੰਮੀ ਦੇਣ ਦੇ, ਉਹ ਕਹਿੰਦੀ ਜਾ ਪਰਾ ਮਾਰ। वो किसी को माफ कर सके, वो खुद जो शातमियत कर चुका है वो अपनी की बात करे ना कि दूसरों की शातमियत की माफ करने की वो जुर्रत कैसे कर सकता है? क्या ये स्टेटस किसी और के लिए भी है या सिर्फ ये जिसने ये काम किया उसके लिए? क्या ये वो सवात की उस बंदे के लिए भी था जिसके जिम्मे नाजायज कुरान के वो पेपर लगाए गए थे? क्या उस लड़के के लिए भी था जो यूनिवर्सिटी के लड़का था पेशावर का, उसके लिए भी ये था ये कि उसको माफी मिल सकती थी? क्या आज शगुफ्ता मसीह इस वक्त काल कोठरी के अंदर मौजूद है, क्या ये एक्सेस उसको भी मिल सकती है? या सिर्फ इन लोगों के लिए है? बहुत सारे नाम हैं जो कि मैंने छोड़े हैं। या सिर्फ इसके लिए है कि सुल्तान जंग को माफी मिल जाए, या और बहुत सारे लोग हैं उनको ये बैठ के माफी दे दे? ये होता कौन है, ये भी तो पूछें आप लोग जी। नहीं वो जरदश भाई आपने बात बीच में रोक दी। इसने उसी आदमी ने कल भी एक रोड पे आके, तो वो तो अपनी बातों पे खड़ा, ये तो अमन नजीर कहता जा रहा जी। कोई बंदा अपना अकीदा चेंज करेगा? अगर कोई जट साहब मुझे कहे कि आप मिर्जा साहब को ये ना माने और इस पे कोई दूसरा या तीसरा आके कहे कि ये नहीं मानता, तो ये हो सकता है? अकीदा को छोड़ सकता है? अली अकबर साहब बेहतर जानते हैं मेरे से अहले तशी के अकायद को। अकीदे छोड़ना या उस पे सिलेंडर करना ये आम बात नहीं है। अब तो चीमा साहब भी चले गए हैं, किसी और ने भी ऊपर से वो ड्रॉप हो गया है, तो बात सिर्फ इतनी है, उस पर आप बात करें। ਬਸ ਇਹੀ ਕਹਿ ਰਿਹਾ ਕਿ ਅਮਨ ਨਜ਼ੀਰ ਕੌਣ ਹੁੰਦਾ ਮਾਫ ਕਰਨ ਵਾਲਾ? ਅਮਨ ਨਜ਼ੀਰ ਦੀ ਤਕਲੀਫ ਹੈ ਇਹਨਾਂ ਸਾਰਿਆਂ ਨੂੰ। ਓਏ ਪਦੈਸ਼ੀ ਹੁਣ ਕੀ ਹੋ ਸਕਦੀ ਤਕਲੀਫ ਹੈ? ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਕਦੇ ਵੀ ਕਿਸੇ ਨੂੰ ਮਾਫ ਤੇ ਦਰਕਨਾਰ ਉਹਨੂੰ ਮੁਜਰਮ ਹੀ ਨਹੀਂ ਕਹਿੰਦਾ। ਅਗਰ ਕੋਈ ਬੰਦਾ ਆਪਣਾ ਇਸ ਤਰ੍ਹਾਂ ਦਾ ਗੁਨਾਹ ਕਰਦਾ ਹੈ ਔਰ ਉਹਦੇ ਤੇ ਉਹ ਪਸ਼ੇਮਾਨ ਹੋ ਜਾਏ ਔਰ ਕਵੇ ਕਿ ਹਾਂ ਮੈਨੂੰ ਇਹ ਲਫ਼ਜ਼ ਨਹੀਂ ਸੀ ਇਸਤੇਮਾਲ ਕਰਨਾ ਚਾਹੁੰਦਾ, ਮੁਸਲਮਾਨ ਹੋਵੇ, ਤੇ ਮੈਂ ਕਦੇ ਵੀ ਉਹਦੇ ਉੱਤੇ ਜ਼ਬਰਦਸਤੀ ਨਹੀਂ ਕਰਦਾ। ਮੈਂ ਤੇ
ਸਿਆਲ ਜੰਗ ਵਾਲੇ ਤੇ ਸਾਰਿਆਂ ਮੁਸਲਮਾਨਾਂ ਨੇ ਸਿਵਾਏ ਮੇਰੇ ਸਭ ਨੇ ਸਖਤੀ ਕੀਤੀ। ਮੈਂ ਇੱਕ ਲਫ਼ਜ਼ ਨਹੀਂ ਉਹਦੇ ਬਾਰੇ ਬੋਲਿਆ, ਕਿਉਂ? ਉਹਦੀ ਗੱਲ ਤਾਂ ਮੈਨੂੰ ਪਤਾ ਹੀ, ਉਹਦੇ ਮੂੰਹ 'ਚੋਂ ਲੱਗਿਆ, ਉਹਨੇ ਆ ਕੇ ਮੈਨੂੰ ਆਖਿਆ ਵੀ ਮੇਰੇ ਕੋਲ ਇਹ ਗਲਤੀ ਹੋ ਗਈ। ਤੇ ਜਿਹੜਾ ਬੰਦਾ ਆਲਰੇਡੀ ਕਹਿੰਦਾ ਪਿਆ ਮੇਰੇ ਕੋਲ ਗਲਤੀ ਹੋ ਗਈ, ਮੇਰੇ ਵਾਸਤੇ ਦੁਆ ਕਰੋ, ਅੱਲਾ ਮੈਨੂੰ ਮਾਫ ਕਰੇ, ਮੈਂ ਗਲਤ ਕਰ ਬੈਠਾ ਮੈਂ, ਤੇ ਮੈਂ ਉਹਨੂੰ ਮਾਫੀ ਕੀ ਦੇਣੀ? ਉਹਨੂੰ ਅੱਲਾ ਮਾਫੀ ਦੇਵੇ। ਉਹਦੇ ਵਾਸਤੇ ਮੈਂ ਵੀ ਐਸੇ ਬੰਦੇ ਵਾਸਤੇ ਦੁਆ ਕਰਾਂ। ਅਸਲ ਇਹਨਾਂ ਨੂੰ ਪ੍ਰੋਬਲਮ ਇਹ ਹੈ, ਇਹਨਾਂ ਵਿਚਾਰਿਆਂ ਨੂੰ ਨਾ ਸਾੜਾ ਇਸ ਗੱਲ ਦਾ ਹੈ ਕਿ ਜਿਹੜੀ ਇਹਨਾਂ ਨੂੰ ਵਾਕਿਅਤਨ ਮਿਰਚ ਲੱਗੀ ਹੈ ਨਾ, ਉਹਦੀ ਅਸਦ ਬਹਿਰੇਨ ਦੀ ਨਾਸਰ ਬੱਟ ਨੂੰ ਛਿੱਤਰ ਮਾਰ ਕੇ ਆਮਣ ਦੀ, ਔਰ ਫਿਰ ਜਿਹੜੀ ਰਹਿੰਦੀ ਕਸਰ ਸੀ ਨਾ ਉੱਤੇ, ਜਿਵੇਂ ਇਹਨਾਂ ਨੇ ਜ਼ਖਮ ਦੇ ਉੱਤੇ ਮਿਰਚਾਂ ਲਾ ਦਿੱਤੀਆਂ ਨੇ, ਉਹ ਫੋਟੋਆਂ ਵੀ ਬੰਦ ਕਰਾਤੀ। ਉਹਨੂੰ ਕਬਜ਼ ਹੀ ਹੋ ਗਈ ਵਿਚਾਰੇ ਨੂੰ। ਉਹ ਰੋਜ਼ ਫੋਟੋ ਟੰਗ ਕੇ ਮੇਰੀ ਬਹਿੰਦਾ ਸੀ। ਉਹਨੇ ਆਖਿਆ ਜੇ ਤੂੰ ਹੁਣ ਫੋਟੋ ਟੰਗੀ ਨਾ ਤੇ ਮੈਂ ਵੱਡੇ ਤੇਰੀ ਮਿਰਜ਼ੇ ਦੀ ਫੋਟੋ ਟੰਗਾ ਦੇਣੀ ਇੱਥੇ। ਤੂੰ ਮੇਰੇ ਉਸਤਾਦ ਦੀ ਫੋਟੋ ਟੰਗੀ, ਮੈਂ ਮਿਰਜ਼ੇ ਦੀ ਇੱਥੇ ਫੋਟੋ ਟੰਗ ਦੇਣੀ ਤੇਰੀ, ਐਸੀ ਦੀ ਤੈਸੀ। ਟੰਗ ਆ ਫੋਟੋ ਵਾਲਾ। ਹੁਣ ਉਹਦੇ ਨਾਲ ਉਹ ਬਿਲਕੁਲ ਹੀ ਮਰਨ ਵਾਲੇ ਹੋ ਗਏ ਨੇ। ਇਹ ਸਾਰੇ ਮਿਰਜ਼ਾਈ ਉਹਨੂੰ ਜਾ ਕੇ ਕਹਿੰਦੇ ਸੀ, ਉਹਦੀ ਬਰਾੜ ਤੇ 1122 ਤੋਂ ਲੈ ਕੇ ਨਾ, ਤੇ ਇਹ ਦੂਜੇ ਸਾਰੇ ਇਹ ਦੱਸਣ ਉਹਦਾ ਹੱਕ ਕੇ ਫੋਟੋ ਲਾਣਾ। ਆਮਰ ਦੀ ਫੋਟੋ ਕਦੇ ਖੰਜੀਰ ਤੇ ਲਾਂਦਾ, ਕਦੇ ਖੋਤੇ ਤੇ ਲਾਂਦਾ, ਕਦੇ ਖੁਸਰੇ ਤੇ ਲਾਂਦਾ, ਕਦੇ ਜਨਾਨੀ ਤੇ ਲਾਂਦਾ, ਕਦੇ ਜਣੇ ਤੇ ਲਾਂਦਾ। ਉਹਦਾ ਹੱਕ ਏ। ਹੁਣ ਇਹ ਸਾਰੇ ਨਹੀਂ ਆਂਦੇ ਉਹਦਾ ਹੱਕ ਏ। ਹੁਣ ਸਾਰੇ ਚੁੱਪ ਵੱਟ ਕੇ ਬਹਿ ਰਹੇ ਨੇ। ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਇੰਝ ਹੋਣ ਲੱਗਾ। ਇਹਨਾਂ ਆਪ ਜਾ ਕੇ ਉਹਨੂੰ ਆਖਿਆ ਨਾ ਲਾਈ, ਨਾ ਲਾਈ। ਕਹਿਣ ਦਾ ਮਕਸਦ ਹੈ ਕਿ ਇਹਨਾਂ ਨੂੰ ਤਕਲੀਫ ਇਹਨਾਂ ਦੋਵਾਂ ਗੱਲਾਂ ਦੀ ਬਹੁਤ ਜ਼ਿਆਦਾ ਹੈ। ਇਹਨਾਂ ਨੂੰ ਵਿਚਾਰਿਆਂ ਨੂੰ ਤੇ ਰਾਤ ਨੀਂਦਰ ਨਹੀਂ ਆਉਂਦੀ ਇਸ ਗੱਲ ਤੋਂ। ਬੱਟ ਤੇ ਮੇਰੇ ਹਾਲੇ ਬਰਾੜ ਹੀ ਲਾਣੀ ਛੱਡ ਗਿਆ। ਮੈਨੂੰ ਸ਼ੱਕ ਪੈਂਦਾ ਕਿ ਲਾਂਦਾ ਬਰਾੜ ਉਹ ਜਿਹੜਾ ਸਵੇਰੇ ਸਵੇਰੇ। ਅੱਗੇ ਤਾਂ ਸੁਬਾਹ ਮੈਂ ਉੱਠਦਾ ਸੀ ਤੇ ਨੋਟੀਫਿਕੇਸ਼ਨ ਆਇਆ ਹੁੰਦਾ ਸੀ ਤੇ ਬਰਾੜ ਵੇਖੀ ਦੀ, ਮੇਰੀ ਫੋਟੋ ਟੰਗੀ ਦੀ, ਗਾਲਾਂ ਕੱਢਦੇ ਸੀ। ਲਾਂਦਾ ਬਰਾੜ। ਬੱਟ ਨੇ ਕਦੇ ਲਾਈ ਅੱਜ ਕੱਲ੍ਹ 'ਚ ਬਰਾੜ ਕਿਸੇ ਵੇਖੀਏ? ਉਹ ਫਾਈਟਰ ਤੇ ਨਾਸਰ ਬੱਟ ਨਹੀਂ ਲੱਗਦੀ ਹੈ, ਰੋਜ਼ ਲੱਗਦੀ ਹੈ, ਰੋਜ਼ ਲੱਗਦੀ ਹੈ। ਅੱਛਾ ਬਹਰਹਾਲ ਫਿਰ ਮੈਂ ਨਹੀਂ ਦੇਖੀ 2-3 ਦਿਨ ਤੋਂ ਨਾ। ਤੇ ਫੋਟੋ ਸ਼ੋਟੋ ਨਹੀਂ ਲਾਉਂਦੇ। ਇੱਕ ਤੇ ਉਹਦਾ ਨਾਂ ਲੈ ਲੈ ਕੇ ਤੇ ਮਾਤਮ ਕਰਦੇ ਨੇ, ਪਿੱਟਦੇ ਨੇ। ਹਾਲਾਂਕਿ ਇਹ ਬਿਲਕੁਲ ਇਬਤਦਾਈ ਵੀਡੀਓ। ਜਦੋਂ ਉਹ ਨਵਾਂ ਇੱਥੇ ਆਇਆ ਨਾ ਤੇ ਉਹ ਇੰਨਾ ਹੁਸ਼ਿਆਰ ਨਹੀਂ ਸੀ ਤੇ ਉਹ ਲਗਾ ਗਿਆ ਇਹਨਾਂ ਦੀ ਬਰਾੜ ਤੇ ਉਹਨੇ ਜਾ ਕੇ ਆਖਿਆ ਮੈਂ ਸ਼ੀਆ ਵਾਂ ਤੇ ਕੱਟੜ ਸ਼ੀਆ ਵਾਂ। ਮੇਰੇ ਬਾਰੇ ਫੋਟੋ ਲਾਈ ਸੀ ਖਾਲਦ ਭਾਈ, ਸਮਝ ਨਹੀਂ ਆਈ। ਜੇ ਮੇਰੀ ਫੋਟੋ ਲਾਈ ਤੇ ਉਹਦੀ ਫੋਟੋ ਲੈ ਲਿਆ ਕਰੋ, ਸਕਰੀਨਸ਼ਾਟ ਲੈ ਲਿਆ ਕਰੋ ਨਾ। ਉਹਨਾਂ ਨੇ ਵਾਅਦਾ ਕੀਤਾ ਵੀ ਹੁਣ ਜਿਸ ਦਿਨ ਫੋਟੋ ਲਾਈ ਤੇ ਉੱਥੇ ਫੋਟੋ ਮਿਰਜ਼ੇ ਕਾਦੀਆਨੀ ਦੀ ਉਸੇ ਤਰ੍ਹਾਂ ਦੀ ਲੱਗੇ ਦੀ ਐਡਿਟ ਹੋ ਕੇ। ਉਹ ਨਾਂ ਸ਼ਾਨ ਲਿਖ ਕੇ ਗਾਲਾਂ ਗੋਲਾਂ ਕੱਢਣੀਆਂ ਤੇ ਗੈਸ ਖਾਰਜ ਕਰਨੀ ਕਰੀ ਜਾਣ। ਉਸ ਸਮੇਂ ਇਹ ਲਿਖਿਆ ਨਹੀਂ ਹੈ। ਹਾਂ ਤੇ ਉਹਨੂੰ ਪਤਾ ਨਹੀਂ ਸੀ ਤੇ ਉਹ ਚਲਾ ਗਿਆ ਤੇ ਇਹਨਾਂ ਨੇ ਉਹਦੇ ਮੂੰਹ ਚੋਂ ਇਹੋ ਜਿਹੇ ਕੋਈ ਲਫ਼ਜ਼ ਕਢਵਾ ਲਏ। ਤੇ ਉਹ ਜਦੋਂ ਮੈਨੂੰ ਮਿਲਿਆ ਤੇ ਮੈਂ ਉਹਨੂੰ ਆਖਿਆ ਵੀ ਇਹ ਬਹੁਤ ਸਖਤ ਗੱਲ ਹੈ ਔਰ ਬਹੁਤ ਗਲਤ ਗੱਲ ਹੈ। ਐਸੇ ਬੰਦੇ ਨਾਲ ਮੈਂ ਕਤਨ ਨਾ ਸਲਾਮ ਲੈਣਾ ਚਾਹੁੰਦਾ, ਨਾ ਤਲਕ ਰੱਖਣਾ ਚਾਹੁੰਦਾ, ਨਾ ਰਾਬਤਾ ਰੱਖਣਾ ਚਾਹੁੰਦਾ, ਜਿਹੜਾ ਉਹ ਮਹਾਤੁਲ ਮੋਮਿਨੀਨ ਦੇ ਬਾਰੇ, ਸਹਾਬਾ ਦੇ ਬਾਰੇ ਤੋਹੀਨ ਅਮੇਜ਼ ਲਫ਼ਜ਼ ਬੋਲੇ। ਉਹਨੇ ਨਹੀਂ ਹੋਣ ਲੱਗਾ। ਚਲੋ ਅੱਲਾਹ ਤਾਲਾ ਉਹਨਾਂ ਨੂੰ ਹੋਰ ਇਸਤਕਾਮਤ ਦੇਵੇ ਤੇ ਇਹਨਾਂ ਨੂੰ ਮਿਰਜ਼ਾਈਆਂ ਨੂੰ ਹੋਰ ਤਵੇ ਤੇ ਚਾੜ ਕੇ ਰੱਖੇ। ਇਹਨਾਂ ਦੀ ਖੁਰਾਕ ਰੋਜ਼ ਦੀ ਉਹ ਪੂਰੀ ਹੋਣੀ ਚਾਹੀਦੀ ਹੈ। ਇਹਨਾਂ ਬਦਬਖਤਾਂ ਨੂੰ ਜਦ ਤੱਕ ਇਹਨਾਂ ਦਾ ਪੂਰਾ ਉਹ ਕੋਟਾ ਨਹੀਂ ਨਾ ਇਹਨਾਂ ਨੂੰ ਮਿਲਦਾ, ਇਹਨਾਂ ਨੂੰ ਰਾਤ ਨੀਂਦਰ ਨਹੀਂ ਆਉਂਦੀ ਹੈ। ਜੋ ਛਤਰੋਲ ਇਹਨਾਂ ਦੀ ਹੁੰਦੀ ਹੈ ਸੁਬਾਹ 7 ਵਜੇ ਤੋਂ ਲੈ ਕੇ ਉਹ ਤੈਨੂੰ ਭਾਈ ਪੁੱਤਰ ਪਤਾ ਹੀ ਨਹੀਂ ਹੈ ਮੇਨ ਸਟ੍ਰੀਮ ਸ਼ੀਆ ਦਾ ਅਕੀਦਾ। ਮੇਨ ਸਟ੍ਰੀਮ ਸ਼ੀਆ ਦਾ ਅਕੀਦਾ, ਮੇਨ ਸਟ੍ਰੀਮ ਸ਼ੀਆ ਨੇ ਜਿਹੜੇ ਉਹ ਸਨਾਸ਼ਰੀ ਨੇ, ਸਭ ਤੋਂ ਵੱਡਾ ਗਰੁੱਪ ਉਹਨਾਂ ਦਾ ਇਹ ਹੀ ਹੈ। ਇਹਦੇ ਅੰਦਰ ਵੀ ਕਈ ਉਹ ਜਿਹੜਾ ਜਿਨ੍ਹਾਂ ਦਾ ਉੱਥੇ ਯੂਨੀਵਰਸਿਟੀ ਲਾਹੌਰ, ਉਹ ਇਹਨੂੰ ਸਨਾਸ਼ਰੀ ਨੂੰ ਇਹ ਜਿਹੜਾ ਇੱਥੇ ਬੈਠੇ ਹੈ YouTube ਤੇ, ਇਹਨੂੰ ਮੁਸਲਮਾਨ ਹੀ ਨਹੀਂ ਮੰਨਦਾ, ਇਹਨੂੰ ਕਾਫਰ ਮੰਨਦਾ। ਉਹ ਕੀ ਨਾ ਉਹਨਾਂ ਦਾ ਨਕਵੀ ਸਾਹਿਬ, ਜਵਾਦ ਨਕਵੀ, ਉਹ ਇਹਨੂੰ ਅੱਲਾ ਯਾਰੀ ਨੂੰ ਕਾਫਰ ਮੰਨਦਾ। ਮੇਨ ਸਟ੍ਰੀਮ ਹੈ ਜੇ ਮੇਨ ਸਟ੍ਰੀਮ ਜਿੰਨੇ ਵੱਡੇ ਹੁੰਦੇ ਨੇ ਉਹਨਾਂ ਦੇ ਅੰਦਰ ਉਨੇ ਇਖਤਲਾਫਾਤ ਹੁੰਦੇ ਨੇ। ਬਹਰਹਾਲ ਮੈਂ ਪਿਆ ਕਹਿਣਾ ਕਿ ਇਹਨਾਂ ਨੂੰ ਮਿਰਜ਼ਾਈਆਂ ਨੂੰ ਹਰ ਰੋਜ਼ ਖੁਰਾਕ ਜਿੰਨੀ ਇਹਨਾਂ ਦੀ, ਮੈਂ ਕਹਿੰਦਾ ਕਿੰਨਾ ਇਹਨਾਂ ਦਾ ਯਾਰ ਪਿੱਟ ਹੈ। ਸਵੇਰੇ 7 ਵਜੇ ਛਿੱਤਰ ਖਾਣ ਸ਼ੁਰੂ ਹੁੰਦੇ ਨੇ, ਰਾਤ 10 ਵਜੇ ਤੱਕ ਛਿੱਤਰ ਖਾਂਦੇ ਨੇ। ਜਿੱਥੇ ਜਾਂਦੇ ਨੇ ਉੱਥੇ ਛਿੱਤਰ ਖਾ ਕੇ ਜਾਂਦੇ ਨੇ। ਜ਼ਿਆ ਭਾਈ ਤੁਹਾਨੂੰ ਲਤੀਫੇ ਦੀ ਗੱਲ ਸੁਣਾ,
ਰਾਤੀ ਇਹਨਾਂ ਨੇ ਮੇਰੇ ਤੇ ਇੱਕ ਉੱਥੇ ਹੁਸੈਨੀ ਸਾਹਿਬ ਦੀ ਬਰਾੜ ਤੇ ਇਲਜ਼ਾਮ ਲਾਇਆ ਝੂਠਾ। ਹੁਸੈਨੀ ਸਾਹਿਬ ਨੇ ਆਖਿਆ ਵੀ ਮੈਂ ਕਦੇ ਨਹੀਂ ਆਖਿਆ ਜ਼ਿੰਦਗੀ 'ਚ, ਮੈਂ ਵੀ ਪਹਿਲੀ ਵਾਰੀ ਤੁਹਾਨੂੰ ਚੈਲੰਜ ਦੇਣਾ ਕਿ ਜਿਹੜਾ ਤੁਸੀਂ ਇਲਜ਼ਾਮ ਪੇ ਲਾਉਂਦੇ ਹੋ ਨਾ ਅਮਰ ਤੇ, ਜੇ ਤੁਸੀਂ ਇਹਨੂੰ ਸਾਬਤ ਕਰ ਦਿਓ ਮੈਂ $1000 ਮੈਂ ਤੁਹਾਨੂੰ ਨਾਮ ਦਿਆਂਗਾ। ਹਾਲਾਂਕਿ ਉਹਨਾਂ ਹਾਰ ਦਾ ਠੰਡਾ ਬੰਦਾ, ਹੁਸੈਨੀ ਸਾਹਿਬ ਹਾਰ ਦਾ ਬੰਦਾ, ਇਸ ਗੱਲ ਤੇ ਇਹਨਾਂ ਨੂੰ $1000 ਦਾ ਇਨਾਮ ਦਾ ਵਾਅਦਾ ਕਰੇ ਤੇ ਕਿੰਨੀ ਕਿ ਇਹਨਾਂ ਦੀ ਜ਼ਿੱਲਤ ਹੈ ਇਹਨਾਂ ਦੇ ਨਸੀਬਾਂ 'ਚ ਲਿਖੀ। ਕਿਹੜੀ ਬਰਾੜ ਹੈ ਜਿੱਥੋਂ ਇਹ ਛਿੱਤਰ ਖਾ ਕੇ ਨਹੀਂ ਟਲੇ। ਉਹਨਾਂ ਆਖਿਆ ਤੁਸੀਂ ਝੂਠਾ ਇਲਜ਼ਾਮ ਲਾਉਣ ਲੱਗੇ ਹੋ ਤੇ ਜੇ ਤੁਸੀਂ ਇਹਨੂੰ ਸਾਬਤ ਕਰ ਦਿਓ ਤੇ ਮੈਂ ਪਹਿਲੀ ਵਾਰੀ ਹੁਣ ਲਗਾ ਮੈਂ ਐਲਾਨ ਕਰਨ, ਕਦੇ ਨਹੀਂ ਮੈਂ ਕੀਤਾ, $1000 ਤੁਹਾਨੂੰ ਮੈਂ ਦਿਆਂਗਾ। ਅੰਦਾਜ਼ਾ ਕਰ ਲਓ ਤੁਸੀਂ ਹੁਣ। ਉੱਥੇ ਬੁਲੀਆਂ ਬਣਾ ਕੇ ਟਰੁੱਥ ਸੀਕਰ ਵੀ ਤੇ ਉਹ ਅਠਵਾਲ ਵੀ ਬਹਿ ਰਿਹਾ। लो जी, मिर्जाई कहना है सैनी साहब की बराड़ पर कोई जाता नहीं था, वो मेले के शौकीन है इसलिए आपकी चापलूसी करते हैं। वो मेरी चापलूसी नहीं करते, जिस अंदाज से वो मेरे साथ बात आज करते हैं अल्लाह गवाह है, इसी अंदाज से वो व्हाट्सएप पे भी करते थे। वह ऑडियो में नहीं करते थे लेकिन वहाँ भी मेरी वो ऐसे इज्जत करते थे। ये बंदे सारे गवाह हैं। पहले दिन से वो इसी तरह मेरी इज्जत के साथ मेरे साथ, मैं भी उनकी इज्जत करता हूँ। वो मैं उनको बल्कि अपने से बेहतर समझता हूँ। उनका अंदाज जो है वो ज़्यादा तहम्मुल पर मुश्तमिल है। हम तो जज्बाती हो जाते हैं। हमें तो अभी ये नजब भाई ने कहा आवे ज़रा उत्थे तसी हला करती उत्थे मरजाइया ना, हम तो जज्बाती बंदे हैं, वो तो बड़े ठंडे आदमी हैं और उनसे सीखना चाहिए अंदाज बात करने का कि ऐसे ठंडे अंदाज से बात करें तो किसको असर होता है। तो मेरी उन्होंने चापलूसी क्यों करनी है? आपको वो जूते फेरते हैं कि आप क्यों दुनिया में जलील होने के लिए घूम रहे हैं। इस बराड़ से चित्तर खाए, उस बराड़ से चित्तर खाए, फिर उनकी बराड़ से जाके चित्तर खाए, क्या फायदा आपकी जिंदगी का? ये जिंदगी है कि शर्मिंदगी है मिर्जाइयो तुम्हारी? लानत भेजो इस जिंदगी पे, इस्लाम में आ जाओ, छोड़ दो इसको। ये निरी जलालत और खजालत है। धक्के खाते हो सारा दिन बराडों पे, जिधर भी जाते हो आगे से जूते पड़ते हैं, हर बात में झूठे पड़ते हो। जी जोसेफ भाई आयो करो गल। क्या हाल है? मैं इंशाल्लाह जाऊंगा तो ਹੁਣ ਮੈਂ ਜਦੋਂ ਮੈਨੂੰ ਯਾਦ ਨਹੀਂ ਰਿਹਾ, ਪਰਸੋਂ ਮੈਂ ਗਿਆ ਸੀ ਤੇ ਪਤਾ ਨਹੀਂ ਗੱਲ ਨਹੀਂ ਹੋ ਸਕੀ। ਮੈਨੂੰ ਤੁਸੀਂ ਮੈਸੇਜ WhatsApp ਤੇ ਕਰ ਦਿਓ ਤੇ ਬਿਹਤਰ ਰਹੇਗਾ ਨਾ, ਮੈਨੂੰ ਯਾਦ ਨਹੀਂ ਰਹਿਣੀ ਆਈਡੀ ਕਿਸ ਆਈਡੀ ਉਹਨਾਂ ਨੇ ਬੁਲਾ ਕੇ। ਜੀ जोसेफ साहब क्या हाल है? ठीक हो जी? ਅੱਲਾ ਦਾ ਕਰਮ ਸ਼ੁਕਰ, ਤੁਸੀਂ ਸੁਣਾਓ। की हवाला की लाया है तुसा? ਉਹ ਇੰਜ ਹੀ ਨਾ, ਇਹ ਹਵਾਲਾ ਤਾਂ ਮਹੀਨਾ ਪਹਿਲੇ ਇੱਥੇ ਲਾਇਆ ਸੀ। ਉਹ ਅਦਨਾਨ ਮਤਲੂਬ ਨਾਲ ਗੱਲ ਕਰਦੇ ਆ ਨਾ, ਮੈਂ ਕਿਹਾ ਝੂਠ ਬੋਲਿਆ ਤੁਹਾਡੇ ਮਿਰਜ਼ਾ ਜੀ ਨੇ। ਕਹਿੰਦਾ ਜੀ ਜੇ ਨਾ ਝੂਠ ਬੋਲਿਆ ਆ, ਮੈਂ ਕਿਹਾ ਜੇ ਸੱਚ ਹੋਇਆ ਤੇ ਮੇਰਾ ਮੂੰਹ ਕਾਲਾ किया जाए, मेरे गले में रस्सा डाला जाए। नहीं नहीं इंज नहीं है, मुझको स्याह किया जावे, मेरे गले में रस्सा डाला जावे, मुझे गलियों में घसीटा जावे, मुझे तमाम लानतियों और बदकारों और शैतानों से ज्यादा लानती करार दिया जावे। हाँ इंज रगड़ के थोड़ा ना चबा के पढ़िया करो फिर मजा। मैं उस दिन इंज मैं आख्या उस दिन अदनान मतलूब ਨੂੰ, ਉਹ ਕਹਿੰਦਾ ਨਹੀਂ ਤੂੰ ਤਫਸੀਰਾਂ ਸਾਰੀਆਂ ਪੜ੍ਹੀਆਂ ਨੇ। ਮਿਰਜ਼ਾ ਕਦੇ ਨਹੀਂ ਤਫਸੀਰਾਂ ਦਾ ਨਾਮ ਲੈ ਕੇ ਝੂਠ ਬੋਲਿਆ ਕਿ ਤਫਸੀਰਾਂ 'ਚ ਲਿਖਿਆ ਹੈ ਕਿ ਕੁਰਾਨ ਦੀ ਆਇਤ ਹੋਈ ਨਾਜ਼ਲ ਤੇ ਨਬੀ ਪਾਕ ਨੇ ਫਰਮਾਇਆ ਮੈਨੂੰ ਨਹੀਂ ਪਤਾ ਇਹਦਾ ਕੀ ਮਤਲਬ ਹੈ, ਕਿਉਂ ਨਾਜ਼ਲ, ਕਿਹੜੇ ਮੌਕੇ ਵਾਤੇ ਹੋਈ। ਝੂਠ ਮੈਂ ਇੱਕ ਵੀਡੀਓ ਵੇਖੀ ਸੀ ਤੁਹਾਡੀ, ਕਿਸੇ ਮੁੰਡੇ ਦੀ, ਪਈ ਤੁਸੀਂ ਵੀਡੀਓ ਚਲਾਉਂਦੇ ਸੋ ਤਲਤ ਮਰਜ਼ਈ ਦੀ ਬਰਾੜ ਤੇ ਉਹ ਮੁਸਲਮਾਨ ਮੁੰਡਾ ਗਿਆ ਸੀ ਤੇ ਉਹਨੇ ਕਿਹਾ ਕਿ ਜੀ ਪੈਗੰਬਰੇ ਇਸਲਾਮ ਜਿਹੜੇ ਨੇ ਕਿਹਾ ਉਹ ਕੋਈ ਗਲਤੀ ਕਰ ਸਕਦੇ ਨੇ, ਕੋਈ ਉਹਦੇ ਚ ਇਲਹਾਮ ਦੇ ਵਿੱਚ ਕੋਈ ਤਫਸੀਰ ਗਲਤ ਕਰ ਸਕਦੇ ਨੇ। ਤੇ ਅੱਗੋਂ ਮੁਰੱਬੀ ਨੇ ਵਾਵਾ ਲੰਬੀ ਚੌੜੀ ਤਮਹੀਦ ਬੰਨੀ ਪਹਿਲਾਂ ਤੇ ਵਾਵਾ ਉਹਨੂੰ ਆਹੋ ਸੁਣਾਈਆਂ ਕੋ 2-4 ਖਰੀਆਂ ਫਿਰ ਜਦੋਂ ਉਹਨੇ ਮਿਰਜ਼ੇ ਦਾ ਹਵਾਲਾ ਪੇਸ਼ ਕੀਤਾ ਫਿਰ ਉਹ ਹਮਜ਼ਾ ਮਲਕ ਉਹਦਾ ਨਾਮ। ਅੱਛਾ ਹਮਜ਼ਾ ਨਾ, ਆਹੋ ਨਹੀਂ ਹਾਂ ਹਮਜ਼ਾ ਨਾ ਤੁਸੀਂ ਦੱਸਿਆ ਵੀਡੀਓ 'ਚ। ਅੱਛਾ ਮੈਂ ਕਹਿ ਰਿਹਾ ਕਿ ਇਹ ਯਾਨੀ ਕਿ ਮਿਰਜ਼ੇ ਨੇ ਇਹ ਮੰਨਿਆ ਹੈ ਕਿ ਪੈਗੰਬਰ ਇਸਲਾਮ ਜਿਹੜੇ ਸਨ ਉਹ ਤਫਸੀਰ ਦੇ ਵਿੱਚ ਉਹ ਗਲਤੀ ਵਗੈਰਾ ਹੋ ਜਾਂਦੀ ਸੀ ਉਹਨਾਂ ਦੇ ਕੋਲੋਂ ਨਾ। ਝੂਠ ਬੋਲਦਾ ਰਿਹਾ ਨਾ, ਇਹ ਤੇ ਝੂਠ ਤੇ ਬੋਲਦਾ ਰਿਹਾ, ਬੋਲਿਆ ਤੇ ਐ ਸੁਣਾ ਭਾਵੇਂ ਝੂਠ ਹੀ ਬੋਲਿਆ ਸੂ। ਜੀ ਹਾਂ ਤੇ ਮੈਂ ਉਹੀ ਕਹਿ ਰਿਹਾ ਇਹ ਹੁਣ ਇਹ ਮਨਵਾਨ ਨਿਕਲਣਗੇ ਪੈਗੰਬਰ ਇਸਲਾਮ ਨੂੰ। ਹੈ ਜੀ ਇਹਨਾਂ ਨੇ ਸਾਡੀ ਕੌਮ ਦੇ ਸਾਹਮਣੇ ਆਏ ਤੇ ਸਾਡੀ ਕੌਮ ਤੇ ਮਸਾਇਆ ਨੂੰ ਮਾਸੂਮੁਲ ਖਤਾ ਮੰਨਦੀ ਕਿ ਮਸਾਇਆ ਦੇ ਕੋਲ ਤੇ ਕਦੀ ਖਤਾ ਹੀ ਕੋਈ ਨਹੀਂ ਸੀ ਹੋਈ।
ਹੈ। ਤੇ ਜੇ ਇਹ ਲੈ ਕੇ ਨਿਕਲਣ ਪੈਗੰਬਰੇ ਇਸਲਾਮ ਨੂੰ ਤੇ ਨਾਲ ਦੱਸਣ ਹੈ ਇਹ ਮਿਰਜ਼ੇ ਦੇ ਹਵਾਲੇ ਪੜ੍ਹ ਪੜ੍ਹ ਕਿ ਬਈ ਉਹਨਾਂ ਦੇ ਕੋਲੋਂ ਤਫਸੀਰ ਦੇ ਵਿੱਚ ਗਲਤੀ ਹੋ ਜਾਂਦੀ ਸੀ, ਤੇ ਫਿਰ ਕੋ ਲੋਕ ਮੰਨਣਗੇ ਹੈ। ਇਹ ਆਂਦੇ ਨੇ ਜੀ ਅਸੀਂ ਪੂਰੀ ਦੁਨੀਆ ਦੇ ਉੱਤੇ ਇਸਲਾਮ ਫੈਲਾਣਾ ਹੈ। ਦੂਰ ਫਿਰਦੇ ਮੂੰਹ ਇਹਨਾਂ ਦਾ। ਨਹੀਂ, ਇਹ ਸਾਰਿਆਂ ਦਾ, ਇਹ ਈਸਾ ਅਲੈਹਿਸਲਾਮ ਦਾ ਤੇ ਜ਼ਿਆਦਾ ਨਾਮ ਬਦਨਾਮ ਕਰਦੇ ਨੇ। ਤੇ ਐਸੇ ਲਾਂਤੀ ਨੇ ਉੱਥੇ ਤੇ ਕਹਿੰਦੇ ਨੇ ਨਾ ਕਿ ਅਸੀਂ ਮੰਨਦੇ ਕੋ ਨਹੀਂ ਨਾ ਬਾਈਬਲ ਦੇ ਕੋਈ ਕਿ ਯਸੂ ਕੋ ਤਾਂ ਮੰਨਦੇ ਨਹੀਂ ਨਾ, ਉਹ ਤੇ ਸਾਫ਼ ਕਹਿੰਦੇ। ਤੁਸੀਂ ਵੀ ਨਹੀਂ ਇਹਨਾਂ ਦੀ ਬਕਵਾਸ ਮੰਨਦੇ, ਤੇ ਅਸੀਂ ਕਦੋਂ ਮੰਨੇ? ਅਸੀਂ ਵੀ ਕਹਿੰਦੇ ਝੂਠ ਬੋਲਦਾ ਪਿਆ। ਲੇਕਿਨ ਈਸਾ ਅਲੈਹਿਸਲਾਮ ਦੇ ਬਾਰੇ ਨੇ ਜ਼ਿਆਦਾ ਅਰਜ਼ਾ ਸਰਾਈ ਕੀਤੀ। ਕਹਿੰਦਾ ਉਹ ਪੇਸ਼ਗੋਈਆਂ ਬਾਈਬਲ 'ਚ ਲਿਖੀਆਂ ਨੇ ਕਰਦੇ ਸੀ, ਤੇ ਬਸ ਉਹ ਪੇਸ਼ਗੋਈਆਂ ਇੰਝ ਹੀ ਹੁੰਦੀਆਂ ਹਨ, ਤੂਫਾਨ ਆਏਂਗੇ, ਜ਼ਲਜ਼ਲੇ ਆਏਂਗੇ, ਸਲਾਬ ਆਏਂਗੇ, ਪੇਸ਼ਗੋਈਆਂ ਨੇ। ਹਾਂ, ਉਹਦਾ ਉਹਦੇ ਹਰ ਕੋਈ ਬੰਦਾ ਕਰ ਸਕਦਾ ਹੈ ਕਿ ਤੂਫਾਨ ਕੋਈ ਨਵੀਂ ਸ਼ੈ ਵੇ ਤੇ ਆਉਂਦੇ ਰਹਿੰਦੇ ਨੇ, ਲੜਾਈਆਂ ਹੁੰਦੀਆਂ ਰਹਿੰਦੀਆਂ ਨੇ, ਇਹ ਕੋਈ ਨਵੀਂ ਸ਼ੈ ਵੇ। बल्कि 3 पेशगोइयों के बारे में है ज़ाला आमचे ने लिखा है कि हाय किसके आगे जाकर फरियाद करें। ईसा अलैहिस्सलाम की 3 पेशगोइयां तो साफ झूठी निकली, खुदा माफ करे। तौबा, इन्हें किसी ने भी नहीं माफ किया भाई जी, इन्हें किसी ने भी नहीं बख्शा। यार आमिर भाई वेखो मसला है वे कि हुज्जत ते ये कहंदे ना कि साडे वास्ते पैगंबर इस्लाम ने ना, मसाया ते नहीं ने। ਉੱਥੇ ਤੇ ਚਲੋ ਇਹ ਬਕਵਾਸ ਕਰਦੇ ਨੇ, ਬਾਈਬਲ ਦਾ ਸਹਾਰਾ ਕੋ ਲੈਂਦੇ ਨੇ ਕਿ ਜਨਾਬ ਉਹ ਬਾਈਬਲ ਦੇ ਵਿੱਚੋਂ ਪੁੱਠੀਆਂ ਸਿੱਧੀਆਂ ਤਫਸੀਰਾਂ ਕਰਦੇ ਫਿਰਦੇ ਨੇ, ਉੱਥੋਂ ਤੇ ਬੜੇ ਰਾਹ ਕੱਢ ਲੈਂਦੇ ਨੇ ਨਾ। ਇੱਥੇ ਤੇ ਇਹਨਾਂ ਦੇ ਕੋਲ ਰਾਹ ਵੀ ਕੋਈ ਨਹੀਂ। ਨਾਲ ਮਿਰਜ਼ਾ ਆਂਦਾ ਕਿ ਮੈਂ ਉਹਨਾਂ ਦੀ ਇਤਾਅਤ ਦੇ ਵਿੱਚ ਨਬੀ ਬਣਿਆ ਵਾਂ, ਨਾਲ ਇਹ ਕਹਿੰਦਾ ਕਿ ਉਹ ਪੇਸ਼ਵਾ ਹਮਾਰਾ ਜਿਸਸੇ ਹੈ ਨੂਰ ਸਾਰਾ, ਨਾਮ ਉਸਕਾ ਹੈ ਮੁਹੰਮਦ ਦਿਲਬਰ ਮੇਰਾ ਯਹੀ ਹੈ ਹਾਂਜੀ। ਤੇ ਨਾਲ ਫਿਰ ਉਹਨਾਂ ਦੀਆਂ ਬੁਰਾਈਆਂ ਵੀ। ਇਹ ਨਾ ਮਨਮਾਨਾ ਜੀ ਇਸਲਾਮ ਲੋਕਾਂ ਨੂੰ। ਇਹ ਹਰਕਤਾਂ ਤਾਂ ਕਰਦੇ ਨੇ ਵੀ ਅਸਲ ਵਿੱਚ ਉਹਨਾਂ ਨੇ ਆਪਣਾ ਵੀ ਉੱਲੂ ਸਿੱਧਾ ਕਰਨਾ ਹੁੰਦਾ, ਉਹਨਾਂ ਨੇ ਆਪਣਾ ਆਪ ਵੀ ਮਨਾਉਣਾ ਹੁੰਦਾ ਨਾ। ਵੀ ਮਿਰਜ਼ੇ ਨੂੰ ਵੀ ਇਲਹਾਮ ਹੁੰਦੇ ਸਨ ਤੇ ਉਹ ਅੱਗੋਂ ਸਮਝ ਨਹੀਂ ਸੀ ਆਉਂਦੇ ਤੇ ਝੂਠੀਆਂ ਨਿਕਲਦੀਆਂ ਸਨ ਗੱਲਾਂ। ਉਹ ਤਾਂ ਮੈਂ ਤੇ ਨਬੀਆਂ ਇਹੋ ਜਿਹੀਆਂ ਗੱਲਾਂ ਮਨਸੂਬ ਕਰਦਾ। ਆਹੋ ਮੁੰਡੇ ਛੁੰਡੇ ਵੀ ਰੱਖੇ ਸਨ ਨਾ ਮਿਰਜ਼ੇ ਨੇ ਤੇ ਹਿੰਦੂ, ਉਹ ਜਿਨ੍ਹਾਂ ਕੋਲ ਅੰਗਰੇਜ਼ੀ ਦੇ ਇਲਹਾਮ ਲੂਮ ਸਮਝਦਾ ਹੁੰਦਾ ਸੀ। ਕਰੋ ਤੁਸੀਂ ਗੱਲ, ਮੈਂ ਸੁਣਾਉਣੀ। ਇਹਨਾਂ ਦੀ ਇਹ ਮਜਬੂਰੀ ਹੈ ਸਰ, ਇਹਨਾਂ ਦੀ ਇਹ ਜ਼ਰੂਰਤ ਹੈ। ਲੇਕਿਨ ਮਸਲਾ ਇਹ ਹੈ ਕਿ ਇੱਥੇ ਹੁਣ ਸਿੱਧੂ ਸਿਆਲਕੋਟੀ ਬੈਠੇ ਹੈ, ਤਾਹਿਰ ਟੋਨੀ ਬੈਠੇ ਹੈ, ਨਾਸਰ ਰਾਜਪੂਤ ਬੈਠੇ ਹੈ, ਕਿੰਨੇ ਮਿਰਜ਼ਾਈ ਬੈਠੇ ਨੇ। ਕਿਸੇ ਮਿਰਜ਼ਾਈ ਦੀ ਉਹਨੂੰ ਤਰਸ ਨਹੀਂ ਪਿਆ ਆਉਂਦਾ ਕਿ ਸਾਡੇ ਮਿਰਜ਼ਾ ਸਾਹਿਬ ਸਾਹਮਣੇ ਟੰਗੇ ਨੇ ਤੇ ਉਹਨਾਂ ਨੂੰ ਥੱਲੇ ਲਾਈਏ ਤੇ ਆਮਰ ਦਾ ਮੂੰਹ ਬੰਦ ਕਰੀਏ, ਆਖੀਏ ਝੂਠ ਨਹੀਂ ਹੈ, ਸੱਚ ਹੈ, ਇਹ ਫਲਾਣੀ ਤਫਸੀਰ 'ਚ ਲਿਖਿਆ, ਇਹ ਫਲਾਣੀ ਤਫਸੀਰ 'ਚ ਲਿਖਿਆ। ਲੇਕਿਨ ਇਹਨਾਂ ਕੋਲੋਂ ਨਹੀਂ ਲੈਂਦਾ। ਉਹ ਟੰਗਿਆ ਤੇ ਉਹਨੇ ਟੰਗਿਆ ਹੀ ਰਹਿਣਾ। ਸੀਟ ਖਾਲੀ ਕਰ ਲਾਂਗੇ, ਜੋ ਹੀ ਕੋਈ ਬੰਦਾ ਆਵੇਗਾ ਸੀਟ ਕਰ ਲਾਂਗੇ, ਸੀਟ ਦਾ ਮਸਲਾ ਕੋਈ ਨਹੀਂ। ਲੇਕਿਨ ਇਹਨਾਂ ਨੂੰ ਅਗਰ ਖੁਦਾ ਦਾ ਖੌਫ ਹੋਵੇ ਤੇ ਇਹ ਅੱਜ ਰਾਤ ਸੌਣ ਨਾ, ਜਿਵੇਂ ਮਿਰਜ਼ਾ ਕਾਦੀਆਨੀ ਨੇ ਕਿਹਾ ਨਾ ਸੂਫੀ ਅਬਦੁੱਲਾ ਗਜ਼ਨਵੀ ਨੂੰ, तुझ पर खाना हराम है, तुझ पर पीना हराम है, जब तक तू मुझे ये इल्हाम ना मेरा ला के पेश करे जिसमें मैंने उस लड़के को मुस्लिम करार दिया इल्हामन। तो गल है अज मरइया ते खाना हराम है, पीना हराम है, जब तक किसी मौत पर तफसील फैलो। और ना करो रिकॉर्डिंग करन लगे होने ने तो उन्हें जाके सैनी साहब की बरात तो मेरिया शिकायत लानिया ने, उन्हें कहना है देखो उत्ते यह करदा सी। है जी इन्हां दी इज्जत, है इज्जत दे लायक जे। आ देखो ओए ए स्क्रीन वड्डी करो, नजर कुछ नहीं आ रहा मैनू हाले सही तरह ना, किसी को भी होरे को नजर नहीं आ रहा। नहीं नहीं ओ भाई यार दी, ओ भाई दी स्क्रीन वड्डी करो। ਇਹ ਪੱਗੜ ਵਾਲੇ ਬਾਬਾ ਜੀ ਕੌਣ ਨੇ? ਇਹ ਜਿਨ੍ਹਾਂ ਨੂੰ ਜੁੱਤੀਆਂ ਪਈਆਂ ਪੈਂਦੀਆਂ ਨੇ। ਓਏ ਹੋਏ ਸਾਰੀ ਵਾਰੀ ਮਾਨ ਕੇ ਜ਼ੁਲਮ ਹੈ ਯਾਰ। ਨਾ ਕਰੋ ਨਾ ਮਾਰੋ ਨੇ, ਉਹ ਬਸ ਕਰੋ ਨਾ ਮਾਰੋ ਨੇ। ਵੈਸੇ ਕਿੰਨਾ ਵੇਲਾ ਬੰਦਾ, ਉਹਨੇ ਪੋਸਟਰ ਕਢਾ ਕੇ ਰੱਖੇ ਨੇ। मिर्जा साहब का इत्थे ऐलान याद आ रहा वा, इस कुत्ते का आखिरी दम है। अच्छा ਉਹ ਵੀ ਤਸਵੀਰ ਹੈ ਜਿੱਥੇ ਜੁੱਤੀਆਂ ਪਈਆਂ ਪੈਂਦੀਆਂ ਨੇ, ਅਮਰੀਕਾ ਇੱਕ ਜਨਾਨੀ ਨੂੰ ਵਹਾਈ ਸੀ ਤੇ ਉਹ ਸੀ ਯਸੂਮ ਸੀ ਦੀ ਤਸਵੀਰ ਹੈ। ਤੋਬਾ खुदा माफ करे, खुदा माफ करे। ਤੋਬਾ मार के अगले ने तस्वीर ही पाड़ छड़ी। ਜਨੇਦ ਬਾਜੀ ਮੈਂ ਤਾਂ ਮਨਾ ਕਰਨ ਲੱਗੇ ਆ ਯਾਰ,
ਅੱਛਾ ਮੱਥੇ ਮੇਰੇ ਲਾਈ ਜਾਂਦੇ, ਜਿਹੜਾ ਵੀ ਗੁਨਾਹ ਦੁਨੀਆ ਦਾ ਹੁੰਦਾ ਨਾ ਮੇਰੇ ਮੱਥੇ ਲਾਈ ਜਾਂਦੇ ਨੇ। ਤੇ ਹੈ ਕੋਈ ਪੱਕਾ ਅਹਿਮਦੀ ਹੈ, ਕਿਉਂਕਿ ਹੋਰ ਮੁਸਲਮਾਨ ਕਿਸੇ ਦੇ ਘਰ ਹੈ, ਸਾਰੀਆਂ ਤਸਵੀਰਾਂ ਹੋ ਨਹੀਂ ਸਕਦੀਆਂ। ਹਾਂ ਅਹਿਮਦੀ ਆ, ਕੋਈ ਤੇ ਗੁੱਸੇ ਵਿੱਚ ਆ ਕੇ ਨਾ ਉਹਨੇ ਆਖਿਆ ਇਹਨਾਂ ਨੂੰ ਪੈਸੇ ਦਿੰਦਾ ਰਿਹਾ, ਇਹਨਾਂ ਨੂੰ ਲਿੱਤਰ ਫੇਰਾ। ਉਹ ਤੁਸੀਂ ਉਹਦੀ ਸਾਰੀ ਪ੍ਰਿੰਟਿੰਗ ਹੀ ਮੁਕਾਤੀ ਏ, ਉਹ ਇੰਕ ਹੀ ਸਾਰੀ ਮੁੱਕ ਗਈ ਜੋ ਉਹਦੀ, ਇੰਨੀਆਂ ਜੁੱਤੀਆਂ ਮਾਰੀਆਂ ਉਹਦੀ ਇੰਕ ਹੀ ਮੁੱਕ ਗਈ ਵਿਚਾਰੇ। ਅੱਛਾ ਆਮਿਰ ਭਾਈ, ਇਹ ਕੋਈ ਸ਼ੀਆ ਬੰਦਾ ਬੈਠਾ ਹੈ, ਜਰਾ ਹਵਾਲਾ ਤੇ ਯਾਰ ਇੱਕ ਇਹ ਨਾ ਨਸਬਨਾਮਾ ਜਿਹੜਾ ਨਾ ਇਹ ਅੰਮਾ ਜਾਨ ਦਾ, ਇਹ ਪਤਾ ਕਰਾਣਾ ਹੈ ਕਿ ਕਿਆ ਇਹ ਸ਼ੀਆ ਦੇ ਕੋਲ ਨਸਬਨਾਮਾ ਮੌਜੂਦ ਹੈ। ਜਰਾ ਹਵਾਲਾ ਪਤਾ ਕਰਿਓ। ਇਹ ਹਜ਼ਰਤ ਅੰਮਾ ਜਾਨ ਦਾ ਜਿਹੜਾ ਨਸਬਨਾਮਾ ਹੈ ਉਹ ਸਾਦਾਤ ਦੇ ਵਿੱਚੋਂ ਪੇ ਸਾਬਤ ਕਰਦੇ ਨੇ ਨਾ। ਇਹ ਨਸਬਨਾਮਾ ਜਿਹੜਾ ਹੈ ਇਹ ਕਰਵਾਣਾ ਕਨਫਰਮ ਕਿ ਕਿਆ ਇਹ ਨਸਬਨਾਮਾ ਠੀਕ ਹੈ, ਇਹ ਸਾਰੇ ਬੰਦੇ ਮੌਜੂਦ ਨੇ ਜੀ कि नहीं है। नहीं किस तरह लिखे है, थोड़ा पढ़ के सुना सकते हो। ये लिखा है जी अबू तालिब से हजरत अली से इमाम हुसैन, इमाम हुसैन से इमाम जैनुल आबदीन, इमाम जैनुल आबदीन फिर इमाम बाकर, इमाम जाफर, इमाम मूसा काजम, इमाम मूसा रजा, फिर इमाम अली नकी, इमाम अली तकी, इमाम हसन अस्करी, सैयद अली अकबर। अली अकबरोत नहीं जेड़ा इत्थे मरज़ई घूमदा है। अच्छा सैयद जामा, सैयद अब्दुल्ला जामिया, सैयद हुसैन मोहम्मद नकी, सैयद हुसैन मोहम्मद तकी, सैयद हुसैन मकबूल, सैयद मोहम्मद आला, सैयद यलाक, सैयद फ़खरुद्दीन, सैयद अब्दुल्ला, सैयद हसन अकबर, सैयद हुसैन मल्क बा महबूब, सैयद कमालुद्दीन बुखारी, ख्वाजा जलालुद्दीन बुखारी, ख्वाजा अब्दुल्ला बुखारी, हज़रत बादी नक्शबंद, ख्वाजा ज़ैनुल आबदीन, ख्वाजा अब्दुल्ला, ख्वाजा शबान, ख्वाजा कासम सुल्तान अहमद सानी, ख्वाजा मेरक, ख्वाजा सुल्तान अहमद, ख्वाजा ओज़ बुखारी, ख्वाजा मोहम्मद ताहिर, फिर ख्वाजा फ़तहुल्लाह, नवाब रोशन अब्दुल्ला ते ख्वाजा मोहम्मद नासर ते अगों फिर ख्वाजा मीर दर्द। ये हो रहे मिर्जे कादियानी का सौरा है ना, ਇਹਨਾਂ ਚੋਂ ਇੱਕ ਨਾ ਮੀਰ ਨਾਸਰ ਨਵਾਬ। ਹਾਂਜੀ ਹਾਂ, ਇਹ ਅਸਲ ਦੇ ਵਿੱਚ ਨਾ ਮਿਰਜ਼ੇ ਦੀ ਜ਼ਨਾਨੀ ਦਾ ਜਿਹੜਾ ਨਸਬਨਾਮਾ ਹੈ ਨਾ ਉਹ ਹਜ਼ਰਤ ਅਬੂ ਤਾਲਿਬ ਦੇ ਨਾਲ ਸਾਬਤ ਪੇ ਕਰਦੇ ਨੇ ਕਿ ਮਿਰਜ਼ੇ ਦੇ ਸਹੁਰੇ ਦਾ ਨਸਬਨਾਮਾ ਜਿਹੜਾ ਉਹ ਹਜ਼ਰਤ ਅਬੂ ਤਾਲਿਬ ਦੇ ਨਾਲ ਲੱਭਦਾ ਹੈ। ਇਹ ਹੁਣ ਕੋਈ ਸ਼ੀਆ ਬੰਦਾ ਹੀ ਕੋਈ ਫਿਕਸ ਕਰੇਗਾ ਇਸ ਗੱਲ ਨੂੰ ਕਿ ਕਿਆ ਇਹ ਨਸਬਨਾਮੇ ਦੇ ਵਿੱਚ ਇੱਕ ਇੱਕ ਬੰਦਾ ਮੌਜੂਦ ਹੈ ਵੀ ਉਹਨਾਂ ਦੇ ਕੋਲ ਕਿ ਨਹੀਂ ਹੈ। जोसेफ साहब ਤੁਸੀਂ ਆਪਣੇ ਅੱਬਾ ਜੀ ਦਾ ਨਾਮ ਲਿਖ ਕੇ, ਦਾਦਾ ਜੀ ਦਾ, ਪੜਦਾਦਾ ਜੀ ਦਾ 3-4 ਲਿਖ ਕੇ ਉਸ ਤੋਂ ਤੇ ਜਿਹਦਾ ਮਰਜ਼ੀ ਲਿਖੀ ਆ ਉਹ ਕਿਹਨੂੰ ਪਤਾ ਸਹੀ ਹੈ ਕਿ ਮੈਂ ਨਾ ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ੀਆ ਦੀ ਉਹ ਸੁਣ ਰਿਹਾ ਸਾਂ ਵੀਡੀਓ, ਉਹਨੇ ਇੱਕ ਹੀ ਸਾਹ ਦੇ ਵਿੱਚ ਨਾ ਉਹ ਜਨਾਬੇ ਆਦਮ ਤੋਂ ਲੈ ਕੇ ਤੇ ਫਿਰ ਉਹਨੇ ਨਸਬਨਾਮਾ ਖਤਮ ਕੀਤਾ ਇੱਥੇ ਤੱਕ ਨਾ ਇਮਾਮੇ ਜ਼ਮਾਨਾ ਤੱਕ, ਨਬੀ ਪਾਕ ਤੱਕ। ਨਹੀਂ ਇਮਾਮੇ ਜ਼ਮਾਨਾ ਤੱਕ ਉਹ ਆਪਣੇ ਕਰਦੇ ਨੇ ਨਾ। ਉਹਦੇ ਵਿੱਚ ਨਾ ਇੱਕ ਬੰਦਾ ਜਿਹੜਾ ਨਾ, ਹਾਂ ਮੈਨੂੰ ਜਿੱਥੋਂ ਤੱਕ ਮੈਂ, ਕਿਉਂਕਿ ਬਹੁਤ ਤੇਜ਼ ਬੋਲ ਰਿਹਾ ਸੀ, ਇਹ ਸੈਯਦ ਅਲੀ ਅਕਬਰ ਜਿਹੜਾ ਨਾ ਮੈਂ ਉਹਨੂੰ ਰੋਕ ਕੇ ਸੁਣਿਆ, ਇਹ ਬੰਦਾ ਮੈਨੂੰ ਨਹੀਂ ਜੇ ਉਹਦੇ ਵਿੱਚ ਸੁਣਾਈ ਦਿੱਤਾ, ਹੋ ਸਕਦਾ ਉਹ ਭੁੱਲ ਗਿਆ ਹੋਵੇ। ਤੇ ਮੈਂ ਕਿਹਾ ਚਲੋ ਇਹਨਾਂ ਦੇ ਕੋਲੋਂ ਪੁੱਛ ਲਈਏ ਸ਼ੀਆਂ ਦੇ ਕੋਲੋਂ ਕਿ ਕਿਆ ਤੁਹਾਡੇ ਕੋਲ ਇਹ ਬੰਦਾ ਮੌਜੂਦ ਹੈ ਸੈਯਦ ਅਲੀ ਅਕਬਰ, ਇਮਾਮ ਬਾਕਰ ਬਿਨ ਜਿਹੜਾ ਨਾ ਸੈਯਦ ਅਲੀ ਅਕਬਰ, ਇਹ ਅਗਰ ਮੌਜੂਦ ਨੇ ਤਾਂ ਅੱਛੀ ਗੱਲ ਹੈ। अस्सलाम वालेकुम जोसेफ भाई, ਤੁਹਾਡੀ ਗੱਲ ਮੈਂ ਕੱਟ ਕੇ ਤੁਹਾਡੇ ਨਾਲ ਅਫਸੋਸ ਕਰਨਾ ਚਾਹਾਂਗਾ। ਮੈਨੂੰ ਤੇ ਕੱਲ ਰਾਤੀ ਪਤਾ ਲੱਗਾ ਹੈ ਕਿ ਸਾਰੇ ਯੂਰਪ 'ਚ ਜਿਹੜੇ ਕ੍ਰਿਸਚੀਅਨ ਨੇ 90% ਮਰਜ਼ਈ ਹੋ ਚੁੱਕੇ ਨੇ, ਬਸ 10% ਰਹਿ ਗਏ ਨੇ ਬੈਦ ਫਾਰਮ ਸਾਈਨ ਕਰਨੇ ਬਾਕੀ ਆ। ਸ਼ਾਇਦ ਅਮਰ ਭਾਈ ਨਾਲ ਇੱਕ ਬੰਦਾ ਗੱਲ ਕਰ ਰਿਹਾ ਸੀ। ਅਮਰ ਭਾਈ ਕੀ ਗੱਲ ਕਰ ਰਿਹਾ ਸੀ ਕਿ 90% ਜਿੰਨੇ ਕ੍ਰਿਸਚੀਅਨ ਨੇ ਨਾ ਉਹਨਾਂ ਦੇ ਅਕਾਇਦ ਮਰਜ਼ਈਆਂ ਵਾਲੇ ਹੋ ਚੁੱਕੇ ਨੇ ਤੇ ਬਸ ਬੈਦ ਫਾਰਮ ਸਾਈਨ ਕਰਨੇ ਬਾਕੀ ਆ। ਆਹੋ ਮੈਂ ਕਿਹਾ ਅਫਸੋਸ ਕਰ ਲਵਾਂ ਕਿਤੇ ਇਹ ਵੀ ਨਾ ਜਾਂਦੇ ਰਹਿਣ ਤੇ ਉਸ ਤੋਂ ਪਹਿਲੇ ਕਰ ਲਈਏ, ਜਦੋਂ ਮਰਜ਼ਈ ਹੋ ਗਏ ਨਾ ਤੇ ਫਿਰ ਸਾਡੇ ਖਿਲਾਫ ਫਰਾਡ ਲਾ ਦੇਣਗੇ। ਮੇਰੇ ਹਲੇ ਰੇਲ ਲੱਗਿਆ ਸੀ ਨੇ ਸਾਰੇ ਕ੍ਰਿਸਚੀਅਨ ਜਿਹੜੇ ਨੇ ਮਰਜ਼ਈ ਕੱਲ ਰਾਤੀ ਹੋਏ ਨੇ ਕਿ ਅੱਜ ਸਵੇਰ ਹੋਏ ਨੇ? ਮੈਂ ਤਾਂ ਸਵੇਰ ਕੰਮ ਤੇ 90% ਉਹਨਾਂ ਵਾਲੇ ਹੋ ਗਏ ਨੇ ਤੇ 10% ਪਿੱਛੇ ਰਹਿ ਗਏ ਨੇ ਬਸ ਸਾਰੇ। 90% ਕਿਸ ਟਾਈਮ ਹੋਏ ਨੇ? ਅੱਜ ਸਵੇਰ ਹੋਏ ਨੇ ਕਿ ਕੱਲ ਰਾਤੀ ਹੋਏ ਨੇ? ਅਮਰ ਇੱਥੇ ਹਾਂ ਕਰਦੇ ਸਨ ਤੇ ਉਹਨਾਂ ਦੀ ਹਾਂ ਮਿਲਾ ਰਹੇ ਸੀ। ਉਹਦੇ ਮੈਂ ਕੰਮ ਤੇ ਸਾਂ, ਉਸ ਤੋਂ ਬਾਅਦ ਕਿਤੇ ਕੋਈ ਕੰਮ ਹੋਇਆ ਹੋਏ ਤਾਂ ਮੈਨੂੰ ਪਤਾ ਨਹੀਂ ਹੈ। ਕੱਲ ਤੱਕ ਤੇ ਕੋਈ ਨਹੀਂ ਸੁਣ ਹੋਏ, ਅੱਜ ਹੋ ਸਕਦਾ 90% ਅਚਾਨਕ ਹੀ ਹੋ ਗਏ ਹੁਣ। ਫਿਰ
ਉਹ ਨਾ ਅੱਛਾ ਨਵੀਂ ਖਬਰ ਕਹਿ ਕਿੰਨੇ ਰਿਹਾ ਦਿੱਤੀ ਹੈ? ਉਹ ਕਹਿ ਰਿਹਾ ਸੀ ਕਿ ਜਿਹੜੇ ਕ੍ਰਿਸਚਨ ਨੇ ਸਾਰੇ ਵਫਾਤੇ ਮਸੀਹ ਦੇ ਕਾਇਲ ਹੋ ਗਏ ਨੇ ਵਾਹ ਕਿ ਵਾਹ ਈਸਾ ਅਲੈਹਿਸਲਾਮ ਫੌਤ ਹੋ ਗਏ ਨੇ ਤੇ ਉਹਨਾਂ ਨਹੀਂ ਆਣਾ, ਅੱਛਾ ਤੇ ਉਹ 90% ਤੇ ਫਿਰ ਸਾਡੇ ਨਾਲ ਰਲ ਗਏ ਨੇ। ਬਸ ਹੁਣ ਮੈਂ ਕਿਹਾ ਪਿੱਛੇ ਮਿਰਜ਼ਾ ਕਦਿਆਨੀ ਮਨਾਣਾ ਰਹਿ ਗਿਆ, ਤੇ ਤੂੰ ਜਿਹਨੂੰ 10% ਪਿਆਨਾ ਹੈ ਨਾ, ਇਹ 10% ਨਹੀਂ, ਇਹ 99%, ਇਹਨੂੰ ਮਨਾਣਾ 99% ਹੀ। ਜੇ ਇੱਕ ਵਫਾਤੇ ਮਸੀਹ ਦਾ ਕਾਇਲ ਹੋ ਵੀ ਗਿਆ ਨਾ, ਤੇ ਆ ਜਾ ਕੇ ਜਿਸ ਵੇਲੇ ਤੁਸੀਂ ਇਹਨੂੰ ਪੇਸ਼ ਕਰਨਾ ਨਾ ਲੋਕਾਂ ਦੇ ਅੱਗੇ, ਤੇ ਪਤਾ ਤੇ ਉਦੋਂ ਲੱਗੇਗਾ। ਇਹਨਾਂ ਨੂੰ ਕਹੋ ਕਿਸੇ ਜਰਮਨ ਜ਼ਨਾਨੀ ਨੂੰ ਇੱਥੇ ਆ ਕੇ ਤੇ ਮਿਰਜ਼ੇ ਦੀ ਤਸਵੀਰ ਵਹਾਣ ਨਾ, ਤਸਵੀਰਾਂ ਵਹਾਣ ਉਹਦੀਆਂ। ਉਹ ਜਿਵੇਂ ਉਹ ਮੁੰਡੇ ਨੇ ਉਹਨੇ ਛਿੱਤਰ ਪੇ ਮਾਰਦਾ ਸੀ, ਇਹੋ ਜਿਹੀਆਂ ਤਸਵੀਰਾਂ ਕੱਢ ਕੇ ਤੇ ਘਰ ਘਰ ਲੈ ਕੇ ਜਾਣ ਵਹਾਣ ਇੱਥੇ, ਕਿ ਇਹਨੂੰ ਮੰਨ ਲਵੋ। ਨੱਦ ਹੋ ਗਈ ਜਿਹੜੇ ਇਹਨਾਂ ਦੇ ਲੋਕ ਇੱਥੇ ਤੁਹਾਡੇ ਸਾਹਮਣੇ ਦੀ ਗੱਲ ਏ, ਮਰਜ਼ਈ ਜਿਹੜੇ ਨੇ ਉਹ ਬਹੁਤ ਜ਼ਿਆਦਾ ਮਸੀਹੀ ਹੁੰਦੇ ਜਾ ਰਹੇ ਨੇ, ਬਾਕੀ ਜਿਹੜੇ ਰਹਿੰਦੇ ਨੇ ਉਹ ਆਪਣਾ ਜ਼ਿਆਦਾ ਮੁਸਲਮਾਨ ਹੋ ਰਹੇ ਨੇ। ਮਾਜ਼ਰਤ ਉਸ ਤੋਂ ਬਾਅਦ ਜਿਹੜੇ ਕੋ ਰਹਿੰਦੇ ਹੁੰਦੇ ਨੇ ਉਹ ਮਸੀਹੀ ਹੋਣਦੇ ਨੇ ਹੈ ਜਾਂ ਮੁਲਹਦ ਹੋਣਦੇ ਨੇ। ਉਸ ਤੋਂ ਬਾਅਦ ਇਹ ਆਉਂਦੇ ਨੇ ਇਹ ਜੀ ਮਰਜ਼ਈ, ਉਹ ਕ੍ਰਿਸਚਨ ਜਿਹੜੇ ਨੇ ਉਹ ਮਰਜ਼ਈ ਪੇ ਹੁੰਦੇ ਨੇ। ਲਾ ਹੌਲ ਵਲਾ ਕੁਵਤ। ਕਰੋ ਤੁਸੀਂ ਇਹ ਯਾਰ ਇਹ ਜ਼ਰਾ ਪਤਾ ਕਰਾ ਦਿਆ ਜੇ ਕਿਸੇ ਸ਼ੀਆ ਦੇ ਕੋਲੋਂ, ਅਗਰ ਉਹ ਨਜਫ ਅਬਾਸ ਆਵੇ ਤੇ ਕਰੋ, ਤੁਸੀਂ ਕੰਟੀਨਿਊ ਕਰੋ। ਨਹੀਂ, ਇਹ ਕਿਸੇ ਕੋਲ ਵੀ ਨਹੀਂ ਹੋਣਾ ਪੂਰਾ ਨਸਬਨਾਮਾ ਜਿਹੜਾ ਨਾ, ਕੋਈ ਵੀ ਨਹੀਂ ਬੰਦਾ ਇਹਦੀ ਤਸਦੀਕ ਜਾਂ ਤਰਦੀਦ ਕਰ ਸਕਦਾ, ਜਿਹੜਾ ਮਰਜ਼ੀ ਨਾਂ ਲਿਖ ਲਵੇ। ਇਹ ਤੇ ਕੀ ਉਹ ਕਰਦੇ ਹੋ ਆਮਿਰ ਭਾਈ, ਸਾਡੇ ਕੋਲ ਨਸਬਨਾਮੇ ਮੌਜੂਦ ਨੇ, ਤੁਹਾਡੇ ਕੋਲ ਵੀ ਹਦੀਸਾਂ ਦੇ ਵਿੱਚ ਮੌਜੂਦ ਹੋਣਗੇ, ਸ਼ੀਆਂ ਦੇ ਕੋਲ ਵੀ ਮੌਜੂਦ ਨੇ। ਉਹ ਬੰਦੇ ਨੇ ਉੱਥੇ, ਉਹ ਜ਼ਾਕਰ ਨੇ ਨਸਬਨਾਮਾ ਪੜਿਆ, अस्सलाम वालेकुम ਨਾ। आमर भाई, मैं एक ਕੰਪਲੇਨ ਪਿਛਲੇ ਮਹੀਨੇ ਵੀ ਤੁਹਾਡੀ ਲਿਖਵਾਈ ਸੀ ਤੁਹਾਡੀ ਅਦਾਲਤ ਦੇ ਵਿੱਚ, ਅੱਜ ਫੇਰ ਲਿਖਵਾ ਰਿਹਾ ਕਿ ਹੁਸੈਨੀ ਸਾਹਿਬ ਨੇ ਮੈਨੂੰ ਕਿਉਂ ਬਲਾਕ ਕੀਤੇ ਹੈ। ਅਗਰ ਹੁਣੇ ਆ ਜਾਂਦੇ ਨੇ ਤਾਂ ਮੈਂ ਇਨਸ਼ਾਅੱਲਾ ਮੈਂ ਬਲਾਕ ਕਰਵਾ ਦੇਣਾ। ਵੈਸੇ ਹੁਸੈਨੀ ਸਾਹਿਬ ਤੇ ਕਿਸੇ ਨੂੰ ਬਲਾਕ ਨਹੀਂ ਕਰਦੇ, ਕਿਸੇ ਮੋਡਰੇਟਰ ਨੇ ਕੀਤਾ ਹੋਣਾ ਉਹਨਾਂ ਕਿਉਂਕਿ ਉਹ ਮੋਡਰੇਟਰ ਜਿਹੜੇ ਸਨ ਉਸ ਵਕਤ ਮਰਜ਼ਈ ਸਨ, ਤੇ ਮੈਂ ਤੁਹਾਡੀ ਕੋ ਗੱਲਬਾਤ ਹੋ ਰਹੀ ਸੀ ਤੇ ਮੈਂ ਕੋਈ ਕਮੈਂਟਸ ਕਰ ਰਿਹਾ ਸਾਂ ਤੇ ਉਹਨਾਂ ਮੈਨੂੰ ਬਲੌਕ ਕਰ ਛੜਿਆ ਪੱਕਾ ਹੀ। ਤੇ ਉਹਨਾਂ ਨੂੰ ਜ਼ਰੂਰ ਯਾਦ ਕਰਵਾਈਓ। ਅਫਜ਼ਾਲ 786। हाँ, मैं इंशाल्लाह जो ही आमदन ਜ਼ਰੂਰ ਪਰ ਜ਼ਰੂਰ ਕਰਾਈਆ। ਤੁਹਾਡੇ ਜ਼ਿੰਮੇ ਮੇਰਾ ਇਹ ਕੰਮ ਹੈ। ਮੈਂ ਵੈਸੇ ਤੁਹਾਨੂੰ ਕਦੇ ਕੰਮ ਆਖਿਆ ਤੇ ਨਹੀਂ ਹੈ, ਵੈਸੇ ਹੀ ਫੈਨ ਹਾਂ ਔਰ ਤੁਹਾਡੇ ਪ੍ਰੋਗਰਾਮ ਨੂੰ ਬੜੇ ਸ਼ੌਕ ਨਾਲ ਸੁਣਨਾ ਵੀ ਆ, ਸਾਰਿਆਂ ਨੂੰ ਪਤਾ ਹੈ। ਤੇ ਪਲੀਜ਼ ਆ ਜ਼ਰੂਰ ਕਰਿਓ, ਕਿਉਂਕਿ ਮੈਂ ਉੱਥੇ ਸੁਣਨਾ ਚਾਹਨਾ ਕਿ ਤੁਸੀਂ ਕਿਸੇ ਮਰਜ਼ਈਆਂ ਦੀ ਜ਼ਰਾ ਸਲਵਾਰ ਲਾਉਂਦੇ ਹੋ ਨਾ, ਤੇ ਮੈਨੂੰ ਬੜਾ ਸਰੂਰ ਆਉਂਦਾ ਹੈ, ਤੇ ਉਹ ਮੈਂ ਸੁਣਨਾ ਚਾਹਨਾ। मेरे WhatsApp ਤੇ ਨਾ ਸਭ ਕੋਲੇ ਵੇ ਮੇਰੇ ਕੋਲ ਨਹੀਂ ਨਾ ਹੈ। ਮੈਂ ਅਜੇ ਤੁਹਾਡੀ ਪ੍ਰੋਫਾਈਲ ਤੇ ਵੀ ਗਿਆ ਵਾਂ, ਉੱਥੇ ਉਹਨਾਂ ਕਿਹਾ ਜੁਆਇਨ ਕਰੋ, ਮੈਂ ਜੁਆਇਨ ਵੀ ਕੀਤਾ ਵੇ। ਉਹਨਾਂ ਕਿਹਾ ਫਲਾਵਰ ਮਾਰ, ਫਿਰ ਫਲਾਵਰ ਵੀ ਮਾਰੇ ਨੇ, ਲੇਕਿਨ ਮੈਨੂੰ ਤੁਹਾਡਾ WhatsApp ਨਹੀਂ ਮਿਲਿਆ। ਹੱਦ ਨਹੀਂ ਹੋ ਗਈ ਹੈ। ਬਹੁਤ ਹੱਦ ਹੋ ਗਈ ਹੈ। ਬਲਾਲ ਹਨੀਫ ਹੈ ਵੇ, ਲੇਕਿਨ ਤੁਸੀਂ ਨਹੀਂ ਹੈ। ਜੇ ਨਾ ਰਹਿਣ ਦਿੱਤਾ ਹਾਂ, ਤੁਸੀਂ ਪਲੀਜ਼ ਕੋਸ਼ਿਸ਼ ਕਰਿਓ ਜਾਂ ਮੈਨੂੰ ਕੋਈ ਆਪਣਾ ਉਹ ਜਿਹੜਾ ਮੈਸੇਜ ਹੁੰਦਾ ਹੈ ਨਾ ਉਹ ਭੇਜ ਦਿਓ, ਤੇ ਮੇਰੇ ਵਾਸਤੇ ਬੜੀ ਆਸਾਨੀ ਹੋ ਜਾਏਗੀ। ਇਹ ਮੇਰਾ ਨੰਬਰ ਹੈ ਸਾਹਮਣੇ ਜਿਹੜਾ ਲੱਗਾ। ਠਹਿਰੋ ਮੈਂ ਜ਼ਰਾ ਸਕਰੀਨਸ਼ਾਟ ਲੈ ਲਾ। ਲੈ ਲਿਆ। ਪਹਿਲੇ ਸਿਰਫ 0039 0039 ਇਟਲੀ ਦਾ ਕੰਟਰੀ ਕੋਡ ਲਾਣਾ ਹੈ। ਇਟਲੀ ਦਾ 0039। ਬਸ ਠੀਕ ਹੈ। ਥੈਂਕ ਯੂ ਤੁਹਾਡੇ ਪਿਆਰ ਦਾ, ਮੁਹੱਬਤ ਦਾ। ਜਿਹਨੂੰ ਬਲਾਕ ਕੀਤਾ ਮੈਸੇਜ ਕਰ ਦਿਓ, ਆਪਣੀ ਆਈਡੀ ਦਾ ਨਾਮ ਭੇਜ ਦਿਓ। ਬਿਲਕੁਲ। ਅਫਜ਼ਾਲ 786। ਅਫਜ਼ਾਲ ਬੜਾਏ ਚ ਉਹ ਮੁਨਾਫਿਕ ਦਾ ਤੇ ਤੁਹਾਨੂੰ ਯਾਦ ਹੀ ਹੈ ਨਾ, ਤੇ ਉਹਦੀ ਜਾਂ ਅਫਜ਼ਾਲ। ਥੈਂਕ ਯੂ ਤੁਹਾਡੇ ਪਿਆਰ ਦਾ, ਬਹੁਤ ਮੁਹੱਬਤ ਹੈ ਆਮਰ ਭਾਈ। ਅਸੀਂ ਦੋਨੋਂ ਨਾ
ਬੱਲੇ 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 ਬੱਲੇ, ਬੜੀ ਜ਼ਬਰਦਸਤ ਰਿਕਾਰਡਿੰਗ ਕੀਤੀ ਜੀ। ਇਹ ਮੈਨੂੰ ਵੀ ਕੱਲੋ WhatsApp ਤੇ ਮੈਨੂੰ ਸ਼ੇਅਰ ਕਰਾਂ। ਸੈਣੀ ਸਾਹਿਬ ਨੇ ਰਾਤੀ ਛੱਕਾ ਮਾਰਿਆ, ਸਟੇਡੀਅਮ ਤੋਂ ਬਾਹਰ ਗਈ ਗੇਂਦ। ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਕਿ ਕਿਸ ਸ਼ਰੀਫ ਆਦਮੀ ਕੋਲੋਂ ਇਹਨਾਂ ਜੁੱਤੀਆਂ ਨਹੀਂ ਖਾਧੀਆਂ। ਹਰ ਬੰਦੇ ਕੋਲੋਂ ਇਹ ਜ਼ਲੀਲ ਹੋਏ ਨੇ, ਬੇਇੱਜ਼ਤ ਹੋਏ ਨੇ, ਲੇਕਿਨ ਐਡੇ ਢੀਠ ਨੇ, ਐਡੇ ਢੀਠ ਨੇ। ਮੈਂ ਕਹਿੰਦਾ ਇਸ ਤਰ੍ਹਾਂ ਦੀ ਕੋਈ ਦੁਨੀਆ ਤੇ ਕੌਮ ਹੋ ਸਕਦੀ ਹੈ? ਦੁਬਾਰਾ ਸੁਣਾਇਆ ਜਾਏ, ਦਬਰਰ ਦਬਰਰ। ਢੀਠ ਵੀ ਮੇਰਾ ਖਿਆਲ ਹੈ ਛੋਟਾ ਲਫ਼ਜ਼ ਹੈ। ਇਹ ਤੇ ਕੋਈ ਯਾਨੀ ਆਦੀ ਨਹੀਂ ਸ਼ਾਇਦ ਛਿੱਤਰਾਂ ਦੇ ਕਿ ਸਾਨੂੰ ਜੁੱਤੀਆਂ ਇੰਨੀਆਂ ਰੋਜ਼ ਪਵਣ ਤੇ ਅਸੀਂ ਉਹ ਖਾ ਕੇ ਤਾਂ ਰਾਤ ਨੂੰ ਘਰ ਜਾ ਕੇ ਸੌਣਾ। लो जी दोबारा प्ले होने लगी जी। सोने की तरह करना चाहिए। जो अठवाल जानी साहब हैं, उन्होंने एक लफ्ज इनकी तरफ मंसूब किए कि आपने ये बात कही है। जी जी। मैंने उनको कहा कि ये बात इन्होंने नहीं कही, कभी नहीं कह सकते। ये सुन रहे हैं सामने बैठे हुए राणा साहब। मैंने ठीक, मैं इसके बाद मैंने आपकी तरफ से ये बात कही है कि आपने ये नहीं कही, ये ठीक है, मैंने सही बात कही है या नहीं? बिल्कुल आपने ठीक कहा। ये है मेरा मकसद। वो जो उन्होंने इल्जाम लगाया है, वो अगर अलामा साहब की आवाज में सुना दें तो $1000 इनाम है। चले मेरी तरफ से भी इनाम आज पहली दफा सुन ले। वाह जी वाह, ਜ਼ਬਰਦਸਤ। ਮਰਜ਼ਾਈਓ ਡੁੱਬ ਕੇ ਮਰ ਜਾਓ। ਇਲਜ਼ਾਮ ਲਾਉਣ ਵਾਲਿਓ ਲੋਕਾਂ ਦੇ ਉੱਤੇ ਸ਼ਰਮ ਹੈ ਤੇ ਡੁੱਬ ਕੇ ਮਰ ਜਾਓ। ਲੇਕਿਨ ਸ਼ਰਮ ਤੁਮਕੋ ਮਗਰ ਨਹੀਂ ਆਤੀ। ਕਿਹੜੀ ਮਿੱਟੀ ਦੇ ਤੁਸੀਂ ਬਣੇ ਹੋ ਮੂਸਾ ਭਾਈ। ਤੁਹਾਨੂੰ ਮੈਂ वालेकुम जी लामा साहब। ਵਾਲੇਕੁਮ ਅਸਲਾਮ मोहतरम। ਮੈਂ ਤੁਹਾਨੂੰ ਇਨਵਾਈਟ ਕਰਕੇ ਖੁਦ ਬੁਲਾਇਆ ਹੈ। ਤੁਸੀਂ ਪਤਾ ਨਹੀਂ, ਅਸੀਂ ਕਿਸੇ ਨੂੰ ਡਿਕਟੇਟ ਤੇ ਕਰ ਨਹੀਂ ਸਕਦੇ, ਤੁਸੀਂ ਸਾਰੇ ਮੌਜੂਦ ਭਾਈ ਹੋ। ਲੇਕਿਨ ਜਿਸ ਬੰਦੇ ਦੀ ਬਰਾੜ ਤੇ ਤੁਹਾਨੂੰ ਮੈਂ 2 ਵਾਰੀ ਦੇਖਿਆ ਨਾ, ਇਹ ਅਫਜ਼ਲ ਵੜੈਚ ਜਿਹੜਾ, ਇਹਨੇ ਸਾਰਿਆਂ ਮੁਸਲਮਾਨਾਂ ਨਾਲ ਆਪਣਾ ਬਾਈਕਾਟ ਖੁਦ ਕਰ ਲਿਆ। ਉਹ ਕਹਿੰਦਾ ਕਿ ਇਹ ਤੁਸੀਂ ਜਿਹੜੇ ਮੁਸਲਮਾਨ ਹੋ ਤੇ ਤੁਹਾਡਾ ਜਿਹੜਾ ਇਸਲਾਮ ਹੈ ਨਾ, ਬਲਕਿ ਐਸੀ ਗੰਦੀ ਗਾਲ ਵੀ ਉਹਨੇ ਸਾਡੇ ਇਸਲਾਮ ਨੂੰ ਕੱਢੀ ਹੈ ਕਿ ਮੁਸਲਮਾਨਾਂ ਨੇ ਉਹਦੇ ਤੇ ਬੜਾ ਐਜੀਟੇਟ ਕੀਤਾ ਹੈ। ਇਸ ਬੰਦੇ ਨਾਲ ਮੇਰਾ ਖਿਆਲ ਹੈ ਕਿ ਰਾਹੋ ਰਸਮ ਜਾਂ ਉਹਦੇ ਨਾਲ ਤੇ ਨਹੀਂ ਰੱਖਣੀ ਚਾਹੀਦੀ। ਲੇਕਿਨ ਬਹਰਹਾਲ ਇਹ ਕੋਈ ਮੇਰੀ ਡਿਕਟੇਸ਼ਨ ਨਹੀਂ, ਮੇਰੀ ਰਿਕੁਐਸਟ ਹੈ ਕਿ ਤੁਸੀਂ ਆਪਣੀਆਂ ਬਰਾਡਾਂ ਕਿੰਨੀਆਂ ਮੁਸਲਮਾਨਾਂ ਦੀਆਂ ਲੱਗਦੀਆਂ ਨੇ ਉਹਨਾਂ ਤੇ ਜਾਓ। ਇਸ ਬੰਦੇ ਨੂੰ ਇਗਨੋਰ ਕਰੋ, ਇਹਨੂੰ ਜਾਣ ਦਿਓ, ਜਿੱਥੋਂ ਆਇਆ ਉੱਥੇ ਹੀ ਟੁਰ ਜੇ। ਇਹਨੂੰ ਮਰਜ਼ਾਈਆਂ ਦਾ ਇਖਲਾਕ ਅੱਛਾ ਲੱਗਦਾ, ਮੁਸਲਮਾਨ ਇਹਨੂੰ ਬਦ ਇਖਲਾਕ ਲੱਗਦੇ ਨੇ। ਤੇ ਮੁਸਲਮਾਨਾਂ ਦਾ ਜਿਹੜਾ ਇਸਲਾਮ ਹੈ ਉਹਨੂੰ ਵੀ ਗੰਦੀ ਗਾਲ ਇਹਨੇ ਕੱਢੀ, ਇੱਕ ਵਾਰੀ ਨਹੀਂ ਮੁਤੱਦਦ ਦਫਾ ਕੱਢੀ। ਤੇ ਐਸੇ ਬੰਦੇ ਦੇ ਨਾਲ ਰਾਹ ਰਸਮ ਨਹੀਂ ਰੱਖਣੀ ਚਾਹੀਦੀ ਉਹਨੂੰ। ਇਹ ਅਮਰ ਭਾਈ, ਜਿਸ ਤਰ੍ਹਾਂ ਉਹ ਇੱਕ HS ਤੇ ਇੱਕ ਤਾਹਿਰ ਅੱਜ ਕੱਲ ਨਵਾਂ ਜਿਹੜੇ ਅਹਿਮਦੀ ਵੀ ਆਂਦੇ ਨੇ, ਅਸੀਂ ਅਹਿਮਦੀ ਹੋ ਗਏ ਆ ਜੀ। ਇਹ ਕੁਛ ਦੇਰ ਬਾਅਦ ਜਿਹੜਾ ਨਾ, ਇਹਦੀ ਵੀ ਰਿਪੋਰਟ ਇਹ ਹੀ ਜੇ। अच्छा हाँ जी जी लामा साहब। नानी दादी तू कादियानी है। जी जी मुसलमाना दे कपड़े पा के पिया फिरदा, असल रंग विखाएगा लेकिन कुछ देर तक। की मैनू कह रहे हो जी? नहीं नहीं सर, ਉਹਦੀ ਅਫਜ਼ਲ ਵੜੈਚ ਦੀ ਗੱਲ ਕਰ। अच्छा अच्छा ਉਹਦੀ अच्छा अच्छा। ਇਹ ਸਿਰਫ ਜਿਹੜਾ ਨਾ ਫੇਮ ਦਾ ਭੁੱਖਾ ਹੈ ਬਈ। ਲੋਕੀ ਜਿਹੜਾ ਨਾ ਮੇਰੀ ਤਾਰੀਫ ਤੇ ਤਾਰੀਫ ਇੰਜ ਤੇ ਨਹੀਂ ਹੁੰਦੀ ਜਿਹੜੇ ਰੰਗ ਜੇ ਕਰਵਾਉਣਾ ਚਾਹ ਰਿਹਾ। ਇੰਜ ਦੀ ਹੋਣੀ ਹੈ ਜਿਕਣ ਦੀ ਹੋ ਰਹੀ ਸੂ। ਮੂਸਾ ਭਾਈ, ਤੁਹਾਡਾ ਨਾਂ ਜਿਹੜਾ ਨਾ, ਉਸ ਨਾਂ ਦਾ ਇੱਕ ਪਿੰਡ ਇੰਡੀਆ 'ਚ, ਉੱਥੇ ਦਾ ਇੱਕ ਮੁੰਡਾ ਹੈ, ਸਿੱਖ ਮੁੰਡਾ ਸੀ, ਤੇ
ਵਿਚਾਰਾ ਮਾਰਿਆ ਗਿਆ, ਉਹਨੂੰ ਮਾਰ ਛੜਿਆ ਮੁੰਡਿਆਂ ਨੂੰ ਦੁਸ਼ਮਣਾਂ ਨੇ। ਉਹਨੇ ਇਹਦੇ ਬਾਰੇ ਮੈਂ ਲਿਖਿਆ ਹੈ ਕਿ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ, ਕੁਝ ਕੰਨੇ ਆਏ ਇੱਥੇ ਭੁੱਖੇ ਫੇਮ ਦੇ, ਕੁਝ ਕੰਨੇ ਆਏ ਇੱਥੇ ਭੁੱਖੇ ਫੇਮ ਦੇ। ਅੱਗੇ ਕੀ ਹੈ? ਫੜ ਤੈਨੂੰ ਥੱਲੇ ਲਾਉਣਾ ਚਾਹੁੰਦੇ ਨੇ। ਨਹੀਂ ਖਲੋ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ, ਕੁਝ ਕੰਨੇ ਆਏ ਇੱਥੇ ਭੁੱਖੇ ਫੇਮ ਦੇ, ਕੁਝ ਤੈਨੂੰ ਤੇਰਾ ਨਾਂ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ, ਕੁਝ ਤੇਰਾ ਕੁਝ ਤੇਰਾ ਨਾਂ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ। ਇਹ ਹੀ ਤਾਂ ਮੈਨੂੰ ਜ਼ਿਆਦਾ ਉਹਦਾ ਖੂਬਸੂਰਤ ਫਿਕਰਾ ਜਿਹੜਾ ਭੁਲਾ ਦਿੱਤਾ ਤੁਸੀਂ। ਨਾਂ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ, ਇਸ ਤਰ੍ਹਾਂ ਦਾ ਇੱਕ ਫਿਕਰ ਬੜਾ ਹੀ ਪਿਆਰਾ ਉਹਨੇ ਉਹ ਲਿਖਿਆ ਨਾ, ਉਹ ਜਿਹੜਾ 295 ਸੀ ਚ ਉਹਦੇ। ਇਹ ਦਰਅਸਲ ਇੱਕ ਫਾਦਰ ਐਡਵਾਈਸ ਹੈ। ਜਦੋਂ ਮੈਂ ਪਾਕਿਸਤਾਨ ਪੜ੍ਹਾਉਂਦਾ ਸੀ ਨਾ, 10ਵੀਂ ਦੀ ਅੰਗਰੇਜ਼ੀ ਦੀ ਇੱਕ ਕਿਤਾਬ ਦੇ ਵਿੱਚ ਇੱਕ ਕਹਾਣੀ ਆਉਂਦੀ ਸੀ, ਫਾਦਰ ਐਡਵਾਈਸ ਉਹਦਾ ਨਾਂ ਸੀ, ਫਾਦਰਸ ਐਡਵਾਈਸ, ਕਿ ਬਾਪ ਆਪਣੇ ਬੇਟੇ ਨੂੰ ਨਸੀਹਤ ਕਿਸ ਤਰ੍ਹਾਂ ਕਰਦਾ ਹੈ। ਉਹਦੇ 'ਚ ਬਹੁਤ ਪਿਆਰੇ ਗੱਲਾਂ ਲਿਖੀਆਂ ਸਨ ਕਿ ਬੇਟਾ ਆਪਣੀ ਖਾਹਿਸ਼ਾਤ ਨੂੰ ਇੰਨਾ ਨਾ ਵਧਾਇਓ ਕਿ ਖਾਹਿਸ਼ਾਤ ਤੋਂ ਨਿਭਾ ਕੇ ਲੈ ਜਾਣ। ਇੱਕ ਰਿਜ਼ਕ ਉਹ ਹੈ ਜਿਹੜਾ ਅੱਲਾਹ ਤਾਲਾ ਨੇ ਤੁਹਾਡੇ ਨਸੀਬਾਂ 'ਚ ਲਿਖਿਆ ਹੈ, ਇੱਕ ਉਹ ਰਿਜ਼ਕ ਹੈ ਜਿਹਦੇ ਪਿੱਛੇ ਤੁਸੀਂ ਖੁਦ ਦੌੜਦੇ ਹੋ, ਤੇ ਤੂੰ ਉਸ ਰਿਜ਼ਕ ਮਗਰ ਨਹੀਂ ਦੌੜਨਾ ਜਿਹੜਾ ਤੂੰ ਚਾਹੁੰਦਾ ਹੈ, ਬਲਕਿ ਤੂੰ ਉਹਦੇ ਤੇ ਸ਼ੱਕ ਕਰ ਰਵੀਂ, ਜਿਹੜਾ ਅੱਲਾਹ ਨੇ ਲਿਖਿਆ ਉਹ ਤੈਨੂੰ ਮਿਲ ਕੇ ਰਹੇਗਾ ਤੂੰ ਜਿੱਥੇ ਵੀ ਆਏਂਗਾ। ਇਸ ਤਰ੍ਹਾਂ ਦੀ ਬਾਪ ਨੇ ਨਸੀਹਤ ਕੀਤੀ। ਇਹ ਵੀ ਜਿਹੜਾ ਗਾਣਾ ਨਾ 295, ਇਹ ਵੀ ਅਸਲ ਦੇ ਵਿੱਚ ਉਹਨੇ ਬਾਪ ਦੀ ਜ਼ੁਬਾਨ 'ਚ ਲਿਖਿਆ ਹੈ ਕਿ ਬਾਪ ਨੇ ਮੈਨੂੰ ਆਖਿਆ। ਇਹਦੇ ਦਰਵਾਜ਼ੇ ਦੇ ਅੱਗੇ ਆ ਗਏ ਸੀ ਇਤਜਾਜ ਕਰਨ ਵਾਲੇ ਬੰਦੇ। ਇਹਨੇ ਇੱਕ ਗਾਣਾ ਲਿਖਿਆ ਸੀ ਤੇ ਉਹਦੇ 'ਚ ਇਹਨੇ ਕਿਰੇ ਮਾਈ ਭਾਗੋ ਦਾ ਜ਼ਿਕਰ ਕਰ ਦਿੱਤਾ। ਇੱਕ ਮਾਈ ਭਾਗੋ ਇਹਨਾਂ ਦਾ ਤਾਰੀਖੀ ਕਰੈਕਟਰ ਹੈ, ਖਾਤੂਨ ਇੱਕ, ਤੇ ਉਹ ਇਹਨਾਂ ਦੀ ਤਾਰੀਖ ਦੇ ਵਿੱਚ, ਹਿਸਟਰੀ ਦੇ ਵਿੱਚ ਕੋਈ ਬੜੀ ਇੱਜ਼ਤ ਵਾਲੀ ਖਾਤੂਨ ਸਮਝੀ ਜਾਂਦੀ ਹੈ। ਤੇ ਉਹ ਇੱਕ ਲੜਕੀ ਦੇ ਬਾਰੇ ਨੇ ਲਿਖ ਦਿੱਤਾ ਕਿ ਵੀ ਮੇਰਾ ਵੀ ਉਹ ਮਾਈ ਭਾਗੋ ਵਾਲਾ ਕਿਰਦਾਰ ਹੈ। ਉਹਨਾਂ ਸਿੱਖਾਂ ਨੇ ਇਹਦੇ ਖਿਲਾਫ ਇਤਜਾਜ ਕੀਤਾ ਤੇ ਬੋਰਡ ਇੱਕ ਬੰਦੇ ਨੇ ਸਿਰ ਤੇ ਚੁੱਕਿਆ ਤੇ ਇਹਦੇ ਦਰਵਾਜ਼ੇ ਤੇ ਆ ਗਏ ਜਲੂਸ ਲੈ ਕੇ। ਇਹਦੇ ਮਾਂ ਨੇ, ਇਹਦੇ ਬਾਪ ਨੇ ਉਹਨਾਂ ਕੋਲ ਮਾਫੀ ਸ਼ਾਫੀ ਮੰਗੀ ਤੇ ਮੇਰੇ ਖਿਆਲ ਜਾ ਕੇ ਫਿਰ ਉੱਥੇ ਅੰਮ੍ਰਿਤਸਰ ਵੀ ਮਾਫੀ ਮੰਗੀ ਕਿ ਬਈ ਅਗਰ ਮਾਈ ਭਾਗੋ ਦੀ ਅਸਾਂ ਕੋਈ ਬੇਅਦਬੀ ਕਰ ਦਿੱਤੀ ਹੈ, ਗੁਸਤਾਖੀ ਕਰ ਦਿੱਤੀ ਤਾਂ ਮਾਫੀ ਚਾਹੁੰਦੇ। ਤੇ ਉੱਥੋਂ ਇਹਦੇ ਬਾਪ ਨੇ ਨਾ, ਬਾਪ ਤੇ ਲਿਖਣ ਜੋਗਾ ਨਹੀਂ ਲੇਕਿਨ ਇਹਨੇ ਆਪਣੀ ਬਾਪ ਦੀ ਜ਼ੁਬਾਨ 'ਚ ਅਲਫਾਜ਼ ਲਿਖੇ ਸਨ ਕਿ ਇਹ ਜਿਹੜਾ ਤੂੰ ਸਿਰ ਝੁਕਾ ਕੇ ਬੈਠੇ ਹੈ, ਤੂੰ ਪਰੇਸ਼ਾਨ ਹੈ, ਪਰੇਸ਼ਾਨ ਨਾ ਹੋ ਪੁੱਤਰਾ, ਮੈਂ ਇਹਨਾਂ ਨੂੰ ਜਾਣਨਾ ਵਾ। ਇਹ ਜਿਹੜੇ ਬੋਰਡ ਚੱਕੀ ਫਿਰਦੇ ਨੇ ਨਾ ਸਿਰ ਤੇ, ਇਹਨਾਂ ਨੂੰ ਮੈਂ ਕੌਣ ਕਾਸ਼ ਤੂੰ ਜਾਣਨਾ ਵਾ ਕਿ ਕਿਹਦੇ ਪੁੱਤਰ ਨੇ, ਕਿਹੜੇ ਖਾਨਦਾਨ 'ਚ ਨੇ। ਇਹ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ, ਕੁਝ ਕੰਨੇ ਆਏ ਇੱਥੇ ਭੁੱਖੇ ਫੇਮ ਦੇ, ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ। ਮੁਸੀਬਤ ਤੇ ਮਰਦਾਂ ਤੇ ਪੈਂਦੀ ਰਹਿੰਦੀ ਏ, ਡਰੀ ਨਾ ਤੂੰ ਦੁਨੀਆ ਸਵਾਦ ਲੈਂਦੀ ਏ, ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ, ਇਸ ਰਾਹ ਤੇ ਬਦਨਾਮੀ ਹਾਈ ਰੇਟ ਮਿਲੂਗੀ। ਕੋਈ ਬੜਾ ਹੀ ਮੈਨੂੰ ਪਸੰਦ ਹੈ ਗਾਣਾ ਉਹਦਾ, ਬਹੁਤ ਪਿਆਰੀਆਂ ਗੱਲਾਂ ਉਹਨੇ ਇਹਦੇ 'ਚ ਲਿਖੀਆਂ। ਤੇ ਉਹ ਗੱਲ ਇਹ ਹੈ ਇੱਥੇ ਮੂਸਾ ਭਾਈ ਜਿਹੜੇ ਕਈ ਨੇ ਨਾ, ਕੁਝ ਫੇਮ ਦੇ ਭੁੱਖੇ ਨੇ, ਕੁਝ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕੁਝ ਕਿਸੇ ਨੂੰ ਫੜ ਕੇ ਥੱਲੇ ਲਾਉਣਾ ਚਾਹੁੰਦੇ ਨੇ, ਕੁਝ ਕਿਸੇ ਦਾ ਨਾਂ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ, ਬਸ ਗਾਲਾਂ ਗੋਲਾਂ ਕੱਢ ਕੇ ਨਾ ਉਹਨੂੰ। ਇਹ ਖੰਜ਼ੀਰ ਦੀ ਐਸੀ ਦੀ ਤੈਸੀ ਹੈ, ਖੰਜ਼ੀਰ ਹੈ। ਜੀ ਲੇਕਿਨ ਅਮਰ ਭਾਈ, ਪਹਿਲੀ ਤੇ ਮੈਂ ਤੁਹਾਡੀ ਬੜੀ ਇੱਜ਼ਤ ਕਰਨਾ ਹੈ। ਤੁਸੀਂ ਬੜੀ ਦੇਰ ਤੋਂ ਇਸ ਕਲਟ ਦੇ ਖਿਲਾਫ, ਮੈਂ ਤੁਹਾਡੀ ਪਹਿਲੀ ਦਫਾ ਇੱਕ ਮੁਰੱਬੀ ਨਾਲ ਬਹਿਸ ਸੁਣੀ ਸੀ, ਪਤਾ ਨਹੀਂ ਕਿੰਨੇ ਸਾਲ ਪਿੱਛੇ ਚੱਲ ਜਾ। ਤੁਸੀਂ ਮੁਹੰਮਦੀ ਬੇਗਮ ਦੀ ਗੱਲ ਕਰ ਰਹੇ ਸੀ ਇਹਦੇ ਨਾਲ, ਤੇ ਮੈਂ ਉਦੋਂ ਕਾਦੀਆਨੀ ਸੀ ਤੇ ਉਹ ਮੁਰੱਬੀ ਜਿਹੜਾ ਸੀ ਉਹਨੂੰ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਸੀ ਉਹ ਦੇ ਸਕਦਾ। ਤੁਸੀਂ ਗੱਲ ਕਰਦੇ ਪਏ ਸੀ ਸੱਚੀ, ਤੇ ਮੈਂ ਉਦੋਂ ਦਾ ਹੀ ਇਹਨਾਂ ਨੂੰ ਫਿਰ ਨਾ ਢਟੋਲਣਾ ਸ਼ੁਰੂ ਕਰ ਦਿੱਤਾ। ਤੇ ਮਾਸ਼ਾਅੱਲਾ ਹੁਣ ਵੀ ਤੁਸੀਂ ਜਿਹੜਾ ਬਰਾੜ ਦੇ ਤੁਸੀਂ ਜਿਸ ਤਰੀਕੇ ਨਾਲ ਕੰਮ ਕਰ ਰਹੇ ਹੋ, ਔਰ ਮੈਨੂੰ ਇਸ ਕਲਟ ਦਾ ਪਤਾ ਹੈ ਕਿ ਜਿਹੜਾ ਬੰਦਾ ਇਹਨਾਂ ਦੀ ਸੱਚਾਈ ਸਾਹਮਣੇ ਲਿਆਵੇ ਨਾ, ਸਹੀ ਜਿਹੜਾ ਬੰਦਾ ਜਿਹੜਾ ਸੱਚਾਈ ਇਹਨਾਂ ਦੀਆਂ ਛੁਪੀਆਂ ਹੋਈਆਂ ਗੱਲਾਂ ਸਾਹਮਣੇ ਲਿਆਵੇ, ਉਹਦੇ ਇਹ ਅਗੇਂਸਟ ਬਹੁਤ ਚੱਲਦੇ ਨੇ। ਉਹ ਇਹਨਾਂ ਨੂੰ ਬੰਦਾ ਪਸੰਦ ਨਹੀਂ ਹੁੰਦਾ, ਜਿਨ੍ਹਾਂ ਵਿੱਚ ਤੁਸੀਂ ਵੀ ਆਉਂਦੇ ਹੋ। ਕਿ ਤੁਸੀਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ 40-40, 50-50 ਸਾਲ ਤੋਂ ਛਪਾਈਆਂ ਹੋਈਆਂ ਨੇ, ਕਿ ਜਿਹੜੀਆਂ ਕਿ
ਪਰਦੇਸ਼ੀ ਅਹਿਮਦੀਆਂ ਨੂੰ ਨਹੀਂ ਪਤਾ ਤੇ ਤੁਸੀਂ ਆ ਕੇ ਬਰੋਡਰਾਂ ਦੇ ਦੱਸਦੇ ਹੋ। ਤੇ ਇਸ ਵਾਸਤੇ ਇਹ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਤੁਹਾਨੂੰ ਪਸੰਦ ਨਹੀਂ ਕਰਦੇ, ਤੁਹਾਨੂੰ ਟਾਰਗੇਟ ਕਰਦੇ ਨੇ। ਬਾਕੀ ਮਾਸ਼ਾਅੱਲਾ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਬਹੁਤ ਅੱਛਾ ਸਪੀਚ ਕਰਦੇ ਹੋ, ਬੋਲਦੇ ਹੋ। ਕੋਈ ਇਹਨਾਂ ਦਾ ਮੁਰੱਬੀ, ਕੋਈ ਐਸਾ ਬੰਦਾ ਇਸ ਪਾਏ ਦਾ ਨਹੀਂ ਹੈਗਾ ਕਿ ਜਿਹੜਾ ਤੁਹਾਡੇ ਨਾਲ ਗੱਲ ਕਰ ਸਕੇ। ਤੇ ਬਾਕੀ ਇਹਨਾਂ ਨੇ ਹੁਣ ਗੰਦ ਬਲਾਈ ਕਰਨਾ ਹੈ ਨਾ, ਤੁਹਾਡੇ ਨਾਲ ਗੱਲ ਤੇ ਕਰ ਨਹੀਂ ਸਕਦੇ ਫੇਸ ਟੂ ਫੇਸ ਆ ਕੇ, ਕਿਸੇ ਵੀ ਮੌਜੂ ਦੇ ਉੱਪਰ ਆ ਕੇ ਕਿਸੇ ਮੌਜੂ ਦੇ ਨਾਲ ਨਹੀਂ ਤੁਹਾਡੇ ਨਾਲ ਗੱਲ ਕਰ ਸਕਦੇ। ਕੋਈ ਵੀ ਇਹਨਾਂ ਦਾ ਮੁਰੱਬੀ ਆ ਜਾਵੇ, ਮੈਂ ਕਹਿੰਦਾ ਅਨਸਰ ਜ਼ਾਵਾ ਤੁਹਾਡੇ ਅੱਗੇ 5 ਮਿੰਟ ਨਹੀਂ ਕੱਢ ਸਕਦਾ। ਇਹ ਜਿਹੜਾ ਵਾ ਲਿਆਉਣ ਦੇ ਸਹੀ ਤੁਹਾਡੇ ਸਾਹਮਣੇ, ਤੇ ਇਸ ਗੱਲ ਦੀ ਇਹਨਾਂ ਨੂੰ ਤਕਲੀਫ ਹੈਗੀ ਆ। ਤੇ ਬਾਕੀ ਆਹ ਜਿਹੜੀ ਤੁਸੀਂ ਇੱਕ ਗੱਲ ਸੁਣਾ ਰਹੇ ਸੀ ਨਾ ਪਿਛਲੇ ਪਿੰਡ ਦੀ, ਮੇਰਾ ਜਿਹੜਾ ਦਾਦਾ ਸੀ ਮਾੜੀ ਬੁੱਚੀਆਂ ਦਾ ਸੀ, ਕਾਦਿਆਂ ਤੋਂ 22 ਕਿਲੋਮੀਟਰ ਦੇ ਫਾਸਲੇ ਤੇ ਮਾੜੀ ਬੁੱਢੀ ਦਰਿਆ ਬਿਆਸ ਦੇ ਕਿਨਾਰੇ ਸੀ ਪਿੰਡ। ਇਹਨਾਂ ਦੀਆਂ ਮੈਂ ਤੁਹਾਨੂੰ ਹੇਰਾ ਫੇਰੀਆਂ ਦੱਸਣਾ ਕਿ ਹੇਰਾ ਫੇਰੀਆਂ ਇਹ ਕੀ ਕਰਦੇ ਨੇ। ਉਹ ਆਪਣੇ ਘੋੜੇ ਤੇ ਜਾਂਦੇ ਹੁੰਦੇ ਸੀ ਤੇ ਕਾਦਿਆਨ, ਤੇ ਇਹ ਮਿਰਜ਼ਾ ਸਾਹਿਬ ਨੇ ਉਹਨਾਂ ਨੂੰ ਕਾਬੂ ਕਰ ਲਿਆ ਜੀ, ਮੈਂ ਮੁਜੱਦਦ ਹਾਂ। ਉਹ ਮੁਜੱਦਦ ਕਰਕੇ ਉਹਨਾਂ ਨੇ ਮੰਨ ਲਿਆ। ਇਹ ਸੀ ਬਹੁਤ ਮਿਰਜ਼ਾ ਸਾਹਿਬ ਬੜੇ ਵੱਡੇ ਫਰਾਡੀਏ ਸੀ, ਕਿਸੇ ਨੂੰ ਮੁਜੱਦਦ ਕਹਿ ਕੇ ਫਸਾ ਲੈਂਦੇ ਸੀ, ਕਿਸੇ ਨੂੰ ਆਲਮ ਕਹਿ ਕੇ ਫਸਾ ਲੈਂਦੇ ਸੀ। ਅਸਲ ਤੇ ਆਪਣੇ ਫਿਰਕੇ 'ਚ ਲਿਆਉਂਦੇ ਸੀ, ਇਹ ਇੱਕ ਫਿਰਕਾ ਬਣਾ ਲਿਆ ਸੀ ਇਹਨਾਂ ਨੇ। ਉਹ ਖੈਰ ਮੇਰੇ ਦਾਦਾ ਜੀ ਉੱਥੇ ਇਹਨਾਂ ਦੀ ਉੱਥੇ ਮਸਜਿਦ 'ਚ ਕਾਦਿਆਨ ਗਏ, ਇਹਨਾਂ ਨੇ ਜੁਮਾ ਪੜ੍ਹਿਆ ਘੋੜੇ ਦੇ, ਤੇ ਘੋੜਾ ਉਹਨਾਂ ਨੇ ਬਾਹਰ ਬੰਨ੍ਹ ਦਿੱਤਾ। ਉਹ ਜੁਮਾ ਪੜ੍ਹ ਕੇ ਜਦੋਂ ਬਾਹਰ ਨਿਕਲ ਕੇ ਆਏ ਤੇ ਘੋੜਾ ਉਹਨਾਂ ਦਾ ਉੱਥੇ ਕੋਈ ਨਾ, ਜਿੱਥੇ ਉਹਨਾਂ ਨੇ ਬੰਨਿਆ ਸੀ ਰੱਸੀ, ਜਿੱਥੇ ਵੀ ਕਿੱਲੇ ਦੇ ਨਾਲ। ਉਹ ਵਾਪਸ ਅੰਦਰ ਚਲੇ ਗਏ। ਉਦੋਂ ਜਨਾਬ ਉਸ ਜ਼ਮਾਨੇ ਦੇ ਵਿੱਚ ਮਿਰਜ਼ਾ ਸਾਹਿਬ ਦੀ ਜਿਹੜੀ ਵਾਈਫ, ਜਿਹਨੂੰ ਅੰਮਾ ਜਾਨ ਕਹਿੰਦੇ ਨੇ, ਅੰਮਾ ਜਾਨ ਕਹਿੰਦੇ ਹੁੰਦੇ ਸੀ ਜੀ, ਉਹਨਾਂ ਨੂੰ ਪਤਾ ਲੱਗਾ ਕਿ ਜੀ ਉਹ ਦਾਦਾ ਜੀ ਮੇਰੇ ਦਾ ਜਿਹੜਾ ਘੋੜਾ ਵਾ ਉਹ ਅੱਗੇ ਪਿੱਛੇ ਹੋ ਗਿਆ। ਤੇ ਉਹਨਾਂ ਨੇ ਨਾ ਇੱਕ ਕਲਮ ਦੇ ਉੱਤੇ ਇੱਕ ਦੁਆ ਲਿਖ ਕੇ ਦਿੱਤੀ ਉਹਨਾਂ ਨੂੰ, ਤੇ ਉਹਨਾਂ ਨੂੰ ਕਹੋ ਜੀ ਆਹ ਪੜ੍ਹੋ। ਉਹਨਾਂ ਨੂੰ ਆਪਣੇ ਘੋੜੇ ਦੀ ਪਈ ਸੀ, ਉਹਨਾਂ ਨੇ ਖੈਰ ਉਹ ਫੜ ਲਈ ਹੱਥ ਦੇ ਵਿੱਚ ਦੁਆ ਕਿ ਉਹਨਾਂ ਨੇ ਪੜ੍ਹਨੀ ਸੀ। ਹਜੇ ਬਾਹਰ ਨਿਕਲੇ ਹੀ ਹੈ ਤੇ ਘੋੜਾ ਆ ਗਿਆ ਵਾਪਸ। ਹੁਣ ਇਹਨਾਂ ਨੇ ਆਪਣੀ ਬੁੱਕ 'ਚ ਲਿਖੀ ਇਹ ਗੱਲ, ਦੇਖੋ ਜੀ, ਦੁਆਓਂ ਕਾ ਅਸਰ, ਅੰਮਾ ਜਾਨ ਕੀ ਦੁਆਓਂ ਕਾ ਅਸਰ। ਹਜੇ ਉਹਨਾਂ ਨੇ ਕਲਮ ਦੇ ਦੁਆ ਲਿਖ ਕੇ ਦਿੱਤੀ ਤੇ ਘੋੜਾ ਉਹਨਾਂ ਨਾਲ ਦੌੜਦਾ ਆ ਗਿਆ ਉਸੇ ਵਕਤ। ਹਾਲਾਂਕਿ ਇਹ ਹਕੀਕਤ ਨਹੀਂ, ਇਹ ਸਭ ਝੂਠ ਤੇ ਫਰਾਡ ਆ। ਉਹ ਜਿਹੜਾ ਘੋੜਾ ਸੀ ਉਹ ਮੇਰੇ ਦਾਦਾ ਜੀ ਨੂੰ 1 ਕਿਲੋਮੀਟਰ ਰੇਂਜ ਦੇ ਵਿੱਚ ਸਮੈਲ ਕਰ ਲੈਂਦਾ ਸੀ। ਉਹ ਦੀ ਚਾਰਦੀਵਾਰੀ ਦੇ ਅੰਦਰ ਸੀ, ਜੂ ਹੀ ਉਹ ਬਾਹਰ ਨਿਕਲੇ ਨੇ ਤੇ ਘੋੜਾ ਜਨਾਬ ਫੌਰਨ ਉਹਨਾਂ ਨੂੰ ਸਮੈਲ ਕਰਕੇ ਤੇ ਉਹਨਾਂ ਦੇ ਕੋਲ ਆ ਗਿਆ। ਅਸਲ ਹਕੀਕਤ ਇਹ ਆ। ਤੇ ਇਹਨਾਂ ਨੇ ਜਨਾਬ ਆਪਣੀ ਬੁੱਕ ਦੇ ਵਿੱਚ ਜਨਾਬ ਪਤਾ ਨਹੀਂ ਲਿਖ ਕੇ ਲਾਇਆ ਵਾ ਇਹ ਦੁਆਓਂ ਕਾ ਅਸਰ। ਮਤਲਬ ਇੰਜ ਦੀਆਂ ਹਰ ਗੱਲ ਦੇ 'ਚ ਇਹਨਾਂ ਦਾ ਝੂਠ ਤੇ ਫਰਾਡ ਹੁੰਦਾ ਵਾ, ਪੋਲੀਟਿਕਸ ਹੁੰਦੀ ਆ ਜੀ। ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਵੀ ਸਾਰਾ ਦਿਨ ਇਹ ਹੀ ਲੋਕਾਂ ਨੂੰ ਦੱਸਣਾ ਕਿ ਬਈ ਫਰਾਡ ਦੀ ਤੇ ਧੋਖੇ ਦੀ ਇੱਕ ਦੁਕਾਨ ਹੈ। ਹੇਰਾ ਫੇਰੀਆਂ ਕਰ ਕਰਕੇ ਝੂਠ ਬੋਲ ਬੋਲ ਕੇ ਲੋਕਾਂ ਦਾ ਮਾਲ ਲੁੱਟਿਆ ਨੇ। ਚਲੋ ਮਾਲ ਤੇ ਹਰ ਬੰਦੇ ਦਾ ਜ਼ਾਤੀ, ਉਹ ਚਾਹੇ ਤੇ ਖੂਬ ਸੁੱਟ ਦੇਵੇ ਤੇ ਚਾਹੇ ਤੇ ਆਪਣੇ ਕਿਰੇ ਸਹੀ ਜਗ੍ਹਾ ਤੇ ਉਹਨੂੰ ਇਸਤੇਮਾਲ ਕਰ ਲਵੇ। ਲੇਕਿਨ ਤੁਰਰਾ ਇਹ ਵੇ ਕਿ ਉਹ ਇਹੋ ਜਿਹੀਆਂ ਗਲਤ ਗੱਲਾਂ ਇਸਲਾਮ ਔਰ ਅਹਿਲੇ ਇਸਲਾਮ ਵੱਲ ਮਨਸੂਬ ਕਰਦੇ ਨੇ, ਪੈਗੰਬਰ ਇਸਲਾਮ ਵੱਲ ਮਨਸੂਬ ਕਰਦੇ ਨੇ, ਉਹ ਸਾਨੂੰ ਤਕਲੀਫ ਦਿੰਦੀਆਂ ਨੇ। ਵਰਨਾ ਸਾਨੂੰ ਤਾਂ ਕੋਈ ਪਰਵਾਹ ਨਹੀਂ ਹੈ। ਓਪਨ ਆਈ ਸਾਹਿਬ ਨੇ ਤੇ ਸਾਡੇ ਵੱਲੋਂ 1000 ਯੂਰੋ ਦੇਣ ਮਹੀਨੇ ਦਾ, ਉਹਨਾਂ ਨੂੰ 2000 ਯੂਰੋ ਦੇਣ, ਚੱਸ ਲੈਣ ਇਹਨਾਂ ਦਾ ਮਾਲ ਹੈ। ਸਿਰਫ ਸਾਨੂੰ ਉਦੋਂ ਤਕਲੀਫ ਹੁੰਦੀ ਜਦੋਂ ਸਾਡੇ ਮਹਿਬੂਬ ਨਬੀ ਵੱਲ ਗਲਤ ਗੱਲਾਂ ਮਨਸੂਬ ਕਰਦੇ ਨੇ, ਬੇਹੂਦਾ। ਇਹ ਵੀ ਹੁਣ ਝੂਠ ਲਿਖਿਆ ਹੈ ਔਰ ਐਸੀ ਬੇਹੂਦਾ ਗੱਲ ਲਿਖੀ ਹੈ ਕਿ ਜਿਹੜੀ ਤਕਲੀਫ ਦਿੰਦੀ ਹੈ ਮੁਸਲਮਾਨਾਂ ਨੂੰ। ਮਾਸੂਮ ਨਬੀ ਦੀ ਤਰਫ ਇਹੋ ਜਿਹੀ ਘਟੀਆ ਗੱਲ ਲਿਖਣੀ ਹੈ ਜੀ। ਬਿਲਕੁਲ ਸਹੀ ਫਰਮਾ ਰਹੇ ਜੀ। ਉਹ ਬਈ ਓਪਨ ਆਈ ਸਾਹਿਬ, ਤੁਸੀਂ ਉੱਥੇ ਬੁਲਾ ਰਹੇ ਸੀ ਵੀ ਸਾਡੀ ਬਰਾੜ ਤੇ ਪਤਾ ਨਹੀਂ ਕੌਣ ਆਉਂਦਾ ਸੀ, ਟਰੁੱਥ ਸਿੱਖਰ ਆਉਂਦਾ ਸੀ ਬੁਲਾਉਣ। ਇੱਥੇ ਹੀ ਆ ਕੇ ਦੇ ਦਿਓ ਤੇ ਅਸੀਂ ਲਾ ਦਿੰਦੇ ਹਾਂ ਪੋਸਟਰ, ਇਸਕਾ ਸਬੂਤ ਦੋ, ਮੂੰਹ ਮੰਗਾ ਇਨਾਮ ਲੋ। ਇਹ ਤੁਹਾਡੇ ਸਾਹਮਣੇ ਲੱਗਾ ਹੈ ਜੀ ਜੀ। ਨਹੀਂ ਅਮਰ ਭਾਈ, ਮੈਂ ਤੇ ਇਸ ਬੰਦੇ ਨੂੰ ਬਲਾਕ ਮਾਰ ਦੇਣਾ। ਦਿਨ ਵਿੱਚ 100 ਕੁ ਦਫਾ ਇਹ ਲਾਈਵ ਸ਼ੇਅਰ ਕਰ ਦਿੰਦਾ।
ਪਤਾ ਵੀ ਅੱਜ ਕਿ ਕੱਲ ਨਹੀਂ ਬਹੁਤ ਆਣਾ ਇਹਨਾਂ ਨੇ ਨਹੀਂ ਆਣਾ, ਵਜ੍ਹਾ ਵੀ ਤੈਨੂੰ ਪਤਾ ਵੇ, ਫਿਰ ਲਾਈਵਾਂ ਸ਼ੇਅਰ ਕਰੀ ਜਾਏਗਾ, ਮੈਂ ਉਹਨੂੰ ਕਰ ਦੇਣਾ ਬਲਾਕ, ਭਾਈ ਲਾਈਵਾਂ ਨਾ ਸ਼ੇਅਰ ਕਰ, ਰਹਿਣ ਦੇ। ਨਹੀਂ ਅੱਜ ਕੱਲ ਕਾਫੀ ਸ਼ੇਅਰਿੰਗ ਕਰ ਰਿਹਾ ਕਿਉਂਕਿ ਬੰਦਾ ਕੋਈ ਨਹੀਂ ਨਾ ਆਉਂਦਾ। ਹਾਂ ਜਦੋਂ ਅਸੀਂ ਜਾਂਦੇ ਸਾਂ ਇਹ ਚੁੱਪ ਕਰਕੇ ਸੁਣਦਾ ਸੀ ਦੋਵਾਂ ਪਾਰਟੀਆਂ ਦੀ, ਤੇ ਉਦੋਂ ਉੱਥੇ 100 ਬੰਦਾ ਇਕੱਠਾ ਹੁੰਦਾ ਸੀ। ਹੁਣ ਉੱਥੇ 22 ਬੰਦੇ ਬੈਠੇ ਸਨ ਤੇ ਉਹ ਸੱਪ ਜਿਹਾ ਰਿੰਗੜੀ ਮਾਰ ਕੇ ਬੈਠਾ ਸੀ, ਉਹਨੂੰ ਵੀ ਉਹ ਵੀ ਟੁਰ ਗਿਆ ਤੇ ਇਹ ਵੀ ਟੁਰ ਗਏ ਨੇ ਬੰਦ ਕਰਕੇ। ਨਹੀਂ ਅਮਰ ਭਾਈ ਗੱਲ ਸੁਣੋ ਮੇਰੀ, ਤੂੰ ਕਹਿਣਾ ਵੇ ਕਿ ਮੈਂ ਜਨਾਬ ਕਰਨਾ ਵਾ ਇਨਸਾਫ ਵਾਲੀ ਲਾਈਵ ਚਲਾਣਾ ਵਾ, ਉਦੋਂ ਬਹਿ ਕੇ ਉਹ ਜ਼ਰਤਸ਼ਤ ਜਿਹੜਾ ਐਡਾ ਵੱਡਾ ਸ਼ਾਤਮ ਇਨਸਾਨ ਉਹ ਮੁਹਾਤਲ ਮੋਮਿਨੀਨ ਦੇ ਉੱਤੇ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਬਕਵਾਸ ਕਰ ਰਿਹਾ, ਤੇ ਜੇ ਆ ਕੇ ਕਿਸੇ ਮੁਸਲਮਾਨ ਨੇ ਉਹ ਨੁਸਰਤ ਜਹਾਂ ਨੂੰ ਕੁਛ ਕਹਿ ਦਿੱਤਾ ਤੇ ਜਨਾਬ ਇਹ ਤੁਸੀਂ ਚੁੱਕਿਆ ਕਿਉਂ ਏ, ਇਹਨੂੰ ਲਾਓ ਥੱਲੇ, ਕਰਾ ਨਾ ਬਰਾਬਰੀ ਦੀ, ਇਨਸਾਫ ਦੀ ਗੱਲ ਕਰਾ ਨਾ। ਫਿਰ ਤੂੰ ਅਗਰ ਕਰਨਾ ਵੇ ਤੇ ਕਰਾ, ਫਿਰ ਬਰਾਬਰੀ ਦੀ ਉਹ ਵੀ ਗੱਲ ਕਰੇ, ਤੂੰ ਵੀ ਗੱਲ ਕਰ। ਇਹ ਵੱਖਰਾ ਨਾ ਪਖੰਡ ਫੜਿਆ, ਲੜਾਈ ਹੋ ਜਾਂਦੀ ਹੈ ਠੀਕ ਹੈ, ਲੜਾਈ ਹੁੰਦੀ ਰਹਿੰਦੀ ਹੈ, ਲੇਕਿਨ ਲਿਮਟ ਹੈ ਨਾ। ਤੁਸੀਂ ਅੰਬੀਆ ਦੀ ਸ਼ਾਤਮੀਅਤ ਕਰੋ, ਮੁਹਾਤਲ ਮੋਮਿਨੀਨ ਦੇ ਬਾਰੇ ਬਕਵਾਸ ਕਰੋ, ਸਾਹਬੇ ਕਰਾਮ ਤੇ ਭੌਂਕੋ, ਤੇ ਤੁਸੀਂ ਕਹੋ ਨਹੀਂ ਫਿਰ ਵੀ ਅਸੀਂ ਜਿਹੜੇ ਨਾ ਫਿਰ ਵੀ ਇੱਕੋ ਵਰਗੇ, ਨਾ ਇਹ ਲਿਮਟ ਹੈ, ਰੈਡ ਲਾਈਨ, ਇੱਥੋਂ ਅਗਾਂਹ ਜਾਓਗੇ ਤੇ ਫਿਰ ਕੰਮ ਖਰਾਬ ਹੀ ਹੈ। ਬਿਲਕੁਲ ਇਹ ਬਰਦਾਸ਼ਤ ਨਹੀਂ ਹੈ ਕਿਸੇ ਕੀਮਤ ਤੇ, ਕੋਈ ਮੁਸਲਮਾਨ ਇਸ ਬੇਹਯਾਈ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਤੁਹਾਨੂੰ ਤੁਸੀਂ ਜੋ ਮਰਜ਼ੀ ਗਾਲਾਂ ਕੱਢੋ, ਤੁਸੀਂ ਇਸਲਾਮੀ ਮੁਕੱਦਸਾਤ ਦੀ ਤੋਹੀਨ ਕਰੋ, ਉਹ ਅੱਗੇ ਲਿਟਰੇਚਰ 'ਚ ਜਿਹੜਾ ਗੰਦ ਲਿਖਿਆ ਉਹ ਹੀ ਬਤੇਰਾ ਹੈ। ਇੱਕ ਤੇ ਕਹਾਣੀ ਦੇ ਉੱਤੋਂ ਪੈ ਗਿਆ ਪਾਣੀ, ਜਿਹੜਾ ਲਿਟਰੇਚਰ 'ਚ ਗੰਦ ਲਿਖਿਆ ਤੁਸੀਂ ਉਹਨੂੰ ਹੀ ਸਾਂਭੋ, ਤੁਸੀਂ ਨਵੇਂ ਬਕਵਾਸ ਇੱਥੇ ਕਰਨ ਲੱਗ ਪਏ ਸੋਸ਼ਲ ਮੀਡੀਆ ਦੇ ਉੱਤੇ, ਇਹ ਤੇ ਨਹੀਂ ਨਾ ਕੋਈ ਬਰਦਾਸ਼ਤ ਕਰਨਾ। ਇਹ ਜਿਹੜੀ ਗੱਲ ਸਾਹਮਣੇ ਲਿਖੀ ਹੈ ਇਹ ਝੂਠ ਬੋਲਿਆ ਔਰ ਨਬੀ ਪਾਕ ਦੀ ਤੋਹੀਨ ਕੀਤੀ ਹੈ। ਇਹਦੇ ਤੇ ਕੋਈ ਨਹੀਂ ਕਿਸੇ ਨੇ ਗੱਲ ਕਰਨੀ, ਇਹਦੇ ਤੇ ਵੇਖ ਕੇ ਮੂੰਹ ਵੱਟ ਲੈਣਾ, ਹੋਂਠ ਇਹਨਾਂ ਦੇ ਸੀ ਕਿਤਨੇ ਨੇ ਜਿੱਦਾਂ ਮਸ਼ੀਨ ਦੇ ਵਿੱਚ ਪਾ ਕੇ ਸੂਈ ਦੇ ਨਾਲ ਨਹੀਂ ਸੀਵੀ ਦੇ ਕੱਪੜੇ, ਇੰਜ ਨਾਲ ਦੇ ਹੋਂਠ ਸੀ ਜਾਣੇ ਨੇ ਇਹ ਵੇਖ ਕੇ। ਤੇ ਉਂਝ ਨਾਲ ਕਹੋ ਨਾ ਅੰਬੀਆ ਤੁਸੀਂ ਭੌਂਕੋ, ਸਾਹਬਾ ਤੇ ਕਰਾਮ ਦੇ ਉੱਤੇ ਬਕਵਾਸ ਕਰੋ, ਤੇ ਭੱਜ ਕਿਉਂ ਆਉਂਗੇ? ਤੇ ਉਹ ਖਾਜਾ ਸਾਹਿਬ ਆ ਕੇ ਦੱਸੋ ਵੀ ਕੀ ਝੂਠ ਬੋਲਿਆ ਸੀ। ਇਹ ਝੂਠ ਮਿਰਜ਼ਾ ਕਾਦੀਆਨੀ ਨੇ ਬੋਲਿਆ, ਸਾਹਮਣੇ ਲੱਗੇ ਹੈ। ਅਸੀਂ ਕਿਹੜਾ ਝੂਠ ਬੋਲਿਆ ਇਹਦੇ 'ਚ? ਝੂਠੇ ਇਨਸਾਨ ਹੈ ਆਪ ਲੋਕ। ਝੂਠ ਤੁਹਾਡੇ ਸਾਹਮਣੇ, ਤੁਹਾਡੇ ਮੂੰਹ ਬੋਲੇ ਨਬੀ ਦਾ ਉਹਦਾ ਸਕੈਨ ਲੱਗੇ ਹੈ, ਤੁਸੀਂ ਸਾਨੂੰ ਝੂਠਿਆਂ ਕਹਿਣ ਲੱਗੇ ਹੋ। ਤਨਵੀਰ ਖਾਜਾ ਸਾਹਿਬ ਆ ਕੇ ਦੱਸੋ ਜਿਹੜਾ ਝੂਠ ਬੋਲਿਆ ਹੈ। खिरद का नाम जनू जनू का खिरद रख दिया। ਜਿਹੜਾ ਝੂਠਾ ਹੈ ਉਹਨੂੰ ਸੱਚਾ ਕਹਿਣ ਲੱਗੇ ਨੇ, ਜਿਹੜੇ ਸੱਚ ਬੋਲਦੇ ਉਹਨੂੰ ਝੂਠਾ ਕਹਿਣ ਲੱਗੇ ਨੇ। ਇਹਦਾ ਨਾਮ ਮਿਰਜ਼ਾਈਅਤ। ਜੀ ਮੂਸਾ ਭਾਈ ਤੁਸੀਂ ਕੋਈ ਗੱਲ ਕਰਨੀ ਸੀ? ਜੀ ਮੈਂ ਇਹ ਇਹਨਾਂ ਦਾ ਤਰੀਕੇਵਾਰ ਦਾ ਤੇ ਹੁੰਦਾ ਨਾ, ਇਹ ਹੁਣ ਤੁਸੀਂ ਜਿਹੜੇ ਲਾਤਾ ਬਰੋਡ ਦੇ ਸਾਹਮਣੇ ਪੇਜ ਦੇ, ਤੇ ਇਹ ਹੁਣ ਮੀਟਿੰਗ ਕਰਨਗੇ ਨਾ 3-4 ਆਪਸ ਦੇ ਵਿੱਚ ਕਿ ਇਹਦਾ ਹੱਲ ਕੀ ਆ, ਅਸੀਂ ਕਿਹੜਾ ਝੂਠ ਨਵਾਂ ਤਿਆਰ ਕਰੀਏ ਤੇ ਇਹਨੂੰ ਝੂਠ ਜਿਹੜਾ ਲਿਖਿਆ ਇਹਨੂੰ ਸੱਚ ਸਾਬਤ ਕਿੰਝ ਕਰਨਾ ਹੈ। ਇਹ ਮੀਟਿੰਗ ਕਰਨਗੇ ਆਪਸ ਦੇ ਵਿੱਚ ਬਹਿ ਕੇ। ਇੱਕ ਦਿਨ ਮੈਂ ਵੇਖਿਆ ਇੱਕ ਬਰਾੜ ਦੇ 3-4 ਲੋਕ ਬੈਠੇ ਸੀ, ਯਕੀਨ ਕਰੋ ਕੁਰਾਨ ਦੀਆਂ ਆਇਤਾਂ ਦਾ ਜਿਹੜੇ ਸੀ ਨਾ ਆਪਣਾ ਆਪਣਾ ਤਰਜਮਾ ਕਰਨ ਡਏ ਸੀ। ਇੱਕ ਕਹਿ ਰਿਹਾ ਸੀ ਇਹ ਤਰਜਮਾ ਠੀਕ ਆ, ਦੂਜਾ ਕਹਿ ਰਿਹਾ ਸੀ ਆਹ ਠੀਕ ਆ। ਤੇ ਮੈਂ ਉਹਦੇ ਨੀਚੇ ਲਿਖਿਆ, ਮੈਂ ਕਿਹਾ ਉਹ ਕੁਰਾਨ ਦੀਆਂ ਆਇਤਾਂ ਦੇ ਜ਼ੁਲਮ ਨਾ ਕਰੋ। ਤੇ ਫਿਰ ਬਰਾੜ ਬੰਦ ਕਰਕੇ ਫਟਾਫਟ ਨਿਕਲ ਗਿਆ। ਤੇ ਇਹਨਾਂ ਦਾ ਕੰਮ ਆ ਜੀ, ਇਹਨਾਂ ਦਾ ਕਾਰੋਬਾਰ ਹੀ ਹੈ ਇਹਨਾਂ ਦਾ, ਝੂਠ ਨੂੰ ਸੱਚ ਕਿੰਝ ਬਣਾਉਣਾ, ਸੱਚ ਕਿੰਝ ਬਣਾਉਣਾ। ਮੂਸਾ ਸਾਹਿਬ ਤੁਸੀਂ ਇਹ ਦੱਸੋ ਕਿ ਕਹਿ ਰਹੇ ਸੋ ਤੁਸੀਂ, ਮੈਂ ਕੁਝ ਅਰਸਾ ਪਹਿਲੇ ਸੁਣਿਆ ਸੀ ਲਾਈਵ ਕਿ ਤੁਸੀਂ ਤਬਲੀਗ ਕਰ ਰਹੇ ਹੋ ਆਪਣੇ ਜਿਹੜੇ ਅਜ਼ੀਜ਼ ਰਿਸ਼ਤੇਦਾਰ ਨੇ, ਕਿਉਂਕਿ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਉਹ ਰਹਿੰਦੇ ਨੇ ਤੁਹਾਡੇ ਇਰਦ ਗਿਰਦ, ਉਹਨਾਂ 'ਚ ਕੋਈ ਕਬੂਲ ਇਸਲਾਮ ਹੋਇਆ ਹੈ ਕਿ ਨਹੀਂ? ਹਾਂਜੀ, ਮੇਰਾ ਬਰਾੜ ਦੇ ਵੇਖੋ ਜੀ ਕੋਈ ਫੇਮਸ ਹੋਣ ਦਾ ਮਕਸਦ, ਮੇਰਾ ਮਕਸਦ ਹੀ ਸਿਰਫ ਇਹ ਕਿ ਮੈਂ ਆਪਣੇ ਰਿਸ਼ਤੇਦਾਰ ਵਾਪਸ ਲਿਆਉਣੇ। ਮੈਂ ਆਪਣੀ ਬ੍ਰਦਰ ਦਾ ਜਿਹੜਾ ਬ੍ਰਦਰ ਆ ਉਹਦੀ ਫੈਮਿਲੀ ਬਿਲਕੁਲ ਆ ਗਈ ਆ, ਤਕਰੀਬਨ 7-8 ਜੀ ਜਿਹੜੇ ਨੇ ਉਹ ਵੀ ਮੁਸਲਮਾਨ ਹੋ ਗਏ ਨੇ, ਮੁਸਲਮਾਨ ਹੋ ਗਏ ਨੇ ਜੀ। 8-10 ਲੋਕ ਨੇ, ਬਾਕੀ ਹੌਲੀ ਹੌਲੀ ਆਉਣਗੇ ਸਾਰੇ ਹੀ। ਤੇ ਬਾਕੀ ਮੈਂ ਤੁਹਾਨੂੰ ਇੱਕ ਉਲਾਮਾ ਸਾਹਿਬ ਗੱਲ ਦੱਸਾਂ ਕਿ ਇਹ ਜੋ ਕੁਛ ਬਰਾਟਾਂ ਦੇ ਇਹ ਕਰਦੇ ਨੇ ਨਾ, ਤੋਹੀਨ ਕਰਦੇ ਨੇ ਅੰਬੀਆ ਦੀ, ਸਹਾਬਾ ਕਰਾਮ ਦੀ, ਸਭ ਜੋ ਵੀ ਇਹ ਕੁਛ ਕਰਦੇ ਨੇ, ਬਹੁਤ ਸਾਰੇ ਜਿਹੜੇ ਕਾਦੀਆਨੀ ਆ ਉਹਨਾਂ ਨੂੰ ਇਹਨਾਂ ਦੀਆਂ ਇਸ ਹਰਕਤਾਂ ਦਾ ਪਤਾ ਹੀ ਨਹੀਂ ਹੈਗਾ।
ਇਹ ਕੀ ਕਰਨ ਡਏ ਨੇ ਬਰਾਡਾਂ ਦੇ ਉੱਪਰ। ਇਸ ਬਰਾਡਾਂ ਦੇ ਜੀ, ਤੇ ਮੈਂ ਕੋਸ਼ਿਸ਼ ਕਰਨ ਡਿਆ ਕਿ ਇਹਨਾਂ ਦੀਆਂ ਬਰਾਡਾਂ ਉਹਨਾਂ ਨੂੰ ਦਿਖਾਈਏ ਇਹ ਕੀ ਹਰਕਤਾਂ ਕਰਦੇ ਨੇ, ਤੇ ਉਹਨਾਂ ਨੇ ਜਦੋਂ ਇਹਨਾਂ ਦੀਆਂ ਦੇਖਣੀਆਂ ਨੇ ਕਿ ਕਰਦੇ ਨੇ, ਇਹਨਾਂ ਨੂੰ ਉਂਝ ਹੀ ਇਹਨਾਂ ਦੇ ਲਾਨਤ ਪਾ ਦੇਣੀ ਆ। ਇਹ ਪਤਾ ਨਹੀਂ ਬਹੁਤ ਸਾਰੇ ਕਾਦੀਆਨੀ ਤੇ ਇਹਨੂੰ ਨਬੀ ਸਮਝਦੇ ਨਹੀਂ ਸਨ, ਉਹ ਤੇ ਮੁਜੱਦਦ ਸਮਝਦੇ ਸਨ, ਮਸੀਹ ਮੌਦ ਸਮਝਦੇ ਸਨ। ਲੇਕਿਨ ਜਿਸ ਵਕਤ ਉਹਨਾਂ ਨੂੰ ਨਬੀ ਹੁੰਦਾ ਇਹਨਾਂ ਦਾ ਪਤਾ ਚੱਲਿਆ ਤੇ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ ਵੇ। ਇਹ ਵੀ ਇੱਕ ਅਹਿਮ ਗੱਲ ਹੈ, ਅਹਿਮ ਸਵਾਲ ਹੈ। ਇਹਦੇ ਵਿੱਚ ਹੀ ਮੂਸਾ ਭਾਈ ਦੀ ਗੱਲ ਦਾ ਜਵਾਬ ਵੀ ਹੈ ਕਿ ਕਾਦੀਆਨੀਆਂ ਚੋਂ ਜਿਨ੍ਹਾਂ ਬੰਦਿਆਂ ਨੂੰ ਅੱਲਾਹ ਤਾਲਾ ਨੇ ਉਹਨਾਂ ਦਾ ਦਿਲ ਵੇਖ ਲਿਆ ਸੀ ਤੇ ਅੱਲਾਹ ਤਾਲਾ ਨੇ ਹਦਾਇਤ ਦੇਣੀ ਸੀ ਨਾ, ਜਿਨ੍ਹਾਂ ਬੰਦਿਆਂ ਨੂੰ, ਉਹਨਾਂ ਬੰਦਿਆਂ ਨੂੰ ਸਿਰਫ ਇੰਨੀ ਗੱਲ ਹੀ ਕਾਫੀ ਸੀ। ਜਦੋਂ ਉਹਨਾਂ ਪਹਿਲੀ ਵਾਰੀ ਸੁਣਿਆ ਕਿ ਇਹਨੇ ਨਬੂਵਤ ਦਾ ਦਾਅਵਾ ਕੀਤਾ ਹੈ ਜਾਂ ਇਹਨੇ ਐਸੀਆਂ ਤੋਹੀਨ ਅਮੇਜ਼ ਗੱਲਾਂ ਲਿਖੀਆਂ ਨੇ, ਉਹਨਾਂ ਬੰਦਿਆਂ ਨੂੰ ਬਸ ਇੰਨੀ ਇੱਕ ਇਸ਼ਾਰਾ ਹੀ ਕਾਫੀ ਸੀ। ਲੇਕਿਨ ਜਿਹੜਿਆਂ ਕਾਦੀਆਨੀਆਂ ਨੇ ਵਕਤ ਦੇ ਨਾਲ ਨਾਲ ਨਵੀਆਂ ਗੱਲਾਂ ਸੁਣ ਕੇ ਨਵੇਂ ਅਕਾਇਦ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਕਿ ਪਹਿਲੇ ਇਮਾਮ ਮਹਿੰਦੀ ਮੰਨਦੇ, ਪਿਓ ਦਾ ਇਮਾਮ ਮਹਿੰਦੀ ਮੰਨਦਾ, ਇਹਨਾਂ ਮਰਬੀਆਂ ਉਹਨਾਂ ਨੂੰ ਆਖਿਆ ਨਹੀਂ ਇਹ ਨਬੀ ਹੈ, ਉਹਨਾਂ ਨਬੀ ਮੰਨਣਾ ਸ਼ੁਰੂ ਕਰਤਾ। ਉਹਨਾਂ ਲੋਕਾਂ ਦੇ ਅੱਲਾਹ ਤਾਲਾ ਨੇ ਦਿਲਾਂ ਤੇ ਮੋਹਰ ਲਾ ਦਿੱਤੀ ਕਿ ਫਿਰ ਠੀਕ ਹੈ, ਜੇ ਤੁਸੀਂ ਯਤਬਿ ਗੈਰ ਸਬੀਲ ਅਲ-ਮੁਅਮਿਨੀਨ ਨੁਵੱਲਿਹੀ ਮਾ ਤਵੱਲਾ, ਚਲੋ ਫਿਰ ਦਫਾ ਹੋ ਜਾਓ, ਫਿਰ ਇਸੇ ਪਾਸੇ ਜਾਓ। ਇਸ ਗੱਲੇ ਜਿਨ੍ਹਾਂ ਦੇ ਬਾਰੇ ਤੁਸੀਂ ਫਿਰ ਸੋਚਦੇ ਹੋ ਕਿ ਉਹ ਮੇਰੇ ਰਿਸ਼ਤੇਦਾਰ ਨੇ ਜਾਂ ਕੋਈ, ਉਹਨਾਂ ਨੂੰ ਮੈਂ ਗੱਲ ਸੁਣਾਵਾਂਗਾ ਤੇ ਉਹ ਇਹਨਾਂ ਦੀ ਇਸ ਬਦਕਾਰੀ ਨੂੰ ਵੇਖ ਕੇ ਤੇ ਉਹ ਤਾਇਬ ਹੋ ਜਾਣਗੇ, ਨਹੀਂ, ਮੇਰਾ ਨਹੀਂ ਖਿਆਲ। ਮੇਰਾ ਖਿਆਲ ਇਹ ਵੇ ਕਿ ਜਿਨ੍ਹਾਂ ਤਾਇਬ ਹੋਣਾ ਸੀ ਉਹਨਾਂ ਨੇ ਪਹਿਲੇ ਝਟਕੇ ਜੀ ਹੋ ਜਾਣਾ। ਜਿਸ ਵੇ ਉਹਨਾਂ ਇੱਕ ਬੁਰਾਈ ਵੇਖ ਲਈ ਤੇ ਉਹਨਾਂ ਨੇ ਉਹ ਅਸੀਂ ਇਹਨੂੰ ਕੀ ਸਮਝੇ ਕਿ ਨਿਕਲਿਆ। ਤੇ ਜਿਹੜੇ ਆਦੀ ਨੇ ਨਾ, 1 2 3 ਬੁਰਾਈ ਵੇਖ ਕੇ ਤੇ ਉਹ ਆਦੀ ਹੁੰਦੇ ਲੱਗੇ ਗਏ ਨੇ, ਉਹਨਾਂ ਨੂੰ ਕਦੇ ਵੀ ਹਦਾਇਤ ਨਹੀਂ ਮਿਲਣੀ। ਉਹਨਾਂ ਨੂੰ ਜੋ क्या हाल है आपका? ठीक है, ये ज़िया भाई से बात करें आप। नहीं, मैं आपसे बात करूंगा। ज़ियारसुल भाई से बात करें ना आप। ज़ियारसुल भाई ने नहीं बंदा ही नहीं कभी ये बात करते ही बात नहीं करना है। नहीं तो मैं चला जाता हूँ, अगर आपने बात नहीं करनी मैं चला जाता हूँ। नहीं, ना जाना, मेरी दुकान बंद हो जाएगी। आप चले गए तो शाह साहब मेरे से बात कर लें आज। नहीं, मैं सिर्फ अगर करूंगा आमिर नज़ीर साहब, मैं उनकी रिस्पेक्ट करता हूँ, बड़े भाई हमारे, मैं अगर करूंगा। मैं ज़ियारसुल की हर बात को ऑन करता हूँ, वो जो भी करेंगे वो मेरी बात ही होगी। ज़ियारसुल भाई की हर बात मेरी बात ही होगी। आप उनको साथ ही उनके बैठ गए हैं, उज मार के जगाओ उन्होंने। छोड़े मैं आपसे पूछना चाह रहा था, नहीं मैं आमिर नज़ीर साहब से मेरा एक जवाब, नहीं ये कोई बीच में नहीं रहेगा। इनसे मैं पूछता हूँ, ये अल्लाह को जानते हैं कि इनको अल्लाह का कोई खौफ है? मेरा सवाल हाँ या ना में जवाब दे। नहीं, मिर्जाइयों को अल्लाह का खौफ नहीं है, बल्कि इनको ये डर भी नहीं। मिर्जाइयों को साइड पे करने पे था, मैं आपसे पूछ रहा हूँ कुछ। अब मेरी मैं ही बता रहा हूँ कि मिर्जाई बेखौफ हैं, न डर हैं, अल्लाह का खौफ वो आपके लिए ना कि आप उनके दिल में जान के नहीं दे सकते कि आप उनका फैसला कैसे कर रहे हैं। देखें, ये आपने गलत बात कर दी है पहले कि ये बातों में से बात बनती नहीं है। चलें ठीक है, अल्लाह जी, लेकिन मैं आई लव यू ऑल ब्रदर, रिस्पेक्ट करता हूँ, आप सब इंसान है और मैं इंसानियत की इज्जत करता हूँ। मैं इनसे ये मुझे मुसलमान कर रहे हैं, ये कहते हैं वो मुसलमान कि बहरहाल ना मैं नाराज नहीं हूँ, प्यार मोहब्बत से कर रहा हूँ, मैं गाली नहीं देता, लेकिन तरीके से बात होती है। बहरहाल चले, नहीं करना चाहते थे, मैं चला जाता हूँ। ਇਹ ਸ਼ਾਹੀ ਸਾਹਿਬ ਜਿਹੜੇ ਨੇ ਮਰਜ਼ਈ ਨੇ? ਆਹੋ, ਪੱਕੇ ਅੱਛਾ
शाहिद साहब ये किस अल्लाह की बात कर रहे थे आप? नहीं, मैं आमिर नजीर साहब से बात करूंगा और किसी से नहीं करूंगा। हाँ, अगर वो तो चले ठीक है, आप कह रहे थे ना कि आमिर नज़ीर को अल्लाह का खौफ नहीं, मैंने कहा वो नहीं, कौन से मैंने अल्लाह की उनसे बात कर सवाल रहे हैं? किया, आप उनके देखें, मैं उनसे सवाल कर रहा हूँ, आप क्यों जवाब नहीं दे नहीं, रहे वो तो ठीक है, आप उनसे नहीं, सवाल करें ना, बहरहाल मैं नहीं मैंने रोक ना रहा आपको, जब आपसे सवाल करूंगा मैं ना, आपको आप मना जवाब नहीं कर देना। रहा, आप उनसे करें बिल्कुल। सवाल। मैं तो वैसे पूछ रहा था कि आपने कहा ना कि नहीं, आमिर नज़ीर को आप अल्लाह ऐसे का वैसे खौफ कुछ नहीं ना है। पूछें, सिर्फ अगर करनी है मैं आमिर नजीर साहब से बात करूंगा। तो ये कौन से टैग अल्लाह की लगा आपने दिया बात आपने? पूछी? मैं अस्सलाम वालेकुम। वालेकुम अस्सलाम। मुझे भी नज़ीर साहब से एक सवाल पूछना है, अगर इजाजत हो नज़ीर साहब तो। नज़ीर साहब ਨੂੰ ਲੈ ਜਾਓ ਭਾਈ ਤੁਸੀਂ। मैं ला कर नहीं जाना जी, सवाल पूछ रहा, अगर वो बोलने वजह से पूछ रहे, वो तो शार्ट दिया सवाल है। ਜਿਹੜਾ ਬੰਦਾ ਆਂਦਾ ਨਜ਼ੀਰ ਸਾਹਿਬ ਨਜ਼ੀਰ ਸਾਹਿਬ ओ भाई ਨਜ਼ੀਰ साहब ਸਾਹਿਬ, तू जलस करदा है या और कोई वजह? ਭਾਈ ਮੇਰੇ अंदर ਅੱਗ ਲੱਗ ਜਾਂਦੀ ਹੈ, ਤੁਸੀਂ वो ਉੱਥੇ आग नहीं दिखाई लगती, जाओ। यू हैव नो नॉलेज। हम लड़ने नहीं नज़ीर आए साहब, इनसे, प्यार मोहब्बत से बात करने आए। नज़ीर साहब से जगमोहन बात खान साहब करूंगा ਇਸੇ मैं ਵਜ੍ਹਾ ਤੋਂ ਤੇ फकत। ਅੱਗ ਲੱਗਦੀ ਹੈ, ਸਾਨੂੰ ਆਂਦਾ ਜਾਂਦਾ ਕੱਖ ਨਹੀਂ ਹੈ ਤੇ वो ਉਹ छड़ परे मगरूल है, मेरा नज़ीर से सवाल है, वो नीचे बैठा कि अल्लाह ताला ने कह दिया था 1400 साल कबल कि मैंने कामल कर दिया है तेरे लिए दीन इस्लाम, दीन इस्लाम। तो फिर क्या इनको डर नहीं लगता खुदा का कादियानियों को कि अल्लाह कहता है बंद, नबूवत बंद, दीन इस्लाम कामल, ये कुरान भी की हिफाजत में आपने आए पहली शहर बात में आके माकावा, गलत बात कुरान कर दी है। कुरान की देखिए, हिफाजत मैं खुद करूंगा। ये जवाब आपने गलत चाहिए, बात की है, जवाब बहुत चाहिए, गलत बात की है इन्होंने। जवाब चाहिए नज़ीर साहब से, हम चल दिए अल्लाह वाला है। नहीं, आपने भी गलत बात कर दी है। ना चल मैंने नज़ीर से सवाल किया, आपसे पूछा भाई साहब, मैंने आप अल्लाह का खौफ आपसे कीजिए कुछ मेरे नहीं साथ। पूछना चाहता, ओ नज़ीर से खान पूछा। साहब, आप चुप करें, मैं चुप किसी कर से नहीं पूछना। ओ आप क्यों बीच में बोल ऐ शोर माकावा, ओए तेरी ऐसी की तैसी, तू होता कौन है आगे बोलने वाला तेरी मेरे साथ? तुझे मैं वो कर दूंगा, तू मेरे साथ। वाह वाह वाह, खैर है तेरी गुफ्तगू। साहब अकल है नहीं है, आप कब्र में टांगे हैं नहीं तो वो बात पुत्र, मैं जिमनास्टिक मालिक को खोते जो पुत्र जानबूझ के थानू झाका पढ़ा रहे हैं, कंफ्यूज किते हैं जिमनास्टिक जैसों का मालिक को सुन बोलो है ही वो नहीं, सुन बैक आपको डोर अकल ही नहीं है। बैक डोर आप बैक क्या डोर बैक डोर बकवास कर रहे हैं रोशनदान बैक डोर मुझे बैक शर्म डोर आ रही है बैक डोर आपको बैक कैसे डोर हुए, बैक डोर क्या बड़े हैं रोशनदान तो रोशनदान आपकी बैक डोर अकल बैक है। डोर तेरी ऐसी ਹੁਣ की ਤਾਂ तैसी। भाई रात निकल खान गया। साहब तौबा करो, अस्तगफिरुल्लाह करो, फारिग बेटा फारिग हो। खान साहब मैं आपको फारिग कहता हूँ। मुझे बात करनी थी आमिर नजीर साहब से बात, आप क्यों बीच में तक पड़े? मैं नजीर से सवाल कर रहा था, तुमसे कौन पूछता गधे से? और यार तुम्हारे क्या आपको नाम तो की अकल अकल ही है ना नहीं है। जुड़। आप क्यों बात कर रहे हैं बीच में? आपको इजाजत किसने दी? आपको मैं जानता हूँ जो आपको अकल मिर्जा नहीं। के पीछे चल पड़ा उसमें कितनी अकल होगी? मैं आपको कह देता चंदा हूँ देने के लिए मिर्जा ने तुम फारिग लोगों है, को पीछे आपको लगा लिया। पागल खाने में या दाखिल बेले करवा पुत्र डंगर का जानी इनको खोते दे पुत्र हैं, ना तमीज ना अकल ना नॉलेज ना कुरान ना नमाज ना रोजा पागल ना खाने में फ्यूचर ना मुस्तकबिल ना माजी ना घर के ना घाट के। पागल खाने में जाए, ऐ चुप कर खोते दिया खुरा खाने से निकाला तेरे किसने? जो बंदे ना कोई गल करने में आप तैयार भी पागल है। बा 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 म्यूट लगाओ डले की दी गंदी आवाज में पूजा कुत्ते करना की औलाद, ओए बंद कुत्ते, कर दो ओए सुनो कुत्ते, म्यूट ऐसी करो की तैसी कर नजीर दूंगा। तू होता साहब कौन है? बंद कर इस डले और किया तेरा ठहरा मुंह बंद कर दूंगा। बंद कर तू रे होता खोते कौन के है? पुत्र और की तेरा आमद कुत्ते, नजीर चुप कर, साहब ओ कुत्ते, आमद चुप, नजीर ओ साहब कुत्ते, यू आर मुंह बंद कर, इंसल्टिंग ओ कुरान कुत्ते, ओ कुत्ते, है हूँ खुश है अथे रहते पुत्र तेरे मैं अमेरिका आ रहा हूँ, आई तेरा आई मुंह आई बंद करूंगा माया कुत्ते, दा ओ कुत्ते की औलाद, चुप कर जा। पहले खोते दे पुत्र तू मैं नजीर आमिर साहब नजीर इसको बात ड्रॉप करूंगा। कर देते, मैं इसको 2 मैसेज देना फिर इसको बताता हूँ कुरान क्या कहता है, ड्रॉप कर इसे। और तेरी अल्लाह ने कहा मैंने दीन बात इस्लाम करने मुकम्मल वाली, कर दिया। मिर्जा कहता है तेरी डगर औलाद किस्म का मिर्जा कि नहीं खान ये साहब इसके है सामने मैं भी वो की कोई बात हूँ ना करे, मैं ये भी वो हूँ गंदा मिर्जा। यार मैं इससे बात नहीं बंद करना करो चाहता। इसके बंद पागल कर है, इसको बंद कर पागल खाने में दाखिल करवाए। की ये काबिल नहीं है मेरी बात करने के। ओए यू डंकी मैन इसको तुम्हें क्या पता यार नजीर यार तो नीचे कर या म्यूट कर। पागल खाने से निकाला किसने? Hey, shut up, you donkey man. होश कुत्ते, You are not capable to talk with me. You have no sense. You are not highly educated person.
You know nothing about Islam. Okay? You are following the madman. Mirza is a madman. Mirza was a madman. Mirza was stupid man. Mirza was mentally sick man. You are following them. منڈ کر رکھ تھلا چڑھ کھوتے دے بچے کی مجلس خراب کی کتنی سونی کیا خوبصورت گفتگو ہو رہی تھی پیار کی شائستگی سے مٹھاس سے ماڈرن دور کی گفتگو ہو رہی تھی آیا میں عامر نذیر سے سوال کروں گا کیا کرتے بھائی جدید دور کی بات کرو جدید دور کی بات کرنی چاہیے یار موجودہ دور میں جدید دور کی بات کرو تھینک یو نذیر صاحب آپ نے ڈراپ کر دیا گدا کو پھر کبھی ملیں گے السلام علیکم سب کی اللہ خیر رکھے تو سب یہ کی ہمیشہ ٹون ہو کے آتا ہے واہ واہ یہ واہ جو واہ شاہی واہ ہے واہ نا تیری عقل کا جتنی ماتم کیتی جا اتنی گھٹ ہے تے نہ لاگ سنا یا اللہ یہ جڑا کھوتا جمن گیا دی ماں ہی مار جا چاہ کے یہ جا ڈنگر مزید نہ جمن ہوئے ہور نہ گالی دیتی ہے نہ کچھ کیتا بلکہ بڑی عقل دانشوری دی گل کیتی ہے تیری ماں مار جا کہ تاکہ تیرے دیا ڈنگر تے کھوتا مزید نہ پیدا ہوئے میرے ملک کے لیے میرے اسلام کے لیے میرے معاشرے کے لیے یہی کہنا تھا میرے کو جو اللہ نے طاقت دے رکھی عجیب میں وہ بتاتا ہوں ڈنگر لوگوں کو بیوقوف لوگوں کو ان پڑھ لوگوں کو جاہل بند جنیا پھول مارے اسے کہتے ہیں محبت تھینک یو ونس اگین ہم چل دیے تھینک یو السلام علیکم نذیر صاحب زندہ باد ہمارے ختم دوست ختم نبوت زندہ باد زندہ ختم باد نبوت زندہ باد زندہ واہ باد جمروز خان صاحب تھینک زندہ یو باد تھینک یو جی اللہ خوش رکھے سباں کی ہمارے دوست آیا چل تھیا دیے بندہ دس یار دم جان چاروں نالا جے خان گلا کرتا ہے جنہیں پوری عمر گل ہی ہے کالج تے یونیورسٹیاں ایمان نال لیکچر دینے یہ تو مجبوری ہے میری دل بھلانے واسطے آ جانا یا تھوڑا جہا ثواب کھٹنے کے لیے اندھیرے سے روشنی میں لانا بھی ثواب کا کام ہے اندھیرے سے روشنی میں لانا کسی کو انصاف دینا بھی ثواب ہے ایکسائٹمنٹ انگریزی کا لفظ ہے اردو میں کہتے ہیں ذہنی تفریح وہ میں نے لے لیا 1-2-3 منٹ میں آپ سے لے لیا ثواب کدھر گیا جے خانہ اللہ کر لگے جس کو اللہ تعالیٰ نے مقناطیسی جیب دے رکھی ہے خان صاحب مقناطیسی ویسے زبان اے تیرے خان صاحب جی جی میں کہہ رہا جے خان دا کی مطلب ہے جے جے دا خان یار چھڈ تم نے سمجھے گا اس کا مطلب اچھا کیونکہ جس نے لکھے یا ساکی اس کو میں کی جواب دیواں ایمان نال میرا دل نہیں عملہ اور دورو سلام دے دے تو شاید سنت پوری کر دے سو پھر میں اکثر نہیں دس مین ڈاؤن سوٹ میں اور نہ ہی میں اسے سوٹ کرتا ہوں نہ وہ مجھے سوٹ کرتا ہے لہذا اسے اسی حالت میں رہنے دوں جس حال میں یہ ہے نیچے قاسم اسے لکھ عقل رہا ہے کی بات جمروز کبھی خان نہ سناؤں اسے عقل کی بات نہ سکھاؤں کیونکہ کیا نہ سنیا چونکہ جے خان کو اگر کبھی ربا کرنا پڑ گیا تو یہ بولے گا ہٹ پر ہے تو ہی نے ہمیں سکھایا ہوا ہے آج میرے چھری پھیرنے لگا ہے ہاں آنکھ پاٹ گجرات شہر آیا ہی نال کنجابی آئی ہاں تھینک یو جی تھینک یو دل خوش ہو گیا واہ واہ کیا دل بھول گیا اگر بہت آئی کہ کوئی آپ سٹ ہوا تھا وہ معاف کر چھوڑتی اللہ خیر اللہ خیر اللہ اللہ خیر خیر اللہ سب کی خیر آمین اللہ پاک تو صحت دے توبہ 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 خان صاحب بھی کمال آدمی نے جکاس خان انہاں نو پھر نہ چک لینا انہاں میری منجی ٹھوک جان آ گئے توبہ توبہ یہ کدھر امر بھائی دوسری براڑ تے نہیں ٹر گئے سانو ایتھے چھڈ کے ہاں میچ بڑا ودیا پیا سی سائی دے نال نا جے خان دا
ਬਹੁਤ ਡਾਢਾ ਮੈਚ ਸੀ, ਲੇਕਿन ਮੈਚ ਚੱਲਿਆ ਨਹੀਂ ਜ਼ਿਆਦਾ ਦੇਰ।